ਅਗਲਾ ਲੇਖ ਹੈ ਆਪਣੇ ਨਾਂ ਨਾਲ ਨਫ਼ਰਤ। ਸਾਰਾ ਚਮਾਰ ਵਾਧਾ ਪੜ੍ਹਨ ਡੈ ਪਿਆ। ਦਿਨ ਬ ਦਿਨ ਇਹਨਾਂ ਦਾ ਦਿਮਾਗ ਖਰਾਬ ਹੋਈ ਜਾਂਦਾ। ਜੇ ਇਹਨਾਂ ਨੂੰ ਨੌਕਰੀਆਂ ਮਿਲ ਗਈਆਂ ਤਾਂ ਸਾਡੇ ਖੇਤਾਂ 'ਚ ਕੰਮ ਕੌਣ ਕਰੂਗਾ? ਭਈਏ ਡਾਕਾਂ ਬੰਨ ਆਉਣ ਲੱਗ ਪਏ ਜਿਹੜੇ 10 ਵਾਰੀ ਕਹੋ ਤਾਂ ਇੱਕ ਵਾਰੀ ਹੱਥ ਹਿਲਾਉਂਦੇ ਆ, ਉੱਤੋਂ 10-10 ਰੋਟੀਆਂ ਪਾੜਦੇ ਆ। ਬੁੱਜੜ ਨੇ ਸਾਨੂੰ 7-8 ਜਣਿਆਂ ਨੂੰ ਕਾਲਜ ਜਾਂਦਿਆਂ ਦੇਖ ਕੇ ਸੁਣਾ ਕੇ ਆਖਿਆ, ਪਹਿਲਾਂ ਹੀ ਸੋਚਾਂ ਲੱਦਿਆ ਵਿਚਾਰ ਤੁਰਤ ਆਇਆ, ਸਾਡੇ ਮਾਂ-ਬਾਪ ਤੁਹਾਡੀਆਂ ਬੁੱਤੀਆਂ ਕਰ ਕਰ ਉਧਾਰ ਚੁੱਕ ਕੇ ਅਸੀਂ ਆਪ ਦਿਹਾੜੀਆਂ ਕਰਕੇ ਪੜ੍ਹਦੇ ਹਾਂ, ਕਿਸੇ ਨਾਲ ਹੇਰਾ-ਫੇਰੀ ਨਹੀਂ ਕਰਦੇ, ਅਤੇ ਇਹਨਾਂ ਨੂੰ ਸਾਡੇ ਬਾਰੇ ਪੁੱਠਾ ਸੋਚਣ ਦਾ ਕੀ ਹੱਕ ਹੈ? ਆਪਣੇ ਮੁੰਡਿਆਂ ਨੂੰ ਵੱਡੇ ਅਫਸਰ ਬਣਾਉਣ ਦੀਆਂ ਵਿਉਂਤਾਂ ਬਣਾਉਂਦੇ ਨਹੀਂ ਥੱਕਦੇ। ਇਹਦੇ ਨਾਲ ਹੀ ਪਿਛਲੇ ਦਿਨੀਂ ਉਹਦੇ ਖੇਤਾਂ ਵਿੱਚ ਦਿਹਾੜੀ ਕਰਨ ਗਿਆ ਨੂੰ ਲੋਡੇ ਵੇਲੇ ਦੀ ਚਾਹ ਸਾਡੇ ਗਲਾਸਾਂ 'ਚ ਪਾਉਣ ਵੇਲੇ ਦੀ ਟੀਚਰ ਵਜੋਂ ਕਈ ਗੱਲ ਮੱਲੋ ਮੱਲੀ ਚੇਤੇ ਆ ਗਈ। ਚਾਹ ਚੂੜੀ, ਚਾਹ ਚਮਿਆਰੀ, ਚਾਹ ਨੀਚੋਂ ਕੀ ਨੀਚ, ਪੂਰਨ ਬ੍ਰਹਮ ਪਾਰਥੇ ਜੇ ਚਾਹ ਨਾ ਹੁੰਦੀ ਬੀਚ। ਇਹ ਸੁਣਦਿਆਂ ਮਨ ਦਾ ਮੋਕਲਾ ਆਕਾਸ਼ ਪਲ ਵਿੱਚ ਸੁੰਗੜ ਗਿਆ ਸੀ। ਚਾਹ ਦੇ ਘੁੱਟਾਂ ਨੂੰ ਅੰਦਰ ਲਗਾਉਣਾ ਔਖਾ ਹੋ ਗਿਆ ਸੀ। ਮੇਰੇ ਚਿੱਤ 'ਚ ਆਇਆ ਕਿ ਗਲਾਸ ਵਿਚਲੀ ਤੱਤੀ ਚਾਹ ਉਹਦੇ ਮੂੰਹ 'ਤੇ ਸੁੱਟਦਿਆਂ ਜਾਂ ਉਹਦੀ ਧੌਲੀ ਦਾੜੀ ਪੁੱਟਦਿਆਂ ਜ਼ਰਾ ਬੋਲਣਾ ਸਿੱਖ ਲਵੇ ਕਿ ਤਨ ਨਾਲੋਂ ਮਨ ਕਿਵੇਂ ਔਖਾ ਹੋ ਕੇ ਇਹ ਸਭ ਕੁਝ ਜਰਦਾ ਹੈ। ਉਧਰ ਭਾਈਏ ਦੇ ਬੋਲ ਬਾਰ-ਬਾਰ ਮੇਰੇ ਕੰਨਾਂ 'ਚ ਸੁਣ ਰਹੇ ਸਨ। ਦੇਖ ਉੱਟ ਨੱਟ ਕਰਕੇ ਸ਼ਹਿ ਦੇ ਕੰਨਾਂ ਅਰਗੇ ਨੋਟ ਫੜ ਕੇ ਤੈਨੂੰ ਕਾਲਜ ਦਾਖਲ ਕਰਾਤਾ। ਬੰਦੇ ਦਾ ਪੁੱਤ ਬਣ ਕੇ ਨਾਲ ਦਿਹਾੜੀਆਂ ਕਰੀ, ਵਿਆਜ ਸਣੇ ਮੂਲ ਮੋੜਨਾ। ਅਜਿਹੇ ਖਿਆਲ ਜ਼ੁਬਾਨ 'ਤੇ ਆਏ ਮੇਰੇ ਬੋਲਾਂ ਨੂੰ ਨਿਗਲ ਜਾਂਦੇ ਅਤੇ ਅੰਦਰ ਹੀ ਅੰਦਰ ਭਿਆਨਕ ਹਾਦਸਾ ਵਾਪਰ ਕੇ ਰਹਿ ਜਾਂਦਾ। ਲੋਕ ਡੈਸ਼ ਨੂੰ ਬੁੱਜੜ ਇਸ ਲਈ ਕਹਿੰਦੇ ਸਨ ਕਿ ਉਹਦੀ ਬਹੁਤੀ ਚਿੱਟੀ ਤੇ ਘੱਟ ਕਾਲੀ ਭਰਵੀਂ ਦਾੜੀ ਖਾਕਾਂ ਤੋਂ ਉੱਤੇ ਤੱਕ ਸੰਘਣੇ ਘਾਹ ਵਾਂਗ ਉੱਗੀ ਹੋਈ ਸੀ, ਜਿਸ ਨੂੰ ਉਹ ਵੱਟ ਚੜ੍ਹ ਕੇ ਅੰਦਰ ਨੂੰ ਤੁੰਨ ਲੈਂਦਾ। ਇਉਂ ਉਹਦੀ ਦਾੜੀ ਵਿਚੜੇ ਦੇ ਆਲਣੇ ਵਰਗੀ ਪੋਲੀ ਤੇ ਲਮਕਦੀ ਜਿਹੀ ਲੱਗਦੀ। ਗੱਲਾਂ ਉੱਤੇ ਤੇ ਅੱਖਾਂ ਦੁਆਲੇ ਇੰਨੀ ਚਰਬੀ ਚੜੀ ਹੋਈ ਸੀ ਕਿ ਦੇਖਣ ਵਾਲਾ ਦੰਗ ਰਹਿ ਜਾਂਦਾ ਕਿ ਉਹਨੂੰ ਦਿਸਦਾ। ਜਦੋਂ ਬੁੱਜੜ ਦੇ ਬੋਲ ਚੇਤੇ ਆਉਂਦੇ ਤਾਂ ਦਿਲ 'ਤੇ ਟੋਕਾ ਚੱਲਦਾ, ਅੱਗੇ ਵਧਣ ਵਾਲੀਆਂ ਸੋਚਾਂ ਦਾ ਕੁਤਰਾ ਹੁੰਦਾ ਜਾਪਦਾ। ਫਿਰ ਮਨ ਨੂੰ ਧਰਵਾਸ ਹੁੰਦਾ ਜਦੋਂ ਖਿਆਲ ਆਉਂਦਾ, ਕੋਈ ਜੋ ਮਰਜ਼ੀ ਸੋਚੇ, ਸਮੇਂ ਦਾ ਪਹੀਆ ਹਮੇਸ਼ਾ ਅੱਗੇ ਨੂੰ ਤੁਰਨਾ, ਪਿੱਛੇ ਨੂੰ ਨਹੀਂ। ਪਰ ਇਹਨਾਂ ਗਰਮੀਆਂ ਦੀਆਂ ਰਾਤਾਂ ਨੂੰ ਦੀਵੇ ਦੀ ਕੰਬਦੀ ਲੋਚ ਪੜ੍ਹਦਿਆਂ ਮੇਰਾ ਮਨ ਭਾਈਏ ਬਾਰੇ ਸੋਚ ਲਾਟ ਵਾਂਗ ਕੰਬ ਜਾਂਦਾ। ਨਿਗਾਹ ਭਾਵੇਂ ਕਿਤਾਬ ਉੱਤੇ ਹੁੰਦੀ ਤੇ ਧਿਆਨ ਉਹਦੀ ਨਿੱਤ ਦੀ ਹੱਡ ਭੰਨਵੀਂ ਕਮਾਈ ਵੱਲ। ਜਦੋਂ ਭਾਈਏ ਦੇ ਬਾਰੇ ਭਾਰੇ ਟੱਬਰ ਦੀ ਸੋਚ ਆਉਂਦੀ ਤਾਂ ਜੀ ਭਿਆਣਾ ਹੋ ਕੇ ਰਹਿ ਜਾਂਦਾ ਕਿ ਅਸੀਂ 7 ਭੈਣ ਭਰਾ। ਉਹਨਾਂ ਵਿੱਚੋਂ ਛੋਟੇ 2 ਵਾਰੋ ਵਾਰੀ ਮਾਂ ਦਾ ਦੁੱਧ ਚੁੰਘਦੇ ਹਨ। ਇੱਕ ਨੇ ਦੁੱਧ ਦੇ ਦੰਦ ਕੱਢੇ ਹੀ ਹਨ ਤੇ ਉਸ ਤੋਂ ਵੱਡੇ ਦੇ ਅਜੇ ਟੁੱਟੇ ਨਹੀਂ। ਦਰਅਸਲ ਮੈਂ ਆਪਣੇ ਇਹਨਾਂ ਛੋਟੇ ਭੈਣ ਭਰਾ ਦੇ ਜਨਮਾਂ ਤੋਂ ਪਹਿਲਾਂ ਆਪਣੀ ਮਾਂ ਨੂੰ ਕਈ ਵਾਰ ਸਾਫ਼-ਸਾਫ਼ ਲਫ਼ਜ਼ਾਂ 'ਚ ਆਖਿਆ ਸੀ, ਮੈਨੂੰ ਹੋਰ ਨਵਾਂ ਭੈਣ ਭਰਾ ਨਹੀਂ ਚਾਹੀਦਾ। ਸਾਡੀਆਂ ਤੰਗੀਆਂ ਵੱਧ ਰਹੀਆਂ ਤੇ ਪਹਿਲੀਆਂ ਭੈਣਾਂ ਨੂੰ ਕੁੱਛੜ ਕੰਧੇੜੀ ਚੁੱਕਿਆ ਹੁਣ ਸੰਗ ਆਉਂਦੀ ਹੈ। ਮਾਂ ਮੇਰੇ ਇਸ ਵਿਚਾਰ ਨਾਲ ਸਹਿਮਤ ਹੁੰਦੀ ਤੇ ਕਦੀ ਨਾਰਾਜ਼। ਅਖੀਰ ਦਲੀਲ ਦਿੰਦੀ, ਰੱਬ ਦੀ ਦਾਤ ਨੂੰ ਕਦੇ ਕੋਈ ਕਿੱਦਾਂ ਧੱਕੇ ਮਾਰੇ। ਜਦੋਂ ਕਦੇ ਉਹ ਭਾਈਏ ਨੂੰ ਮੇਰੀ ਆਖੀ ਗੱਲ ਦੱਸਦੀ ਤਾਂ ਜੁੱਤੀ ਚੁੱਕ ਕੇ ਮੇਰੇ ਦੁਆਲੇ ਹੁੰਦਾ, ਸਾਲਾ ਅੰਗਰੇਜ਼ਾਂ ਦਾ ਲਾਪਿਆ ਮੱਤਾਂ ਦੇਣ, ਤੇਰੇ ਕਹੇ ਮੈਂ ਰੱਦੀ ਹੋ ਕੇ ਘਰ ਬਹਿ ਜਾਵਾਂ। ਮੈਂ ਬਥੇਰਾ ਸਮਝਾਉਂਦਾ, ਘਰ ਦੀ ਮੰਦੀ ਹਾਲਤ ਦੇ ਪੜ੍ਹਾਈ ਵਿੱਚ ਪੈ ਰਹੇ ਵਿਘਨ ਦੀ ਗੱਲ ਕਰਦਾ, ਇਸ ਲਈ ਕਿ ਭਾਈਏ, ਮਾਂ ਤੇ ਦਾਦੀ ਸਣੇ ਅਸੀਂ 10 ਜੀ 4 ਖਾਨਿਆਂ ਦੇ ਦਲਾਨ ਤੇ ਇਸ ਪਿਛਲੀ ਕੋਠੜੀ ਵਿੱਚ ਸੌਂਦੇ। ਬਰਸਾਤਾਂ ਨੂੰ ਅੰਦਰ ਹੁਮਸ ਵੱਟ ਘੁੱਟ ਤੇ ਸਿਆਲਾਂ ਨੂੰ ਸਾਡੇ ਕੋਲ 5-7 ਪਸ਼ੂ ਬੱਝਦੇ। ਘਰ 'ਚ ਭੀੜ, ਨਿਰੀ ਸਿਰ ਪੀੜ, ਤੋਬਾ ਤੋਬਾ। ਫਿਰ ਮੈਨੂੰ ਲੱਗਦਾ ਜਿਵੇਂ ਪਹਿਲਾਂ ਨਾਲੋਂ ਮੇਰੀ ਜ਼ਿੰਮੇਵਾਰੀ ਵੱਧ ਗਈ ਹੈ ਅਤੇ ਹੋਰ ਗੱਲਾਂ ਤੋਂ ਇਲਾਵਾ ਮੈਂ ਆਪਣੀ ਕਮਾਈ ਦੇ ਪੈਸਿਆਂ ਵਿੱਚੋਂ ਸ਼ੀਸ਼ੇ ਦੀ ਚਿਮਨੀ ਵਾਲਾ ਟੇਬਲ ਲੈਂਪ ਖਰੀਦ ਲਿਆ। ਲਾਟ ਦੀ ਲੋ ਟਿਕਵੀਂ ਹੋ ਗਈ। ਮੈਨੂੰ ਜਾਪਿਆ ਜਿਵੇਂ ਕੋਈ ਵੀ ਹਵਾ ਹੁਣ ਘਰ ਅੰਦਰ ਪਸਰ ਰਹੀ ਰੌਸ਼ਨੀ ਨੂੰ ਹਨੇਰੇ 'ਚ ਤਬਦੀਲ ਨਹੀਂ ਕਰ ਸਕਦੀ। ਮੇਰੇ ਕੋਲ ਲੈਂਪ ਕੀ ਹੋ ਗਿਆ, ਮੈਂ ਮਨ ਹੀ ਮਨ ਖੁਸ਼ ਹੁੰਦਾ ਜਿਵੇਂ ਵੱਡੀ ਮੱਲ ਮਾਰ ਲਈ ਹੋਵੇ। ਪਰ ਰਾਤ ਨੂੰ ਵੱਖਰੇ ਕਮਰੇ ਦੀ ਅਣਹੋਂਦ ਮੈਨੂੰ ਵਕਤ ਦੀ ਬਰਬਾਦੀ ਤੇ ਆਪਣੇ ਭਵਿੱਖ ਦੀ ਖਰਾਬੀ ਨਜ਼ਰ ਆਉਣ ਲੱਗੀ। ਜੁਗਤ ਸੁੱਝੀ ਕਿ ਦਿਨ ਵੇਲੇ ਕਿਸੇ ਦਰਖਤ ਥੱਲੇ ਜਾਂ ਬੋਹੜ ਪਿੱਪਲ ਦੇ ਡਾਹਣਿਆਂ ਨੂੰ ਵੱਢ ਕੇ ਗੁਰਦੁਆਰੇ ਦੀ ਬਣਾਈ ਕੁੱਲੀ 'ਚ ਪੜ੍ਹ ਸੌਂ ਲਵਾਂ ਅਤੇ ਰਾਤ ਨੂੰ ਆਪਣੀ ਜਮਾਤੀ ਰਾਮਪਾਲ ਦੀ ਬੈਠਕ ਵਿੱਚ, ਅਤੇ ਉੱਧਰ ਕਾਲਜ ਦੀ ਪੜ੍ਹਾਈ ਦਾ ਆਪਣਾ ਮਜ਼ਾ। ਭਾਵੇਂ 4-5 ਕਿਲੋਮੀਟਰ ਦੇ ਕਰੀਬ ਰੇਲਵੇ ਸਟੇਸ਼ਨ ਤੱਕ ਤੁਰ ਕੇ ਜਾਂਦਾ,
ਹੱਥ ਵਿੱਚ ਕਿਤਾਬ ਕਾਪੀ, ਫਿਰਨ ਤੁਰਨ ਦੀ ਆਪਣੀ ਮਰਜ਼ੀ। ਪੜ੍ਹਨ ਲਈ ਪੰਜਾਬੀ, ਹਿੰਦੀ, ਅੰਗਰੇਜ਼ੀ ਦੀਆਂ ਅਖਬਾਰਾਂ ਅਲਮਾਰੀਆਂ ਵਿੱਚ ਬੰਦ ਪਿਆ ਅਥਾਹ ਗਿਆਨ ਸੋਚਦਾ ਦਿਨਾਂ ਵਿੱਚ ਹੀ ਇਹ ਮੇਰੇ ਲਹੂ 'ਚ ਰਚ ਮਿਚ ਜਾਵੇ। ਅੱਗੇ ਵਧਣ ਲਈ ਸਮਾਜਿਕ ਵਰਤਾਰਾ ਅਤੇ ਪਿਛਲਾ ਬਹੁਤ ਕੁਝ ਭੁੱਲਣ ਦੀ ਕੋਸ਼ਿਸ਼ ਕਰਾਂ। ਮੇਰੀ ਇਹ ਇੱਛਾ ਪਲਰਨ ਲੱਗੀ। ਮੈਂ ਚਾਅ ਨਾਲ ਕਾਲਜ ਪੜ੍ਹਨ ਜਾਂਦਾ। ਇਨੀ ਦਿਨੀ 5 ਅਕਤੂਬਰ 1972 ਅਚਾਨਕ ਮੋਗਾ ਗੋਲੀ ਕਾਂਡ ਘਟਨਾ ਵਾਪਰ ਗਈ। ਸਾਡੇ ਸਰਕਾਰੀ ਕਾਲਜ ਟਾਂਡਾ ਸਣੇ ਆਲੇ ਦੁਆਲੇ ਦੇ ਸਾਰੇ ਕਾਲਜ ਪੜ੍ਹਾਈ ਲਈ ਬੰਦ ਹੋ ਗਏ, ਪਰ ਵਿਦਿਆਰਥੀ ਜਥੇਬੰਦੀਆਂ ਦੀਆਂ ਸਰਗਰਮੀਆਂ ਦਾ ਦੌਰ ਸ਼ੁਰੂ ਹੋ ਗਿਆ। ਉੱਚੇ ਲੰਮੇ ਦਾਅਵਿਆਂ ਦੇ ਤੇ ਹੋਰ ਵਿਦਿਆਰਥੀ ਜਾਣਕਾਰੀ ਵਾਲੇ ਭਾਸ਼ਣ ਹੋਣ ਲੱਗ ਪਏ। ਸੁਣ ਕੇ ਖੂਨ ਖੌਲਦਾ, ਪਰ ਮੇਰੀਆਂ ਲੱਤਾਂ ਅਚਾਨਕ ਉਦੋਂ ਥਰ-ਥਰ ਕੰਬਣ ਲੱਗ ਪਈਆਂ ਜਦੋਂ ਮੇਰੇ ਲਈ ਇੱਕ ਅਜਨਬੀ ਵਿਦਿਆਰਥੀ ਆਗੂ ਨੇ ਕੱਪੜੇ 'ਚ ਲਪੇਟੀ ਕੋਈ ਸ਼ੈ ਮੇਰੇ ਹੱਥ ਫੜਾਈ। ਮੈਨੂੰ ਪਤਾ ਨਾ ਲੱਗੇ ਕਿ ਇਹ ਹੈ ਕੀ। 10-15 ਮਿੰਟਾਂ ਵਿੱਚੋਂ ਮੇਰੇ ਕੋਲੋਂ ਉਹ ਆਪਣੀ ਵਸਤ ਵਾਪਸ ਲੈਂਦਿਆਂ ਤੇ ਮੇਰੇ ਮੂੰਹ ਵੱਲ ਦੇਖਦਿਆਂ ਕਹਿਣ ਲੱਗਾ, ਕਿਉਂ ਦਰਕਦਾ, ਮੋਕ ਮਾਰੀ ਜਾਣਾ, ਕੰਮ ਦਿਲਾ ਕਿਸੇ ਥਾਂ ਦਾ। ਮੈਂ ਬੋਝ ਮੁਕਤ ਹੋ ਗਿਆ। ਹਾਲਾਤ ਮੁਤਾਬਕ ਕਈ ਦਿਨ ਅਸੀਂ ਕਾਲਜ ਨਾ ਗਏ, ਪਰ ਕੁਝ ਦਿਨਾਂ ਮਗਰੋਂ ਹਿੰਮਤ ਕਰਕੇ ਅਸੀਂ ਵਿਹੜੇ ਦੇ ਇੱਕੋ ਜਮਾਤ ਵਿੱਚ ਪੜ੍ਹਦੇ ਸਾਰੇ ਮੁੰਡੇ ਘਰਦਿਆਂ ਦੀ ਇੱਛਾ ਦੇ ਖਿਲਾਫ ਕਾਲਜ ਲਈ ਤਿਆਰ ਹੋਏ। ਭਾਈਏ ਨੇ ਇੱਕ ਵਾਰੀ ਫਿਰ ਸਮਝਾਇਆ, ਜੱਟਾਂ ਦੀ ਮੰਡੀਰ ਪਿੱਛੇ ਨਾ ਲੱਗਿਓ। ਭਾਈਏ ਦੀ ਇਹ ਗੱਲ ਮੇਰੇ ਮਨ ਮਸਤਕ 'ਚ ਡੂੰਘੀ ਲਹਿੰਦੀ ਲੱਗਦੀ ਸੀ। ਸੋਚਦਾ, ਭਾਈਆ ਬਾਰ-ਬਾਰ ਇਉਂ ਕਿਉਂ ਚੇਤਾਵਨੀਆਂ ਦਿੰਦਾ ਰਹਿੰਦਾ। ਕਾਲਜ ਜਾਂਦਿਆਂ ਰਾਹ ਕੰਢੇ ਬਾਂਸਾਂ, ਨਿੰਮਾਂ, ਟਾਹਲੀਆਂ ਦੇ ਕੌਲਿਆਂ ਦੇ ਝੁਰਮਟ ਵਿਚਕਾਰ ਖੂਹ ਵਾਲੀ ਬੀਤੀ ਘਟਨਾ ਮੁੜ ਬਦੋ-ਬਦੀ ਚੇਤੇ ਆ ਗਈ। ਉਦੋਂ ਮੈਂ ਤੀਜੀ ਚੌਥੀ 'ਚ ਪੜ੍ਹਦਾ ਸੀ ਤੇ ਮੇਰੀ ਮਾਂ ਨੂੰ ਤਾਈ ਤਾਰੋ ਨੇ ਮਲਵੀ ਜੀਭੇ ਆਖਿਆ, ਗੁੱਡ ਨੂੰ ਛੁੱਟੀ ਕਰਾ ਕੇ ਸਾਡੇ ਖੂਹ ਹੱਕਣ ਘੱਲ ਦੇ, ਮੇਰਾ ਅਵਤਾਰ ਸਕੂਲ ਚਲੇ ਜਾਊਗਾ। ਦੂਜੇ ਪਿੰਡ ਮੈਂ ਖੂਹ ਹੱਕਦਾ ਗਾਦੀ ਤੇ ਬੈਠਾ ਝੂਟੇ ਲੈ ਰਿਹਾ ਸੀ ਕਿ ਤਾਈ ਸ਼ਾਹ ਵੇਲੇ ਦਾ ਪੱਤਾ ਲੈ ਆਈ ਤੇ ਕਹਿਣ ਲੱਗੀ ਸੀ, ਗੁੱਡ ਜਰਾ ਕੁ ਭੁੰਜੇ ਉਤਰੀ, ਤੇਰੇ ਤਾਏ ਲਈ ਪੀਣ ਲਈ ਪਾਣੀ ਭਰਨਾ, ਤੂੰ ਤਾਂ ਆੜ ਚੋਂ ਹੀ ਪੀ ਲਈ। ਇਹ ਗੱਲ ਮੇਰੇ ਦਿਲ 'ਚ ਸੂਲ ਵਾਂਗ ਖੁੱਭ ਗਈ, ਜਿਵੇਂ ਸ਼ਹੀ ਤਾਈ ਤਾਰੋ ਦੇ ਪਤੀ ਊਧਮ ਸਿੰਘ ਦੀ ਹੱਲ। ਗੱਡਾ ਵਾਹੁੰਦਾ ਮੈਹੇ ਦੇ ਪੁੜਿਆਂ ਵਿੱਚ ਬੇਰਹਿਮੀ ਨਾਲ ਆਰ ਖਬੋ ਦਿੰਦਾ ਸੀ। ਮੇਰੀਆਂ ਭਰੀਆਂ ਅੱਖਾਂ ਦਾ ਪਾਣੀ ਉਹਨਾਂ ਅੰਦਰ ਹੀ ਜਜ਼ਬ ਹੋ ਗਿਆ ਸੀ, ਜਿਵੇਂ ਮੋਰੀਆਂ ਵਾਲੀਆਂ ਟਿੰਡਾਂ ਦਾ ਖੂਹ 'ਚ ਡਿੱਗਦਾ ਪਾਣੀ। ਇਸ ਵਾਕਿਆ ਦੀ ਲੰਮੀ ਲੜੀ ਅੱਧ ਵਿਚਾਲੇ ਟੁੱਟ ਗਈ ਜਦੋਂ ਅਚਾਨਕ ਸਾਹਮਣੇ ਛਿੜੇ ਹੋਏ ਡੂਮਣੇ ਵੱਲ ਨਿਗਾਹ ਗਈ। ਮੈਨੂੰ ਲੱਗਿਆ ਰਾਹ ਲਾਗਲੇ ਖੇਤ ਵਿੱਚ ਗੱਡੇ ਉੱਤੇ ਕੜਬ ਲੱਦਦੇ ਮਜ਼ਦੂਰਾਂ ਵਾਂਗ ਮੈਂ ਵੀ ਡੂਮਣੇ ਨਾਲ ਚੁਫੇਰਿਓਂ ਘੇਰਿਆ ਗਿਆ ਹਾਂ। ਮੈਂ ਬੇਵਸੀ ਵਿੱਚ ਉਜਲੇ ਭਵਿੱਖ ਦੀ ਉਡੀਕ 'ਚ ਕਿੰਨਾ ਚਿਰ ਭੁੰਜੇ ਬੈਠਾ ਰਿਹਾ ਆਪਣੇ ਜਮਾਤੀਆਂ ਨਾਲ। ਕਾਲਜ ਅਜੇ ਵੀ ਬੰਦ ਤੇ ਵਿਦਿਆਰਥੀ ਸੜਕਾਂ ਉੱਤੇ ਭੂਤਰੇ ਸਾਨਾਂ ਅੰਗ ਫਿਰਦੇ ਦਿਸਦੇ। ਕੋਈ ਨੇਤਾ ਨੁਮਾ ਵਿਦਿਆਰਥੀ ਬਾਹਾਂ ਉਲਾਰ ਕੇ ਉੱਚੀ-ਉੱਚੀ ਬੋਲ ਕੇ ਕਹਿੰਦਾ, ਸਾਥੀਓ, ਬਟਾਲੇ ਗੋਲੀ ਚੱਲ ਗਈ ਆ, 2-3 ਵਿਦਿਆਰਥੀ ਜ਼ਖਮੀ ਜਾਂ ਸ਼ਹੀਦ ਹੋ ਗਏ ਆ। ਇਹ ਇਮਤਿਹਾਨ ਦੀ ਘੜੀ ਆ, ਆਓ ਸਾਰੇ ਜਣੇ ਸੰਘਰਸ਼ ਨੂੰ ਹੋਰ ਤਿੱਖਾ ਕਰੀਏ। ਸਰਕਾਰ ਉੱਤੇ ਦਬਾਅ ਵਧਾਉਣ ਲਈ ਆਪੋ ਆਪਣੇ ਲਹੂ ਨਾਲ ਅੰਗੂਠੇ ਲਾਈਏ, ਮੈਮੋਰੰਡਮ ਭੇਜੀਏ, ਭਰੋਸਾ ਰੱਖੋ ਜਿੱਤ ਤੁਹਾਡੀ ਹੈ, ਇਨਕਲਾਬ ਜ਼ਿੰਦਾਬਾਦ, ਇਨਕਲਾਬ ਜ਼ਿੰਦਾਬਾਦ। ਅਸੀਂ ਆਪਣੇ ਲਹੂ ਭਿੱਜੇ ਅੰਗੂਠੇ ਪੂਰੇ ਜੋਸ਼ ਨਾਲ ਕਾਗਜ਼ਾਂ ਉੱਤੇ ਲਾਏ। ਨਵੇਂ ਸ਼ਬਦਾਂ ਨਾਲ ਜਾਣ ਪਛਾਣ ਹੋਈ। ਨਤੀਜੇ ਵਜੋਂ ਕਾਲਜ 39 ਦਿਨ ਤੱਕ ਬੰਦ ਰਿਹਾ। ਰੁੱਤ ਸਿਆਲਾਂ 'ਚ ਬਦਲ ਗਈ। ਕਾਲਜ ਦੇ ਇਹਨਾਂ ਦਿਨਾਂ 'ਚ ਮੈਨੂੰ ਆਪਣੇ ਨਾਂ ਦਾ ਪਹਿਲਾ ਹਿੱਸਾ ਬਲਬੀਰ, ਇਹਦਾ ਅਰਥ ਭਾਵ ਚੰਗਾ ਲੱਗਦਾ। ਦੂਜਾ ਇਹ ਸਿੱਖੀ ਅਨੁਸਾਰ ਜਾਪਦਾ। ਕਿਸੇ ਹੋਰ ਲਈ ਵੰਗਾਰ ਲਲਕਾਰ ਤੇ ਮੋਟੀ ਗੱਲ ਕੇ ਜਾਤ ਦਾ ਕਲੰਕ ਨਾ ਝਲਕਦਾ। ਨਾਂ ਦਾ ਪਿਛਲਾ ਹਿੱਸਾ ਚੰਦ ਮੈਨੂੰ ਹਿੰਦੂ ਆਸਥਾ ਨਾਲ ਜੁੜਿਆ ਮਹਿਸੂਸ ਹੁੰਦਾ, ਜਿਸ ਨੇ ਸਾਡੇ ਲੋਕਾਂ ਨੂੰ ਆਪਣੇ ਸ਼ਿਕੰਜੇ 'ਚ ਕੱਸਿਆ ਹੋਇਆ ਹੈ, ਜਿਸ ਵਿੱਚੋਂ ਹੀਣ ਕਮੀਣ ਦੀ ਦੁਰਗੰਧ ਚੁਫੇਰੇ ਫੈਲਦੀ ਮਹਿਸੂਸ ਹੁੰਦੀ। ਅਕਸਰ ਮੈਨੂੰ ਉਹ ਦਿਨ ਯਾਦ ਆਉਂਦਾ ਜਦੋਂ ਬਖਸ਼ੀ ਦੁਸਹਿਰੇ ਦੇ ਦਿਨ ਭੋਗਪੁਰ ਤੋਂ ਸੀਤਾਰਾਮ ਦਾ ਕੈਲੰਡਰ ਲੈ ਆਇਆ ਸੀ ਤੇ ਮੈਂ ਦੇਖਦਿਆਂ ਸਾਰੀ ਪਾੜ ਕੇ ਪੈਰਾਂ ਹੇਠ ਮਧੋਲ ਸੁੱਟਿਆ ਸੀ। ਉਦੋਂ ਮੈਂ 7ਵੀਂ 'ਚ ਪੜ੍ਹਦਾ ਸੀ। ਭਾਈਏ ਨੇ ਸ਼ਾਇਦ ਮੇਰੀ ਮਨਸ਼ਾ ਨੂੰ ਸਮਝਦਿਆਂ ਆਖਿਆ ਸੀ, ਇਹ ਕਾਰਾ ਕੀ ਕੀਤਾ, ਕਮੂਤ ਦੀਏ ਮਾਰੇ, ਇੱਦਾਂ ਹੀ ਫਰਕ ਪੈ ਜਾਊ, ਇੱਦਾਂ ਕੀ ਫਰਕ ਪੈ ਜਾਊ। ਕਹਿੰਦੇ ਨੇ ਇਸ ਰਾਮ ਨੇ ਸ਼ੰਭੂਕ ਰਿਸ਼ੀ ਦਾ ਆਪਣੇ ਹੱਥੀਂ ਕਤਲ ਕੀਤਾ ਸੀ, ਇਸ ਕਰਕੇ ਕਿ ਉਹ ਰੱਬ ਦੀ ਭਗਤੀ ਕਰਦਾ ਸੀ। ਮੈਂ ਸੁਣਿਆ ਹੋਇਆ ਮਾਸੂਮ ਵਾਂਗ ਹੋਰ ਦੱਸਿਆ ਸੀ, ਰਾਜਾ ਰਾਮਚੰਦਰ ਹੋਰੀ ਬਾਹਰਲੇ ਮੁਲਕ ਤੋਂ ਆਏ ਆਰੀਆ ਪੁੱਤਰ ਆ, ਆਪਣੇ ਆਪ ਨੂੰ ਸ੍ਰੇਸ਼ਟ ਸਮਝਣ ਵਾਲੇ, ਤੇ ਅਸੀਂ ਇੱਥੋਂ ਦੇ ਬਸ਼ਿੰਦੇ ਹਾਂ। ਇਹਨਾਂ ਸਾਡਾ ਰਾਜ ਭਾਗ ਖੋਹ ਲਿਆ ਤੇ ਸਾਨੂੰ ਅਛੂਤ ਬਣਾਤਾ।
ਧੋਖੇ ਨਾਲ ਸਾਨੂੰ ਗੁਲਾਮ ਬਣਾ ਲਿਆ, ਬੇਰਹਿਮੀ ਨਾਲ ਜਾਨੋਂ ਮਾਰ ਦਿੰਦੇ ਆ। ਕੋਈ ਕਿਲਾ ਬਣਨਾ ਹੋਵੇ ਤਾਂ ਬਲੀ ਅਛੂਤਾਂ ਦੀ, ਕੋਈ ਹੋਰ ਵੱਡਾ ਪੁੰਨ ਦਾ ਕੰਮ ਕਰਨਾ ਹੋਵੇ ਤਾਂ ਬਲੀ ਦਾ ਬੱਕਰਾ ਅਛੂਤ। ਧਰਮ ਦੇ ਨਾਂ ਤੇ ਇਹ ਕੁਕਰਮ। ਨਾਲੇ ਅਸੀਂ ਤਾਂ ਗੁਰਦੁਆਰੇ ਤੋਂ ਬੀੜ ਲਿਆ ਕੇ ਪਾਠ ਕਰਾਈਦਾ, ਅਸੀਂ ਹਿੰਦੂ ਕਿੱਦਾਂ ਹੋਏ? ਮੈਂ ਦਮ ਮਾਰ ਕੇ ਫੇਰ ਆਖਿਆ, ਯਾਦ ਭੁੱਲ ਗਿਆ ਜਦੋਂ ਜਲੰਧਰ ਤੋਂ ਆਏ ਹਿੰਦੂਆਂ ਦੀ ਢਾਣੀ ਸਾਡੇ ਲੋਕਾਂ ਨੂੰ ਪੰਜਾਬੀ 'ਚ ਸਮਝਾ ਰਹੀ ਸੀ ਕਿ ਆਪਣੀ ਮਾਤ ਭਾਸ਼ਾ ਹਿੰਦੀ ਲਿਖਾਓ, ਤੇ ਮੈਂ ਮੋਹਰੇ ਹੋ ਕੇ ਕਿਹਾ ਸੀਗਾ ਵੀ ਅਸੀਂ ਪੰਜਾਬੀ ਬੋਲਦੇ ਹਾਂ, ਸਾਡੀ ਮਾਤ ਭਾਸ਼ਾ ਪੰਜਾਬੀ ਆ, ਤੇ ਅਸੀਂ ਕਿਹੜਾ ਉਹਨਾਂ ਦਾ ਕਹਿਣਾ ਮੰਨ ਲਿਆ? ਸਾਨੂੰ ਕਿਤੇ ਪਤਾ ਨਹੀਂ ਸੀ ਵੀ ਲੋਕਾਂ 'ਚ ਫਰਕ ਪਾਉਣ ਦੇ ਸਾਰੇ ਮਨਸੂਬੇ ਆ। ਭਾਈਏ ਨੇ ਭਰੋਸੇ ਤੇ ਜਾਣਕਾਰੀ ਨਾਲ ਦੱਸਿਆ। ਮੈਨੂੰ ਲਗਾਤਾਰ ਬੋਲਦੇ ਤੇ ਦਲੀਲਾਂ ਦਿੰਦੇ ਨੂੰ ਦੇਖ ਭਾਈਏ ਨੇ ਉਸ ਦਿਨ ਬੇਸ਼ੁਮਾਰ ਗੱਲਾਂ ਕੀਤੀਆਂ। ਕਹਿਣ ਲੱਗਾ, ਚਾਹੁੰਦਾ ਮੈਂ ਵੀ ਆ ਹਿੰਦੂ ਸਮਾਜ ਦੀਆਂ ਪਖੰਡੀ ਦੰਭੀ ਚਾਲਾਂ ਦੀਆਂ ਡੂੰਘੀਆਂ ਜੜ੍ਹਾਂ ਨੂੰ ਪੁੱਟ ਕੇ ਇੱਦਾਂ ਉਲਟਾ ਦਈਏ ਜਿੱਦਾਂ ਪਿਛਲੇ ਦਿਨੀ ਬੋੜ ਪਿੱਪਲ ਨੂੰ ਪੁੱਟਿਆ ਸੀ ਤੇ ਉਹਦੇ ਮੁੱਛੇ ਪਾਏ ਸੀ। ਪਰ ਗੱਲ ਇਹ ਆ ਵੀ ਇਕੱਲੇ ਦੇ ਕਰਨ ਨਾਲ ਕੁਝ ਨਹੀਂ ਬਣਨਾ। ਇਹ ਸਾਰੇ ਭਾਈਚਾਰੇ ਦਾ ਸਾਂਝਾ ਮਸਲਾ, ਸਾਂਝਾ ਹੰਬਲਾ ਮਾਰਨਾ ਚਾਹੀਦਾ। ਉਹਨੇ ਆਪਣੀ ਪੱਗ ਨੂੰ ਸਵਾਰਦਿਆਂ ਤੇ ਦੋ ਹੱਥਾਂ ਨਾਲ ਸਿਰ ਤੇ ਚੰਗੀ ਤਰ੍ਹਾਂ ਬਿਠਾਉਂਦਿਆਂ ਮੇਰੇ ਵੱਲ ਤਸੱਲੀ ਭਰੀਆਂ ਨਜ਼ਰਾਂ ਨਾਲ ਵੇਖਿਆ, ਜਿਵੇਂ ਉਹਨਾਂ ਵਿੱਚੋਂ ਉਹ ਆਪਣਾ ਭਵਿੱਖ ਤਲਾਸ਼ ਕਰ ਰਿਹਾ ਹੋਵੇ। ਫਿਰ ਮੈਨੂੰ ਲੱਗਿਆ ਭਾਈਆ ਮੇਰੀਆਂ ਹਰਕਤਾਂ ਤੇ ਗੱਲਾਂ ਬਾਰੇ ਪਹਿਲਾਂ ਜਿਵੇਂ ਉੱਤੋਂ ਦੀ ਝਿੜਕਦਾ ਰਿਹਾ ਹੋਵੇ। ਮੇਰੇ ਮਨ 'ਚ ਮੁੜ ਆਉਂਦਾ, ਨਾ ਬਦਲ ਲਵਾਂ। ਇਸ ਬਾਰੇ ਮੈਂ ਪੁੱਛ ਪ੍ਰਤੀਤ ਨਾ ਕੀਤੀ। ਨਾ ਬਦਲਿਆ ਨਹੀਂ ਜਾ ਸਕਦਾ ਸੋਚ ਕੇ ਮੇਰਾ ਮੂੰਹ ਬਿੱਤਲੇ ਵਤਾਊਂ ਵਰਗਾ ਹੋ ਗਿਆ। ਉਦਾਸੀ ਦਾ ਹਲਕਾ ਜਿਹਾ ਪਹਿਰਾ ਕਦੀ ਮੂੰਹ ਤੋਂ ਝਲਕਦਾ ਜਦੋਂ ਕੋਈ ਜਣਾ ਮੇਰਾ ਹਾਲ ਚਾਲ ਪੁੱਛਦਾ। ਇਹਨਾਂ ਛਸ਼ੋ ਪੰਜ ਭਰੇ ਦਿਨਾਂ 'ਚ ਸਾਲਾਨਾ ਪੇਪਰਾਂ ਦੌਰਾਨ ਬੱਸ ਅੰਦਰ ਹੋਈ ਇੱਕ ਨਿੱਕੀ ਜਿਹੀ ਘਟਨਾ ਮੇਰੇ ਮਨ ਉੱਤੇ ਕਾਵ ਹਾਦਸਾ ਬਣ ਕੇ ਵਾਪਰ ਗਈ, ਜਿਸ ਨੇ ਮੇਰੇ ਨਾਂ ਦੀ ਸਮੱਸਿਆ ਨੂੰ ਹੋਰ ਗੂੜੀ ਮੱਸਿਆ 'ਚ ਬਦਲ ਦਿੱਤਾ। ਗੱਲ ਇਉਂ ਦੀ ਵਾਰਤਾਲਾਪ 'ਚ ਹੋਈ। ਜਾਣ ਬੁੱਝ ਕੇ 2-3 ਵਾਰ ਮੇਰੇ ਪੈਰ ਤੇ ਪੈਰ ਰੱਖਿਆ। ਸਾਡੇ ਤੋਂ ਪਿਛਲੀ ਸੀਟ ਉੱਤੇ ਇੱਕ ਅਣਖੀਲੀ ਤੇ ਰੋਸ ਭਰੀ ਜਨਾਨਾ ਆਵਾਜ਼ ਆਈ। ਸਾਡੀਆਂ ਧੌਣਾਂ ਇੱਕਦਮ ਪਿਛਾਂਹ ਨੂੰ ਮੁੜੀਆਂ। ਕੁਝ ਸਵਾਰੀਆਂ ਤਿਰਛੀਆਂ ਨਜ਼ਰਾਂ ਨਾਲ ਦੇਖਣ ਲੱਗੀਆਂ। ਸਾਡੇ ਵਿਹੜੇ ਦਾ ਉਹ ਜਮਾਤੀ ਮੁੰਡਾ ਪੈਰਾਂ ਦੇ ਪਾਣੀ ਨਾ ਪੈਣ ਦੇਵੇ। ਮੈਂ ਸ਼ਰਾਰਤ ਨਹੀਂ ਕੀਤੀ। ਸਹਿਵਣ ਪੈਰ ਲੱਗ ਗਿਆ ਹੋਊ, ਮੈਨੂੰ ਪਤਾ ਨਹੀਂ। ਬੜੇ ਓਵਰ ਕਲੈਵਰ ਬਣ ਕੇ ਦੱਸਦੇ ਆ। ਘਰ ਮਾਂ ਭੈਣ ਨਹੀਂ, ਬਸ ਥਾਣੇ ਲੈ ਚਲੋ, ਉਸ ਮਲੂਕ ਜੀ ਕੁੜੀ ਨੇ ਕੰਡਕਟਰ ਨੂੰ ਆਖਿਆ। ਗੁੱਸੇ 'ਚ ਬੋਲਦੀ ਦਾ ਉਹਦਾ ਰੰਗ ਲਾਲ ਹੋ ਗਿਆ ਤੇ ਚਿਹਰਾ ਹੋਰ ਰੋਬਦਾਰ। ਚੱਲ ਛੱਡ ਬੀਬਾ, ਹੋਊ ਪਰੇ ਕਰ, ਇੱਕ ਬਜ਼ੁਰਗ ਨੇ ਕੁੜੀ ਨੂੰ ਕਿਹਾ, ਤੇ ਸਾਡੇ ਸਾਥੀ ਜਮਾਤੀ ਨੂੰ ਸਮਝਾਉਂਦਿਆਂ ਕਿਹਾ, ਅੱਗੇ ਤੋਂ ਇਦਾਂ ਹਰਕਤ ਨਹੀਂ ਕਰਨੀ। ਜਿਉਂ ਹੀ ਅੱਡਾ ਆਇਆ ਅਸੀਂ ਛਾਲਾ ਮਾਰ ਕੇ ਉਤਰ ਗਏ। ਕੁੜੀ ਮਦਦ ਲਈ ਲੋਕਾਂ ਨੂੰ ਪੁਕਾਰਦੀ ਰਹਿ ਗਈ। ਮਸਾਂ 4 ਕਦਮ ਅੱਗੇ ਗਏ ਤਾਂ ਉਸ ਜਮਾਤੀ ਮੁੰਡੇ ਨੇ ਕਿਹਾ, ਧਰਮ ਨਾਲ ਹਲਕੀਆਂ ਬਿੱਲੀਆਂ ਅੱਖਾਂ, ਤੋਤੇ ਦੀ ਚੁੰਝ ਵਰਗਾ ਤਿੱਖਾ ਨੱਕ, ਗੋਰਾ ਚਿਹਰਾ, ਗੋਲ ਠੋਡੀ ਤੇ ਖੂਬਸੂਰਤ ਦਿੱਖ ਵਾਲੀ ਉਸ ਕੁੜੀ ਨੂੰ ਦੇਖਿਆ ਭੁੱਖ ਲੈਂਦੀ ਸੀ। ਲੈਂਦੀ ਕਿ ਚਮਕਦੀ? ਮੈਂ ਟੋਣਾ ਮਾਰਿਆ। 2-4 ਹੋਰ ਕਦਮ ਪੁੱਟਣ ਮਗਰੋਂ ਮੈਂ ਆਖਿਆ, ਅੱਜ ਦੇ ਪੰਜਾਬੀ ਪੇਪਰ 'ਚ ਇਹੀ ਪ੍ਰਸੰਗ ਸਹਿਤ ਵਿਆਖਿਆ ਲਿਖ ਦੇਂ। ਡੂੰਘੀ ਰਾਤ ਤੱਕ ਇਹ ਘਟਨਾ ਮੇਰੇ ਜ਼ਿਹਨ 'ਚ ਸੰਘਣੀ ਤਰ੍ਹਾਂ ਉਤਰ ਗਈ। 3-4 ਦਿਨ ਤੇ ਰਾਤਾਂ ਨੂੰ ਖਿਆਲ ਆਉਂਦਾ ਰਿਹਾ ਕਿ ਉਹ ਕੁੜੀ ਸੱਚੀ ਸੀ। ਉਹਦੇ ਹੱਕ ਪੱਖ ਨੂੰ ਕਿਸੇ ਨੇ ਗੋਲਿਆ ਹੀ ਨਹੀਂ। ਅਗਲੇ ਪੇਪਰ ਮੂਹਰੇ ਛੁੱਟੀਆਂ ਆਈਆਂ ਤਾਂ ਮੈਂ ਗੁਰਦੁਆਰੇ ਦੀ ਕੁੱਲੀ ਵਿੱਚ ਪੈਨ ਕਾਗਜ਼ ਲੈ ਕੇ ਬਹਿ ਗਿਆ। ਮੈਨੂੰ ਮਹਿਸੂਸ ਹੋਇਆ ਕਿ ਬਚਪਨ ਦਾ ਕਾਵ ਬੀਜ ਮਨ 'ਚ ਅਚਨਚੇਤ ਫੁੱਟ ਪਿਆ। ਮੈਂ ਘਟਨਾ ਨੂੰ ਲਿਖਣ ਲਈ ਤਰਲੋ ਮੱਛੀ ਹੋਣ ਲੱਗਾ। ਤਰਕਾਲਾਂ ਤੱਕ ਮੈਂ ਸ਼ਬਦਾਂ ਨੂੰ ਜੋੜਦਾ ਤੋੜਦਾ ਲਿਖਦਾ ਮਟੇਂਦਾ ਰਿਹਾ। ਕੁਝ ਤੁਕਾਂ ਬਣੀਆਂ ਤੇ ਅਖੀਰ 1.5 ਕੁ ਸਫ਼ਾ ਭਰ ਲਿਆ। ਮਨ ਨੇ ਪੈਲ ਪਾਈ, ਖੰਭ ਫੈਲਾਏ, ਮਿੱਤਰਾਂ ਨੂੰ ਤੁਕਾਂ ਸੁਣਾਈਆਂ ਜਿਨ੍ਹਾਂ ਵਿੱਚ ਉਸ ਕੁੜੀ ਦਾ ਪੱਖ ਪੂਰਿਆ ਗਿਆ ਸੀ। ਮੇਰੇ ਯਤਨ ਨੂੰ ਸਲਾਹਿਆ ਗਿਆ। ਮੈਂ ਕਾਵ ਅਭਿਆਸ ਕਰਨ ਲੱਗਾ। ਕਾਲਜ ਦੇ ਤਾਰਿਕਾ ਮੰਡਲ ਵਿੱਚ ਕਵਿਤਾ ਛਪਣ ਦੀ ਗੱਲ ਸਾਹਮਣੇ ਆਈ ਤਾਂ ਮੇਰਾ ਨਾਮ ਮੇਰੀ ਸੋਚ ਸਾਹਮਣੇ ਕੋਹ ਕਾਫ ਜਿੱਡਾ ਸਵਾਲੀਆ ਨਿਸ਼ਾਨ ਬਣ ਕੇ ਖੜ ਗਿਆ। ਪੈਲ ਪਾਉਂਦਾ ਮੋਰ ਜਿਵੇਂ ਪੈਰਾਂ ਵੱਲ ਵੇਖ ਝੂਰਦਾ, ਉਵੇਂ ਮੈਂ ਅੰਦਰੋਂ ਅੰਦਰ ਬਰਫ਼ ਦੇ ਡਲੇ ਵਾਂਗ ਖੁਰਦਾ। ਮੁੱਕਦੀ ਗੱਲ ਕਿ ਮੇਰੇ ਦਿਲ ਵਿੱਚ ਆਪਣੇ ਨਾਂ ਨਾਲ ਨਫ਼ਰਤ ਸਿਖਰਾਂ 'ਤੇ ਪਹੁੰਚ ਗਈ। ਮਨ ਵਿੱਚ ਨਵੇਂ ਨਾਂ ਦੀਆਂ ਤਰਕੀਬਾਂ ਬਣਾਉਣ ਲੱਗਾ ਕਿ ਘੱਟੋ ਘੱਟ ਆਪਣਾ ਹਿੰਦੂ ਨਾਂ ਬਦਲ ਲਵਾਂ। ਧੰਨਵਾਦ। ਲੇਖ ਸਾਹਿਤ ਤੇ ਸਿਆਸਤ। ਆਪਣਾ ਮੰਜਾ ਕਿਤਾਬਾਂ ਚੁੱਕੀਆਂ ਤੇ ਕਿਸੇ ਪਨਾਹਗੀਰ ਵਾਂਗ ਆਰਜ਼ੀ ਤੌਰ ਤੇ ਸਭ ਤੋਂ ਵੱਡੇ ਤਾਏ ਦੇ ਘਰ ਵਿਚਲੀ ਬੈਠਕ ਦੀ ਬਿਨਾਂ ਤਾਕੀਆਂ ਵਾਲੀ ਖਿੜਕੀ ਮੂਹਰੇ ਡੇਰਾ ਲਾ ਲਿਆ। ਇੱਟਾਂ ਚਿਣ ਕੇ ਉਹਨਾਂ ਉੱਤੇ ਕਿਤਾਬਾਂ ਦੀ ਟੇਕਣ ਲਾ ਲਈ ਤੇ ਟੇਬਲ ਲੈਂਪ ਟਿਕਾ ਲਿਆ। ਖਿੜਕੀ ਦੇ ਸਿਖਰ ਦੇ ਲੰਮੇ ਦਾ ਸਰੀਏ ਉੱਤੋਂ ਇੱਕ ਚਾਦਰ ਪਰਦੇ ਵਜੋਂ ਲਮਕਾ ਲਈ।
ਆਪਣੇ ਕਮਰੇ ਦੀਆਂ ਦੀਵਾਰਾਂ ਤੋਂ ਉਖੜੇ ਸੀਮੈਂਟ ਵਾਲੀਆਂ ਕੁਝ ਥਾਵਾਂ ਦੀਆਂ ਕਈ ਤਸਵੀਰਾਂ ਬਣਦੀਆਂ ਨਜ਼ਰ ਆਉਂਦੀਆਂ। ਕਈ ਉਦਾਸ ਤੇ ਕਈ ਖੁਸ਼ੀ ਦੀ ਰੌਂ 'ਚ ਨੱਚਦੀਆਂ ਟੱਪਦੀਆਂ ਤੀਵੀਆਂ ਤੇ ਆਦਮੀਆਂ ਦੀਆਂ। ਕਿਸੇ ਵਿੱਚੋਂ ਸ਼ਹੀਦ ਭਗਤ ਸਿੰਘ ਦਾ ਹੈਟ ਵਾਲਾ ਸਿਰ, ਨਿੱਕੀਆਂ ਤਿੱਖੀਆਂ ਮੁੱਛਾਂ ਵਾਲਾ ਚਿਹਰਾ, ਕਿਸੇ ਵਿੱਚੋਂ ਲੈਨਿਨ, ਮਾਰਕਸ ਤੇ ਨੈਣ ਨਕਸ਼ ਉੱਭਰਦੇ ਦਿਖਾਈ ਦਿੰਦੇ। ਮਨ ਹੀ ਮਨ ਮੈਨੂੰ ਮਹਿਸੂਸ ਹੁੰਦਾ ਕਿ ਛੋਟਾ ਜਿਹਾ ਕਮਰਾ ਮੇਰੇ ਇੱਥੇ ਆਉਣ ਨਾਲ ਫੱਬ ਗਿਆ ਹੈ ਜਾਂ ਇਹਦੇ ਨਾਲ ਮੈਂ ਸੱਜ ਗਿਆ। 5-7 ਦਿਨਾਂ ਮਗਰੋਂ ਹੀ ਪੁੰਨਿਆਂ ਦਾ ਚੰਦ ਜਿਵੇਂ ਮੱਸਿਆ ਤੋਂ ਬਾਅਦ ਵਾਲੇ ਕਮਾਨ ਦੇ ਨਿਸ਼ਾਨ 'ਚ ਬਦਲ ਗਿਆ ਹੋਵੇ। ਖਿਆਲਾਂ ਦੇ ਖਲਾਅ ਵਿੱਚ ਉੱਡਦਾ ਗੁਬਾਰਾ ਫੂਕ ਨਿਕਲਣ ਕਾਰਨ ਜਿਵੇਂ ਧਰਤੀ ਉੱਤੇ ਇੱਕਦਮ ਆ ਡਿੱਗਿਆ ਹੋਵੇ। ਦਰਅਸਲ ਇੱਕ ਰਾਤ ਅਚਾਨਕ ਮੀਂਹ ਹਨੇਰੀ ਆ ਗਏ। ਖਿੜਕੀ ਦੀ ਪਰਦਾ ਚਾਦਰ ਤੇਜ਼ ਹਵਾ ਦੇ ਝਟਕੇ ਨਾਲ ਅੰਦਰ ਵੱਲ ਨੂੰ ਉੱਡੀ। ਟੇਬਲ ਲੈਂਪ ਮੰਜੇ ਦੇ ਪਾਵੇ ਨਾਲ ਟਕਰਾ ਗਿਆ। ਮੈਂ ਅੱਬੜਵਾਏ ਉੱਠ ਕੇ ਕਿਤਾਬਾਂ ਨੂੰ ਮੀਂਹ ਦੇ ਭਿੱਜਣ ਤੋਂ ਬਚਾਉਣ ਲੱਗਾ। ਸੱਜੇ ਪੈਰ ਦੀ ਤਲੀ 'ਚ ਚਿਮਨੀ ਦੇ ਸ਼ੀਸ਼ੇ ਦੇ ਟੁਕੜੇ ਖੁੱਭ ਗਏ। ਕਾਨਿਆਂ ਦੀ ਛੱਤ ਅਗਲੇ ਦਿਨ ਵੀ ਟਪਕ ਰਹੀ ਸੀ ਜਿਵੇਂ ਰਾਤ ਨੂੰ ਮੇਰੇ ਪੈਰ ਵਿੱਚੋਂ ਲਹੂ। ਇਸ ਦੌਰਾਨ ਮੇਰੇ ਖਿਆਲਾਂ ਦੇ ਘੋੜੇ ਦੌੜੇ ਤੇ ਮੈਂ ਭਾਈਏ ਨੂੰ ਆਖਿਆ, ਜੇ ਹਰੀਰਾਮ ਦੀ ਬੈਠਕ ਪੜ੍ਹਨ ਲਈ ਮਿਲ ਜਾਏ ਤਾਂ। ਭਾਈਏ ਦੇ ਅੱਧੇ ਬੋਲ ਤੇ ਕਿ ਹਰੀਰਾਮ ਨੇ ਬੈਠਕ ਮੇਰੇ ਹਵਾਲੇ ਕਰ ਦਿੱਤੀ। ਦੂਜੇ ਦਿਨ ਵੱਡੇ ਭਰਾ ਨੇ ਖਿੜਕੀਆਂ ਲਈ ਪਰਾਲੀ ਦੀਆਂ ਟਿੱਟੀਆਂ ਬਣਾ ਕੇ ਉਹਨਾਂ ਵਿੱਚ ਜੜ ਦਿੱਤੀਆਂ। ਮੈਨੂੰ ਲੱਗਿਆ ਜਿਵੇਂ ਪੱਤਝੜ 'ਚ ਰੁੱਖਾਂ ਦੇ ਪੁੰਗਾਰੇ ਕਾਹਲੀ ਨਾਲ ਫੁੱਟ ਪਏ ਹੋਣ ਤੇ ਉਹਨਾਂ ਦੀ ਛਾਂ ਸਾਡੇ ਸਾਰੇ ਵਿਹੜੇ 'ਚ ਫੈਲ ਗਈ ਹੋਵੇ। ਇਸ ਕਮਰੇ ਨਾਲ ਮੇਰਾ ਇੰਨਾ ਭਾਵੁਕ ਮੋਹ ਤੇ ਲਗਾਅ ਹੋ ਗਿਆ ਕਿ ਗਰਮੀਆਂ ਵਿੱਚ ਚਾਹੇ ਕਣਕ ਵੱਢ ਕੇ ਮੁੜਾਂ, ਚਾਹੇ ਮੱਕੀ ਜਾਂ ਕਮਾਦ ਗੁੱਡਣ ਦੀ ਦਿਹਾੜੀ ਕਰਕੇ ਇਸ ਅੰਦਰ ਗੇੜਾ ਜ਼ਰੂਰ ਮਾਰਦਾ। ਥੋੜ੍ਹੀ ਕੁ ਚਿਰ ਲਈ ਕੋਈ ਕਿਤਾਬ ਨਿਤਨੇਮ ਨਾਲ ਪੜ੍ਹਦਾ ਮੈਨੂੰ ਥਕੇਵਾਂ ਲੱਥਦਾ ਮਹਿਸੂਸ ਹੁੰਦਾ। ਹੌਲੀ ਹੌਲੀ ਘਰ ਨਾਲ ਮੇਰਾ ਵਾਸਤਾ ਕੰਮਾਂ ਜਾਂ ਰੋਟੀ ਖਾਣ ਤੱਕ ਹੋ ਕੇ ਰਹਿ ਗਿਆ। ਵਿੱਚ ਵਿਚਾਲੇ ਤੇ ਵੇਲੇ ਕੁ ਵੇਲੇ ਭਾਈਆ ਛਾਪਾ ਮਾਰਦਾ, ਪੁੱਛਦਾ, ਪੜ੍ਹਦਾ ਵੀ ਹੁੰਨਾ ਕਿ ਸੁੱਤਾ ਹੀ ਰਹਿਣਾ। ਇੱਕ ਗੱਲ ਗੌਰ ਨਾਲ ਸੁਣ ਲਾ, ਨਿਰਾ ਸ਼ੇਰੋ ਸ਼ਾਇਰੀ ਨੇ ਢਿੱਡ ਨਹੀਂ ਭਰਨਾ। ਪਹਿਲਾਂ 14 ਪਾਸ ਕਰ ਲਾ, ਫਿਰ ਜੋ ਮਰਜ਼ੀ ਇਹ ਕੁੱਤਖਾਨਾ ਲਿਖਦਾ ਰਹੀ। ਭਾਈਏ ਵੱਲੋਂ ਚਤਾਰੀ ਇਹ ਗੱਲ ਸੁਣਦਿਆਂ ਮੈਨੂੰ ਉਹ ਦਿਨ ਚੇਤੇ ਆਇਆ ਜਦੋਂ ਜੁੱਤੀ ਖਰੀਦਣ ਲਈ ਉਹ ਤੋਂ ਪੈਸੇ ਲੈ ਕੇ ਗਿਆ ਸੀ ਤੇ ਕਾਲਜ ਵਿੱਚ ਪੰਜਾਬ ਬੁੱਕ ਸੈਂਟਰ ਵੱਲੋਂ ਲਗਾਈ ਪੁਸਤਕ ਪ੍ਰਦਰਸ਼ਨੀ ਵਿੱਚੋਂ ਮਾਰਕਸਵਾਦੀ, ਲੈਨਿਨਵਾਦੀ ਤੇ ਰੂਸੀ ਸਾਹਿਤ ਦੀਆਂ ਕਿਤਾਬਾਂ ਖਰੀਦ ਲਿਆਇਆ ਸੀ। ਅਜਿਹਾ ਸਾਹਿਤ ਪੜ੍ਹਨ ਦਾ ਮੈਨੂੰ ਇੰਨਾ ਭੁੱਸ ਪੈ ਗਿਆ ਕਿ ਮੈਂ ਕੋਈ ਬਹਾਨਾ ਮਾਰ ਕੇ ਘਰੋਂ ਜਾਂ ਦਿਹਾੜੀ ਕਰਕੇ ਕਿਤਾਬਾਂ ਖਰੀਦ ਲੈਂਦਾ। ਮੈਕਸਿਮ ਗੋਰਕੀ ਦਾ ਨਾਵਲ ਮਾਂ ਤੇ 3 ਹਿੱਸਿਆਂ 'ਚ ਉਹਦੀ ਜੀਵਨੀ ਨੇ ਤਾਂ ਮੈਨੂੰ ਝੰਜੋੜ ਸੁੱਟਿਆ। ਮੈਂ ਇਹਨਾਂ ਵਿੱਚੋਂ ਚੋਣਵੀਆਂ ਗੱਲਾਂ ਆਪਣੇ ਮਾਂ-ਪਿਓ, ਤਾਈਆਂ, ਉਹਨਾਂ ਦੇ ਪੁੱਤਾਂ ਤੇ ਦੋਸਤਾਂ ਨੂੰ ਚਾਹ ਨਾਲ ਪੜ੍ਹ ਕੇ ਸੁਣਾਉਂਦਾ। ਕਈ ਵਾਰ ਗੱਚ ਭਰ ਆਉਂਦਾ ਤੇ ਕਦੇ ਹਾਲਾਤ ਨਾਲ ਜੂਝਦੇ ਮਨੁੱਖ ਦੀ ਕਾਮਯਾਬੀ ਦਾ ਸੋਚ ਮਨ ਖੁਸ਼ ਹੋ ਜਾਂਦਾ। ਕਾਲਜ ਦੇ ਮੇਰੇ ਇਹਨਾਂ ਦਿਨਾਂ 'ਚ ਸੋਵੀਅਤ ਸੰਘ ਵੱਲੋਂ ਸੰਸਾਰ ਅਮਨ ਦੀ ਲਹਿਰ, ਖਾਸ ਕਰਕੇ ਤੀਜੀ ਦੁਨੀਆ ਦੇ ਦੇਸ਼ਾਂ 'ਚ ਬੜੇ ਉੱਦਮ ਤੇ ਉਤਸ਼ਾਹ ਨਾਲ ਖੜੀ ਕਰਨ ਦੇ ਉਪਰਾਲਿਆਂ, ਖੱਬੀ ਧਿਰ ਦੀਆਂ ਲੋਕ ਪੱਖੀ ਸਰਗਰਮੀਆਂ, ਧਰਨੇ, ਮੁਜ਼ਾਹਰੇ, ਜਲਸੇ, ਜਲੂਸਾਂ ਆਦਿ ਨੂੰ ਦੇਖਦਿਆਂ ਮੇਰਾ ਝੁਕਾਅ ਕਮਿਊਨਿਸਟ ਪਾਰਟੀ ਵੱਲ ਹੋਇਆ। ਕਾਮਰੇਡਾਂ ਤੋਂ ਦੇਸ਼ ਵਿਦੇਸ਼ ਦੀਆਂ ਵੱਖ-ਵੱਖ ਸਮੱਸਿਆਵਾਂ ਬਾਰੇ ਵਿਸਥਾਰ ਸਹਿਤ ਭਾਸ਼ਣ ਨੁਮਾ ਘੰਟਿਆਂ ਬੱਧੀ ਗੱਲਾਂ ਸੁਣਦਾ। ਮੇਰੀ ਦਿਲਚਸਪੀ ਵਧੇਰੇ ਜਾਣਕਾਰੀ ਹਾਸਲ ਕਰਨ ਲਈ ਗੂੜ੍ਹੀ ਸ਼ਿੱਦਤ ਵਿੱਚ ਬਦਲਣ ਲੱਗੀ। ਸਮਾਜਵਾਦੀ ਸਾਹਿਤ ਨੂੰ ਸਮਝਣ ਦੀ ਕੋਸ਼ਿਸ਼ ਕਰਦਾ ਤੇ ਆਖਰ ਆਪਣੀ ਉਮਰ ਦੇ 19ਵੇਂ-20ਵੇਂ ਵਰ੍ਹੇ 1974-75 'ਚ ਭਾਰਤੀ ਕਮਿਊਨਿਸਟ ਪਾਰਟੀ ਦਾ ਕਾਰਕੁਨ ਬਣ ਗਿਆ। ਪਿੰਡ ਦੀ ਪਾਰਟੀ ਬ੍ਰਾਂਚ ਤੇ ਬਲਾਕ ਪੱਧਰ ਦੀ ਬ੍ਰਾਂਚ ਦੀਆਂ ਬਾਕਾਇਦਾ ਬੈਠਕਾਂ ਹੁੰਦੀਆਂ। ਕਿਸਾਨਾਂ ਮਜ਼ਦੂਰਾਂ ਦੀਆਂ ਸਮੱਸਿਆ ਉੱਤੇ ਆਮ ਹੀ ਭਰਵੀਂ ਤੇ ਅਮੁੱਕ ਚਰਚਾ ਹੁੰਦੀ। ਮੈਂ ਇਹਨਾਂ 'ਚ ਹਿੱਸਾ ਲੈਂਦਾ। ਗੱਲ ਸਾਂਝੇ ਮਸਲਿਆਂ ਭਾਵ ਬੇਤਹਾਸ਼ਾ ਆਬਾਦੀ, ਵਾਧੇ, ਮਹਿੰਗਾਈ, ਬੇਰੁਜ਼ਗਾਰੀ ਤੋਂ ਅਚਾਨਕ ਤੁਹਾਡੇ ਬੰਦੇ, ਤੁਹਾਡੀ ਬਰਾਦਰੀ, ਤੁਹਾਡੇ ਵਿਹੜੇ ਆਦਿ ਧਰਮੀਆਂ ਆਦਿ ਸ਼ਬਦਾਂ ਉੱਤੇ ਕੇਂਦਰ ਹੋ ਜਾਂਦੀ। ਜਿਵੇਂ ਕੋਈ ਜ਼ਿਮੀਂਦਾਰ ਸਾਥੀ ਸਲਾਹ ਦਿੰਦਾ, ਐਵੇਂ ਨਾ ਗੱਲ ਵਧਾਓ, ਜਾਤ ਨੂੰ ਗੋਲੀ ਮਾਰੋ, ਜਮਾਤ ਦੀ ਗੱਲ ਕਰੋ। ਨਾਲੇ ਜਦੋਂ ਆਰਥਿਕ ਹਾਲਾਤ ਬਰਾਬਰ ਹੋ ਗਏ ਫਿਰ ਜਾਤ ਨੂੰ ਕਿਹਨੇ ਪੁੱਛਣਾ। ਤੇ ਜ਼ਮੀਨ ਦੀ ਹੱਦਬੰਦੀ ਦੀਆਂ ਜਿਹੜੀਆਂ ਗੱਲਾਂ ਚੱਲਦੀਆਂ, ਸਾਡੇ ਉੱਪਰਲੇ ਸਾਥੀਆਂ ਨੂੰ ਇਹਦੇ ਬਾਬਤ ਸਰਕਾਰ ਉੱਤੇ ਦਬਾਅ ਵਧਾਉਣ ਲਈ ਜ਼ੋਰ ਦੇਣਾ ਚਾਹੀਦਾ ਹੈ। ਇੱਕ ਸਰਵਹਾਰਾ ਸਾਥੀ ਨੇ ਵਿੱਚੋਂ ਟੋਕਦਿਆਂ ਆਖਿਆ, ਬਈ ਮੈਂ ਪਾਰਟੀ ਲਾਈਨ ਨਾਲ ਸਹਿਮਤ ਨਹੀਂ ਕਿ ਰਿਜ਼ਰਵੇਸ਼ਨ ਜਾਤ ਦੇ ਆਧਾਰ 'ਤੇ ਹੋਵੇ। ਇਹਦਾ ਆਧਾਰ ਆਰਥਿਕਤਾ ਹੋਣਾ ਚਾਹੀਦਾ ਹੈ, ਨਾਲੇ ਲਿਆਕਤ ਨਾਲ ਜੋੜੇ ਜਾਣ ਦੀ ਲੋੜ ਹੈ। ਸਾਥੀ ਸ਼ਰਮਾ ਨੇ ਜਿਵੇਂ ਮਾਹੌਲ ਦਾ ਰੁਖ ਬਦਲਦਿਆਂ ਕਿਹਾ, ਕਾਮਰੇਡ ਇਹਨਾਂ ਸਰਵਹਾਰਾ ਲੋਕਾਂ ਦੇ ਸਹਾਰੇ ਆਪ ਇਨਕਲਾਬ ਲਿਆਉਣ ਦੇ ਦਾਈਏ ਬਣਦੇ ਆ। ਉਹਨਾਂ ਕੋਲ ਤਾਂ ਮਨੁੱਖੀ ਅਧਿਕਾਰ ਵੀ ਨਹੀਂ। ਸਮਾਜਿਕ ਤੌਰ 'ਤੇ ਅਬਰਾਬਰੀ, ਆਰਥਿਕ ਮੰਦਹਾਲੀ ਤੋਂ ਬਗੈਰ ਉਹਨਾਂ ਪੱਲੇ ਹੈ ਕੀ।
ਉਹਨਾਂ 'ਚੋਂ ਕਿੰਨੇ ਕੁ ਪੜ੍ਹੇ ਲਿਖੇ ਆ, ਕਿੰਨਿਆਂ ਕੁ ਨੂੰ ਨੌਕਰੀਆਂ ਮਿਲ ਗਈਆਂ। ਨਾਲੇ ਸਰਕਾਰ ਨੇ ਨਿਯਮ ਬਣਾਏ ਹੋਏ ਆ, ਕੋਈ ਉਮੀਦਵਾਰ ਸ਼ਰਤਾਂ ਪੂਰੀਆਂ ਕਰੇ ਤਾਂ ਹੀ ਨੌਕਰੀ ਮਿਲਦੀ ਹੈ। ਦੂਜੀ ਗੱਲ, ਭਲਕੇ ਉਹ ਕਹਿਣ ਪਈ ਜ਼ਮੀਨ ਸਾਨੂੰ ਦੇ ਦਿਓ ਅਤੇ ਨੌਕਰੀਆਂ ਤੁਸੀਂ ਲੈ ਲਓ, ਹੁਣ ਦੋਹਰਾ ਗੱਫਾ ਲੈਣਾ ਬੰਦ ਕਰੋ, ਤਾਂ ਤੁਸੀਂ ਕੀ ਕਰੋਗੇ? ਨਾਲੇ ਆਪਾਂ ਸਮਾਜ ਦੀ ਇਕਸਾਰ ਤਰੱਕੀ ਬਾਰੇ ਵਿਚਾਰ ਵਟਾਂਦਰਾ ਕਰਦੇ ਰਹਿੰਦੇ ਹਾਂ। ਮੈਂ ਦਖਲ ਦਿੱਤਾ ਅਤੇ ਮੁੜ ਆਖਿਆ, ਸਮਾਜਿਕ ਬਰਾਬਰੀ ਖਾਤਰ ਅੰਤਰਜਾਤੀ ਜਾਂ ਪਿਆਰ ਵਿਆਹਾਂ ਨੂੰ ਹੱਲਾਸ਼ੇਰੀ ਦਿੱਤੀ ਜਾਣੀ ਚਾਹੀਦੀ ਹੈ। ਬਈ ਪਾਣੀ ਰਿੜਕਣ ਦਾ ਕੋਈ ਫਾਇਦਾ ਨਹੀਂ, ਜੋ ਸੰਭਵ ਨਹੀਂ ਉਹ 'ਤੇ ਵਕਤ ਬਰਬਾਦ ਨਾ ਕਰੋ। ਜ਼ਮੀਨ ਜੱਟ ਦੀ ਜਾਨ ਆ। ਜ਼ਮੀਨ ਦੀ ਹੱਦਬੰਦੀ ਬਾਰੇ ਸੋਚਣ ਦਾ ਕੰਮ ਸਾਡੇ ਲੀਡਰਾਂ ਦਾ, ਹਮਾਂ ਧੂਮਾਂ ਦਾ ਨਹੀਂ। ਇੱਕ ਹੋਰ ਜ਼ਿਮੀਂਦਾਰ ਸਾਥੀ ਬੋਲਿਆ। ਮੁੱਕਦੀ ਗੱਲ ਇਹ ਆ ਵੀ ਬਿਜਲੀ 24 ਘੰਟੇ ਕਰਾਉਣ ਅਤੇ ਖਾਦਾਂ ਉੱਤੇ ਸਬਸਿਡੀ ਵਧਾਉਣ ਲਈ ਭਲਕੇ ਦੇ ਮੁਜ਼ਾਹਰੇ ਲਈ ਤੁਸੀਂ ਆਪਣੇ ਕਿੰਨੇ ਬੰਦੇ ਲਿਜਾਓਗੇ? ਸਾਡਾ ਆਗੂ ਗੱਲ ਸਮੇਟਦਾ। ਇਉਂ ਪਾਰਟੀ ਸਰਗਰਮੀਆਂ 'ਚ ਮੇਰੇ ਬੇਝਿਜਕ ਹੋ ਕੇ ਹਿੱਸਾ ਲੈਣ ਦੇ ਸਿੱਟੇ ਵਜੋਂ 6 ਮਹੀਨਿਆਂ ਦੇ ਅੰਦਰ ਹੀ ਸਮਾਜਿਕ ਵਿਵਸਥਾ ਦੀ ਨੰਗੀ ਅਸਲੀਅਤ ਉਦੋਂ ਸਾਹਮਣੇ ਆ ਗਈ, ਜਦੋਂ ਮੇਰੇ ਪਿੰਡ ਦੇ ਇੱਕ ਪੁਰਾਣੇ ਅਤੇ ਧਾਕੜ ਕਾਮਰੇਡ ਦੇ ਅੰਦਰਲਾ ਜਾਗ ਪਿਆ ਅਤੇ ਉਹ ਪਾਰਟੀ ਛੱਡ ਗਿਆ। ਅੰਮ੍ਰਿਤ ਛੱਕ ਕੇ ਗਾਤਰਾ ਕਮੀਜ਼ ਦੇ ਉੱਤੋਂ ਦੀ ਰੱਖਣ ਲੱਗ ਪਿਆ। ਪਾਰਟੀ ਫਰਮਾਨਾਂ ਮੁਤਾਬਕ ਮੈਂ ਆਪਣੇ ਵਿਹੜੇ ਦੇ ਵੱਧ ਤੋਂ ਵੱਧ ਬੰਦੇ ਲਿਜਾਣ ਲਈ ਕੋਸ਼ਿਸ਼ ਕਰਦਾ, ਪਰ ਜਦੋਂ ਸੋਵੀਅਤ ਸਾਹਿਤ, ਜਿਸ ਦੇ ਲੇਖਕਾਂ 'ਚ ਦੋਸਤੋਵਸਕੀ, ਗੋਗੋਲ, ਸ਼ੋਲੋਖੇਵ, ਚੈਖੋਵ, ਅਕਸਰ ਮੁਖਤਾਰ ਚੰਗੇਜ਼, ਆਇਤਮਾਤੋਵ ਸ਼ਾਮਲ ਹਨ, ਦੇ ਪਾਤਰਾਂ ਅਸਲ ਵਿੱਚ ਬਾਲਸ਼ਵਿਕਾਂ, ਬਹੁਜਨਾਂ ਵੱਲੋਂ ਸੋਵੀਅਤ ਲੋਕਾਂ ਦੀ ਇਕਸਾਰ ਤਰੱਕੀ, ਦੇਸ਼ ਦੀ ਪ੍ਰਗਤੀ ਲਈ ਦਿਨ ਰਾਤ ਇੱਕ ਕਰਨ ਦੇ ਇਮਾਨਦਾਰ ਅਤੇ ਦ੍ਰਿੜ ਇਰਾਦੇ ਦੀ ਮੇਰੇ ਮਨ 'ਚ ਭਾਰਤ ਦੇ ਭੂਮੀਹੀਣ ਮਜ਼ਦੂਰਾਂ, ਧਰਮ ਦੀ ਆੜ ਹੇਠ ਸਮਾਜਿਕ, ਆਰਥਿਕ ਅਤੇ ਸਮਾਜਿਕ ਸਮਾਨਤਾ ਤੋਂ ਵੰਚਿਤ ਕੀਤੀਆਂ ਜਾਤੀਆਂ ਦੀ ਤੁਲਨਾ ਅਕਸਰ ਹੁੰਦੀ ਤਾਂ ਸੋਚਾਂ ਵਿੱਚ ਖਲਬਲੀ ਮਚਦੀ। ਸੋਚਦਾ, ਸੋਵੀਅਤ ਸਮਾਜਾਂ ਵਿੱਚ ਕਿਰਤ ਦੀ ਵੱਡਤਨ, ਸਮੂਹ ਸਮਾਜ ਲਈ ਸਹਿਕਾਰਤਾ, ਸਿਹਤ ਸਿੱਖਿਆ ਲਈ ਸਰਕਾਰੀ ਉਪਰਾਲੇ, ਅਤੇ ਇੱਥੇ ਮਿਹਨਤ ਮਜ਼ਦੂਰੀ ਅਤੇ ਗੰਦਮੰਦ ਦੀ ਸਫਾਈ ਬਦਲੇ ਗੰਦੇ ਮੰਦੇ ਨਫ਼ਰਤ ਭਰੇ ਬੋਲ, ਜਾਤ ਦੇ ਮਿਹਣੇ, ਧੌਲ ਧੱਫਾ ਅਤੇ ਸਭ ਕਾਸੇ ਦੇ ਨਤੀਜੇ ਵਜੋਂ ਕਮੀਆਂ ਨੂੰ ਮਨੁੱਖੀ ਨਾ ਸਮਝਣ ਦੀ ਬੇਈਮਾਨੀ ਨੂੰ ਕਾਇਮ ਰੱਖਣ ਦੀਆਂ ਸਾਜ਼ਿਸ਼ਾਂ ਤੋਂ ਇਲਾਵਾ ਹੈ ਕੀ? ਇਹਨਾਂ ਵਿਚਾਰਾਂ ਨੇ ਮੇਰੀਆਂ ਕਵਿਤਾਵਾਂ ਦੇ ਸਰੋਕਾਰ ਨੂੰ ਹੋਰ ਪ੍ਰਚੰਡ ਕਰ ਦਿੱਤਾ। ਕਿਰਤੀ, ਕਾਮੇ, ਜਾਤ ਵੰਡ, ਅਧਿਕਾਰ ਰਹਿਤ ਲੋਕ ਇਹਨਾਂ ਵਿੱਚ ਵਧੇਰੇ ਥਾਂ ਮੱਲਦੇ ਗਏ। ਸਮਾਜਿਕ ਵਿਵਸਥਾ ਦੇ ਰੋਹ ਵਿਦਰੋਹ ਵਜੋਂ ਮੈਂ ਆਪਣਾ ਨਾਮ ਪਹਿਲਾਂ ਹੀ ਆਪੇ ਬਦਲ ਕੇ ਬਲਬੀਰ ਮਾਧੋਪੁਰੀ ਰੱਖ ਲਿਆ ਸੀ। ਫਿਰ ਵੀ ਸਾਹਿਤ ਤੇ ਸਿਆਸਤ ਵੱਲ ਮੇਰਾ ਝੁਕਾਅ ਵੱਡੇ ਛੜੱਪੇ ਮਾਰ ਕੇ ਵਧਣ ਲੱਗਾ। ਬਠਿੰਡਾ ਪਾਰਟੀ ਕਾਂਗਰਸ, ਦਿੱਲੀ, ਚੰਡੀਗੜ੍ਹ, ਪਟਿਆਲਾ, ਜਲੰਧਰ ਦੇ ਜਲਸੇ ਜਲੂਸਾਂ ਵਿੱਚ ਸਾਥੀਆਂ ਨਾਲ ਜਾਣਾ, ਹਮਦਰਦਾਂ ਨੂੰ ਭਰਵੀਂ ਗਿਣਤੀ ਵਿੱਚ ਲਿਜਾਣਾ ਮਨ ਨੂੰ ਸਕੂਨ ਦਿੰਦਾ। ਲੋਕਾਂ ਦੇ ਹੜ ਹੱਥਾਂ ਵਿੱਚ ਲਾਲ ਝੰਡੇ ਦੇਖ ਹੌਸਲਾ ਤੇ ਪ੍ਰੇਰਨਾ ਮਿਲਦੇ। ਅਸੀਂ ਇਹਨਾਂ ਜਲਸੇ ਜਲੂਸਾਂ 'ਚ ਜੋਸ਼ ਨਾਲ ਨਾਅਰੇ ਲਾਉਂਦੇ। ਇੰਦਰਾ ਗਾਂਧੀ ਦਾ ਦੇਖੋ ਖੇਲ, ਇੱਕ ਜਣਾ ਬੋਲਦਾ, ਖਾ ਗਈ ਬਿਜਲੀ, ਪੀ ਗਈ ਤੇਲ, ਬਾਕੀ ਅੱਗੋਂ ਬੋਲਦੇ। ਜਿੱਥੇ ਖੂਨ ਮਜ਼ਦੂਰ ਦਾ ਡੁੱਲੂ, ਇੱਕ ਸਾਥੀ ਨਾਅਰਾ ਮਾਰਦਾ, ਉੱਥੇ ਨਾਲ ਹਨੇਰੀ ਝੁੱਲੂ, ਸਾਰੇ ਸਾਥੀ ਜਵਾਬ ਵਿੱਚ ਬੋਲਦੇ। ਕਾਂਗਰਸ ਤੇ ਅਕਾਲੀਆਂ ਵਿਰੁੱਧ ਅਸੀਂ ਹੇਠਲੇ ਕਾਰਕੁਨ ਤਿੱਖੀ ਸੁਰ 'ਚ ਗੱਲ ਕਰਦੇ। ਅਕਾਲੀਆਂ ਨੂੰ ਫਿਰਕੂ ਤੇ ਕਾਂਗਰਸੀਆਂ ਨੂੰ ਸਰਮਾਏਦਾਰਾਂ ਦੀ ਪਾਰਟੀ ਕਹਿ ਕੇ ਲੰਮੀਆਂ ਟਿੱਪਣੀਆਂ ਕਰਦੇ, ਤੇ ਕਈ ਲੋਕ ਸਾਨੂੰ ਸਿਰ ਫਿਰੇ ਨਾਸਤਿਕ ਕਹਿੰਦੇ। ਤਣਾਅ ਵੱਧਦਾ ਅਤੇ ਮਨ ਮੁਟਾਵਾ ਵੀ ਹੋ ਜਾਂਦਾ। ਗੱਲ ਕੀ? ਅਸੀਂ ਪਾਰਟੀ ਲਾਈਨ ਉੱਤੇ ਠੋਕ ਕੇ ਪਹਿਰਾ ਦਿੰਦੇ। ਸਰਬ ਭਾਰਤ ਨੌਜਵਾਨ ਸਭਾ ਵੱਲੋਂ ਬੰਤ ਬਰਾੜ ਤੇ ਤਾਰਾ ਸਿੰਘ ਸੰਧੂ ਜਲੰਧਰ, ਭੋਗਪੁਰ ਤੇ ਤਹਿਸੀਲ ਪੱਧਰ ਉੱਤੇ ਸਾਡੀ ਸਕੂਲਿੰਗ ਕਰਦੇ। ਭਾਰਤੀ ਕਮਿਊਨਿਸਟ ਪਾਰਟੀ ਵੱਲੋਂ ਐਮਰਜੈਂਸੀ, ਬੈਂਕਾਂ ਦੇ ਰਾਸ਼ਟਰੀਕਰਨ, ਰਾਜਿਆਂ ਮਹਾਰਾਜਿਆਂ ਦੇ ਭੱਤਿਆਂ ਉੱਤੇ ਪਾਬੰਦੀ, ਜ਼ਮੀਨ ਦੀ ਹੱਦਬੰਦੀ ਬਾਰੇ ਕਾਨੂੰਨ, ਸੋਵੀਅਤ ਯੂਨੀਅਨ ਨਾਲ ਹੋਰ ਗੂੜੇ ਰਿਸ਼ਤੇ, ਗੁੱਟ ਨਿਰਲੇਪ ਦੇਸ਼ਾਂ ਦੀ ਜਥੇਬੰਦੀ ਰਾਹੀਂ ਸੰਸਾਰ ਅਮਨ ਦੀ ਸਲਾਮਤੀ ਵਾਸਤੇ ਭਾਰਤ ਦੀ ਮੋਹਰੀ ਭੂਮਿਕਾ ਜਿਹੇ ਸਮਾਜਵਾਦੀ ਕਾਰਜਾਂ ਸਦਕਾ ਕਾਂਗਰਸ ਨੂੰ ਭਰਵੇਂ ਸਹਿਯੋਗ ਤੇ ਸਮਰਥਨ ਨਾਲ ਪਾਰਟੀ ਅੰਦਰ ਕੁਝ ਮਤਭੇਦ ਉੱਭਰੇ। ਪਾਰਟੀ ਵਿੱਚ ਜਮਹੂਰੀਅਤ ਕਾਰਨ ਆਲੋਚਨਾ ਹੋਈ ਤੇ ਆਪਣੇ ਅੰਦਰ ਝਾਤੀ ਮਾਰਨ ਦੀ ਗੱਲ ਤੁਰੀ। ਪਰ ਮੈਂ ਆਪਣੀ ਧੁਨ ਵਿੱਚ ਪੂੰਜੀਵਾਦੀ ਮੁਲਕਾਂ ਦੇ ਸਰਦਾਰ ਅਮਰੀਕਾ ਖਿਲਾਫ ਕਵਿਤਾਵਾਂ ਲਿਖ ਕੇ ਆਪਣੀ ਭੜਾਸ ਕੱਢਦਾ, ਜਿਵੇਂ ਮੈਂ ਜ਼ਿੰਦਗੀ ਦੇ ਫਿਕਰਾਂ ਨਾਲ ਲੈਸ ਹਾਂ, ਇੰਝ ਡੀਗੋ ਗਾਰਸ਼ੀਆ ਜਿਵੇਂ ਹਥਿਆਰਾਂ ਨਾਲ। ਮੇਰਾ ਤਨ ਮਨ ਉਸ ਕੋਲ ਹੈ ਇਸ ਤਰ੍ਹਾਂ, ਅਮਰੀਕਾ ਕੋਲ ਜਿਵੇਂ ਗਿਰਵੀ ਪਾਕਿਸਤਾਨ। ਅਜਿਹੀਆਂ ਕਵਿਤਾਵਾਂ ਨਵਾਂ ਜ਼ਮਾਨਾ ਤੇ ਹੋਰ ਅਖਬਾਰਾਂ 'ਚ ਛਪਦੀਆਂ। ਰੂਸੀ ਸਾਹਿਤ ਵਿੱਚੋਂ ਪੰਜਾਬੀ 'ਚ ਕੀਤਾ ਅਨੁਵਾਦ ਵੀ ਕਦੀ ਕਦਾਈ ਛਪ ਜਾਂਦਾ।
सेरेबरियाकोव ਦੀ ਪੁਸਤਕ ਪੰਜਾਬੀ ਸਾਹਿਤ ਤੇ ਗੁਰੂ ਨਾਨਕ ਲੇਖ ਸੰਗ੍ਰਹਿ ਮਾਸਕੋ ਪ੍ਰਗਤੀ ਪ੍ਰਕਾਸ਼ਨ ਨੇ ਮੇਰੇ ਦ੍ਰਿਸ਼ਟੀਕੋਣ ਨੂੰ ਨਿਖਾਰਨ 'ਚ ਪਾਏਦਾਰ ਮਦਦ ਕੀਤੀ। ਮੇਰੀਆਂ ਸਾਹਿਤਿਕ ਸਰਗਰਮੀਆਂ ਨੂੰ ਹੁਲਾਰਾ ਮਿਲਿਆ ਜਦੋਂ ਭਾਈਏ ਵੱਲੋਂ ਮੇਰੀ ਅਗਲੇਰੀ ਪੜ੍ਹਾਈ ਬਾਰੇ ਹੱਥ ਖੜੇ ਕਰਨ ਦੇ ਬਾਵਜੂਦ ਮੈਂ ਕਹਿ ਕਹਾ ਕੇ ਲਾਇਲਪੁਰ ਖਾਲਸਾ ਕਾਲਜ ਜਲੰਧਰ ਦੇ ਪੰਜਾਬੀ ਵਿਭਾਗ 'ਚ MA ਦਾ ਦਾਖਲਾ ਲੈ ਲਿਆ। ਇਸ ਪਿੱਛੇ ਮੇਰੀ ਦਲੀਲ ਸੀ ਕਿ ਬਖਸ਼ੀ ਪਿਛਲੇ ਤਕਰੀਬਨ 3 ਸਾਲਾਂ ਤੋਂ ਦਿੱਲੀ ਪੁਲਿਸ ਵਿੱਚ ਹੈ ਤੇ ਅਸੀਂ ਸਾਰੇ ਆਪੋ ਆਪਣੀ ਥਾਂ ਕੰਮ ਕਰਦੇ ਹਾਂ। ਖੈਰ, ਕਾਲਜ ਦਾ ਮਾਹੌਲ ਅਤਿਅੰਤ ਸਾਜ਼ਗਾਰ, ਅਧਿਆਪਕ ਪ੍ਰਗਤੀਵਾਦੀ ਵਿਚਾਰਾਂ ਦੇ ਧਾਰਨੀ ਤੇ ਮਿਲਾਪੜੇ, ਜਿਵੇਂ ਟਾਂਡਾ ਕਾਲਜ 'ਚ ਪ੍ਰੋਫੈਸਰ ਦੀਦਾਰ ਸਿੰਘ 1954 'ਚ ਲਿਖੀ ਲੂਣਾ ਦੇ ਕਵੀ ਤੇ ਕਾਵ ਨਾਟਕਕਾਰ ਵਿਦਿਆਰਥੀਆਂ ਅੰਦਰ ਸਾਹਿਤਿਕ ਤੇ ਸੱਭਿਆਚਾਰਕ ਚੇਤਕ ਨੂੰ ਕਾਇਮ ਰੱਖਣ ਦਾ ਉਪਰਾਲਾ ਕਰਦੇ ਸਨ। ਮੈਨੂੰ ਮਿਸਟਰ ਦੀਪ ਭਾਟੀਆ ਅਤੇ ਹੋਰਾਂ ਨੂੰ ਕਵਿਤਾ ਮੁਕਾਬਲਿਆਂ 'ਚ ਹਿੱਸਾ ਲੈਣ ਲਈ ਦੂਜੇ ਕਾਲਜਾਂ 'ਚ ਭੇਜਦੇ ਸਨ। ਖਾਲਸਾ ਕਾਲਜ ਪੜ੍ਹਦਿਆਂ ਮੇਰੀ ਜ਼ਿੰਦਗੀ ਦਾ ਉਹ ਇਤਿਹਾਸਿਕ ਦਿਨ ਹੋਰ ਨਿਬੜਿਆ ਜਿਸ ਦਿਨ ਓਪਨ ਏਅਰ ਥੀਏਟਰ 'ਚ ਹੋਏ ਕਵੀ ਦਰਬਾਰ 'ਚ ਪਾਸ਼, ਸੰਤ ਰਾਮ ਉਦਾਸੀ ਤੇ ਹੋਰ ਜੁਝਾਰੂ ਕਵੀਆਂ ਨੇ ਕਵਿਤਾਵਾਂ ਪੜ੍ਹੀਆਂ ਤੇ ਵਿਭਾਗ ਵੱਲੋਂ ਮੈਂ ਇਸ 'ਚ ਸ਼ਾਮਲ ਹੋਇਆ ਸੀ। ਦੂਜਾ, ਜਲੰਧਰ ਸਾਹਿਤ ਤੇ ਸਿਆਸਤ ਦਾ ਗੜ੍ਹ ਮੇਰੇ ਪੂਰੀ ਤਰ੍ਹਾਂ ਰਾਸ। ਵਜ੍ਹਾ ਪੰਜਾਬੀ, ਹਿੰਦੀ, ਉਰਦੂ 'ਚ ਛਪਦੇ ਅਖਬਾਰ, ਰਸਾਲੇ, ਰੇਡੀਓ ਸਟੇਸ਼ਨ ਤੇ ਦੂਰਦਰਸ਼ਨ ਕੇਂਦਰ ਦੀ ਹੋਂਦ, ਰੂਸੀ ਲੇਖਕਾਂ ਤੇ ਸਿਆਸਤਦਾਨਾਂ ਦੇ ਵਫਦਾਂ ਦੀ ਆਮਦ, ਕਾਮਰੇਡ ਜਗਜੀਤ ਸਿੰਘ ਆਨੰਦ ਵੱਲੋਂ ਉਹਨਾਂ ਦੇ ਵਿਚਾਰਾਂ ਦਾ ਪੰਜਾਬੀ 'ਚ ਤਰਜਮਾ ਤੇ ਜੋਸ਼ ਵਿੱਚ ਲੋਕਾਂ ਦੀਆਂ ਲੰਮੀਆਂ ਤਾੜੀਆਂ। ਇਹ ਦੇਖਦਿਆਂ ਸੁਣਦਿਆਂ ਮਨ ਇਨਕਲਾਬ ਖਾਤਰ ਸਿਰ ਤਲੀ ਤੇ ਧਰਨ ਨੂੰ ਕਰਦਾ। ਸਰਦੀਆਂ ਦੇ ਇੱਕ ਨਿੱਖਰੇ ਦਿਨ ਦੀਆਂ ਤਰਕਾਲਾਂ ਨੂੰ ਦੇਸ਼ ਭਗਤ ਯਾਦਗਾਰ ਹਾਲ ਦੇ ਹਰੇ ਭਰੇ ਲੌਨ 'ਚ ਸ੍ਰੀ ਇੰਦਰ ਕੁਮਾਰ ਗੁਜਰਾਲ ਸੋਵੀਅਤ ਸੰਘ ਵਿੱਚ ਭਾਰਤ ਦੇ ਰਾਜਦੂਤ ਨੂੰ ਲੋਕਾਂ ਨੇ ਘੰਟਿਆਂ ਬੱਧੀ ਉਡੀਕਿਆ। ਮੌਸਮ ਦੀ ਖਰਾਬੀ, ਜਹਾਜ਼ ਤਾਸ਼ਕੰਦ ਤੋਂ ਅੰਮ੍ਰਿਤਸਰ ਪਹੁੰਚਣ 'ਚ ਦੇਰ ਦੱਸੀ ਗਈ। ਲੈਨਿਨ ਕੱਟ ਦਾੜੀ ਵਾਲੀ ਪ੍ਰਭਾਵਸ਼ਾਲੀ ਸ਼ਖਸੀਅਤ ਤੋਂ ਸੋਵੀਅਤ ਸੰਘ ਬਾਰੇ ਗੱਲਾਂ ਸੁਣਦਿਆਂ ਹੈਰਾਨੀ ਹੁੰਦੀ। ਮਜ਼ਦੂਰਾਂ ਦੀ ਤਾਨਾਸ਼ਾਹੀ ਤਹਿਤ ਜਮਹੂਰੀਅਤ ਵਫਦ 'ਚ ਆਏ ਰੂਸੀ ਲੇਖਕਾਂ ਚਿੰਤਕਾਂ ਦੇ ਖਿਆਲ ਮਨ ਨੂੰ ਟੁੰਬਦੇ। ਅਜਿਹਾ ਸਿਲਸਿਲਾ ਲਗਾਤਾਰ ਚੱਲਦਾ। ਸੋਚਾਂ ਆਉਂਦੀਆਂ, ਸੋਵੀਅਤ ਸੰਘ ਵਰਗਾ ਰਾਜਸੀ ਸਰਕਾਰੀ ਪ੍ਰਬੰਧ ਸਾਡੇ ਦੇਸ਼ 'ਚ ਛੇਤੀ ਤੋਂ ਛੇਤੀ ਹੋ ਜਾਵੇ, ਆਰਥਿਕ ਬਰਾਬਰੀ ਕਿਸੇ ਜਾਦੂ ਵਾਂਗ ਆ ਜਾਏ ਤੇ ਜਾਤ ਦੇ ਧੱਬੇ ਜਮਾਤ ਦੇ ਰੂਪ ਸਰੂਪ ਤੋਂ ਹਮੇਸ਼ਾ ਲਈ ਲੱਥ ਜਾਣ। ਸਾਰੇ ਲੋਕ ਹੱਥੀਂ ਕੰਮ ਕਰਨ, ਨਾ ਕੋਈ ਕਿਸੇ ਦਾ ਹੱਕ ਮਾਰੇ, ਨਾ ਹੀ ਕੋਈ ਕਮੀਆਂ ਕਿਰਤੀਆਂ, ਨਿਮਨ ਤੇ ਅਛੂਤਾਂ ਉੱਤੇ ਦਬਦਬਾ ਜਾਂ ਧੌਂਸ ਜਮਾ ਕੇ ਰੱਖੇ। ਸਾਡੇ ਵਿਹੜੇ ਆ ਕੇ ਬੱਕਰੇ ਬੁਲਾਉਂਦੇ ਜ਼ਿਮੀਂਦਾਰਾਂ ਦੀ ਸੋਚ ਤੇ ਵਿਹਾਰ ਵਿੱਚ ਤਬਦੀਲੀ ਤੁਰਤ ਆ ਜਾਵੇ। ਘੜੇ ਦੀ ਮੱਛੀ ਦਾਲ ਬਰੋਬਰ ਮੁਰਗੀ ਤੇ ਚਮਾਰੀ ਜਿੱਥੇ ਦੇਖੀ ਉੱਥੇ ਵਰਗੀਆਂ ਹੋਛੀਆਂ ਸਮਾਜਿਕ ਧਾਰਨਾਵਾਂ ਤੋਂ ਪਿੱਛਾ ਛੁੱਟ ਜਾਵੇ ਤੇ ਗਰੀਬਾਂ ਕਮੀਆਂ ਦਾ ਆਦਰ ਸਤਿਕਾਰ। ਮੇਰੀਆਂ ਸਾਹਿਤਿਕ ਤੇ ਸਿਆਸੀ ਸਰਗਰਮੀਆਂ ਦਾ ਦਾਇਰਾ ਹੋਰ ਮੋਕਲਾ ਹੋ ਗਿਆ ਜਦੋਂ 1978 'ਚ ਭਾਰਤੀ ਖੁਰਾਕ ਨਿਗਮ FCI 'ਚ ਭਰਤੀ ਹੋ ਗਿਆ ਤੇ ਅਗਲੇ ਸਾਲੇ ਦੀ ਯੂਨੀਅਨ ਦਾ ਜ਼ਿਲ੍ਹਾ ਜਨਰਲ ਸਕੱਤਰ ਚੁਣਿਆ ਗਿਆ, ਉਹ ਵੀ ਬਹੁਤ ਸਾਰੀਆਂ ਵੋਟਾਂ ਦੇ ਫਰਕ ਨਾਲ। ਇਸ ਪਿੱਛੇ ਮੁਲਾਜ਼ਮਾਂ ਦੀ ਯੂਨੀਅਨ ਵਿੱਚ ਪਾਰਟੀ ਦੇ ਕਾਰਕੁਨਾਂ ਤੇ ਹਮਦਰਦਾਂ ਦਾ ਹੋਣਾ ਸਪਸ਼ਟ ਦਿਖਾਈ ਦਿੰਦਾ ਸੀ। ਮੈਨੂੰ ਆਪਣੀ ਲਿਆਕਤ ਬਾਰੇ ਕੋਈ ਭੁਲੇਖਾ ਹੈ ਹੀ ਨਹੀਂ ਸੀ। ਭੁਲੱਥ, ਜ਼ਿਲ੍ਹਾ ਕਪੂਰਥਲਾ ਵਿਖੇ ਇਸ ਜਨਤਕ ਅਦਾਰੇ ਵਿੱਚ ਬੇਸ਼ੁਮਾਰ ਤਲਖ ਤਜਰਬੇ ਹੋਏ। ਕਣਕ, ਚੌਲਾਂ ਤੇ ਝੋਨੇ ਦੇ ਭਰੇ ਟਰੱਕ ਆਉਂਦੇ, ਗੋਦਾਮਾਂ ਅੰਦਰ ਲੈਂਦੇ ਤੇ ਫਿਰ ਇੱਥੋਂ ਜਾਂਦੇ। ਅਨਾਜ ਦੇ ਵੱਡੇ ਉੱਚੇ ਚੱਕਿਆਂ ਨੂੰ ਸਕਿੰਟਾਂ ਵਿੱਚ ਹੇਠਾਂ ਸੁੱਟ ਲਿਆ ਜਾਂਦਾ ਤੇ ਫਿਰ ਬੋਰੀਆਂ ਬਣਾਈਆਂ ਜਾਂਦੀਆਂ। ਮੈਨੂੰ ਅਕਸਰ ਆਖਿਆ ਜਾਂਦਾ, ਕਾਮਰੇਡ ਐਸ਼ ਕਰ, ਤੂੰ ਪੜ੍ਹ ਲਿਖ ਲਾ, ਕੰਮ ਚੱਲੀ ਜਾਂਦਾ। ਬਣਾਈਆਂ ਹੋਈਆਂ ਬੋਰੀਆਂ ਸ਼ਾਮ ਨੂੰ ਜੇਬਾਂ 'ਚ ਪੈ ਜਾਂਦੀਆਂ। ਗੱਲਾਂ ਤੁਰਦੀਆਂ ਤੁਰਦੀਆਂ ਮੇਰੇ ਤੱਕ ਪਹੁੰਚਦੀਆਂ। ਕਾਮਰੇਡ ਨੂੰ ਕਿਸੇ ਤਰ੍ਹਾਂ ਕਾਣਾ ਕਰੋ, ਪੈਸੇ ਨਹੀਂ ਲੈਂਦਾ ਹੈਗਾ, ਸ਼ਰਾਬ ਨਹੀਂ ਪੀਂਦਾ ਹੈਗਾ, ਹੋਰ ਨਹੀਂ ਤਾਂ ਕਿਸੇ ਬਾਜੀਗਰਨੀ ਨੂੰ ਮਗਰ ਪਾ ਦਿਓ। ਡੂੰਘੀ ਸ਼ਾਮ ਨੂੰ ਥਕੇਵਾਂ ਲਾਉਣ ਲਈ ਮਹਿਫਿਲ ਜੁੜਦੀ, ਲਤੀਫੇਬਾਜ਼ੀ ਹੁੰਦੀ, ਜਿਹਦਾ ਕੇਂਦਰ ਬਿੰਦੂ ਔਰਤ ਹੁੰਦੀ। ਕਈ ਇਹਨਾਂ ਔਰਤਾਂ ਦਾ ਜ਼ਿਕਰ ਹੁੰਦਾ ਜੋ ਗੋਦਾਮ ਅੰਦਰ ਕੰਮ ਕਰਨ ਆਉਂਦੀਆਂ। ਮੇਰੇ ਦਿਲ 'ਤੇ ਛੁਰੀ ਫਿਰਦੀ, ਜਿਵੇਂ ਕਣਕ ਜਾਂ ਚੌਲਾਂ ਦਾ ਚੱਕਾ ਸੁੱਟਣ ਲਈ ਫੇਰੀ ਜਾਂਦੀ। ਮਨ ਵਿੱਚ ਉਹਨਾਂ ਔਰਤਾਂ ਦਾ ਸ਼ੌਕ ਤੇ ਮਜਬੂਰੀ ਆਪਸ ਵਿੱਚ ਬਾਰ-ਬਾਰ ਬਦਲਦੇ। ਨਤੀਜੇ ਵਜੋਂ ਗੋਦਾਮ ਅੰਦਰ ਕੰਮ ਕਰਨ ਆਉਂਦੀਆਂ ਔਰਤਾਂ ਨੂੰ ਮੈਂ ਸਮਝਾਉਂਦਾ ਕਿ ਇੱਜ਼ਤ ਨਾਲ ਰਹਿੰਦਿਆਂ ਕਿਵੇਂ ਰਹਿਣਾ ਬਹਿਣਾ ਹੈ। ਸਮਝਾਤਾ ਆਪਣੀਆਂ ਮਾਵਾਂ ਭੈਣਾਂ ਨੂੰ। ਇੱਕ ਦਿਨ ਚੱਕੇ ਉਹਲਿਓਂ ਅਚਾਨਕ ਨਿਕਲੇ ਮੁਲਾਜ਼ਮ ਸਾਥੀ ਨੇ ਮੈਨੂੰ ਟਿੱਚਰ ਕਰਦਿਆਂ ਕਿਹਾ,
ਹਾਂ, ਹਾਲਾਤ ਦਾ ਨਜਾਇਜ਼ ਫਾਇਦਾ ਉਠਾਉਣ ਵਾਲਿਆਂ ਦੇ ਖਿਲਾਫ ਕੁਝ ਕਰਨਾ ਹੀ ਪਊਗਾ। ਨਾ ਗੱਲ ਬਣੇ ਤਾਂ ਮਾਂ ਭੈਣ ਬਣਾ ਲਓ। ਬੱਲਿਓ ਤੁਹਾਡੇ ਵੱਡੇ ਕਾਮਰੇਡੋ। ਤੁਹਾਡੀ ਯੂਨੀਅਨ ਦਾ ਜਿਹੜਾ ਬੜਾ ਲੀਡਰ ਬਣਿਆ ਫਿਰਦਾ, ਉਹਦੀਆਂ ਕਰਤੂਤਾਂ ਕਿਤੋਂ ਗੁੱਝੀਆਂ? ਢਕੀਆਂ ਰਹਿਣ ਦੇ, ਮੈਨੂੰ ਅੱਖਾਂ ਲਾਲ ਕਰਕੇ ਦਿਖਾਉਣ ਦੀ ਲੋੜ ਨਹੀਂ। ਉਹਨੇ ਮੂੰਹ 'ਤੇ ਰੁਮਾਲ ਫੇਰਨ ਤੇ ਦਾੜੀ ਨੂੰ ਸਵਾਰਨ ਪਿੱਛੋਂ ਫੇਰ ਕਿਹਾ, ਤੂੰ ਅਜੇ ਨਵਾਂ ਹੋਰ 2 ਸਾਲਾਂ ਨੂੰ ਤੂੰ ਆਪੇ ਹੀ ਇਸ ਲੀਹੇ ਤੁਰ ਪੈਣਾ। ਆਪਣੇ ਯੂਨੀਅਨ ਪ੍ਰਧਾਨ ਬਾਰੇ ਸੁਣ ਕੇ ਮੇਰੀ ਜ਼ਬਾਨ ਨੂੰ ਤਾਲਾ ਲੱਗ ਗਿਆ, ਜਿਵੇਂ ਗੋਦਾਮ ਦਾ ਸ਼ਟਰ ਇੱਕ ਫੁਰਤੀਲੇ ਝਟਕੇ ਨਾਲ ਬੰਦ ਕਰ ਦਿੱਤਾ ਗਿਆ ਸੀ। ਮੈਂ ਦੰਦ ਪੀਹ ਕੇ ਤੇ ਕੱਚਾ ਜਿਹਾ ਹੋ ਕੇ ਰਹਿ ਗਿਆ। ਮਹਿਫਿਲ ਦਾ ਦੂਜਾ ਪੜਾਅ ਸ਼ੁਰੂ ਹੁੰਦਾ ਜਦੋਂ ਅੰਦਰ ਗਈ ਆਪਣਾ ਜਲਵਾ ਦਿਖਾਉਂਦੀ। ਦਿਨ ਵੇਲੇ ਦੇ ਚੰਗੇ ਭਲੇ ਬੰਦਿਆਂ ਵਿੱਚ ਸ਼ਾਮ ਨੂੰ ਜਿਵੇਂ ਉਹਨਾਂ ਅੰਦਰ ਕੋਈ ਹੋਰ ਬੋਲਣ ਲੱਗ ਪੈਂਦਾ। ਜੱਟ ਦੇ ਹੱਥ ਨਹੀਂ ਲੱਗੇ ਹਾਲੇ। ਜੱਟ ਟੁੱਟ ਸਕਦਾ, ਲਿਫ ਨਹੀਂ ਸਕਦਾ। ਜੱਟ ਨਾਲ ਪੰਗਾ ਲਿਆ ਤਾਂ ਮਹਿੰਗਾ ਪਊ। ਜੱਟ ਤੁਹਾਡੇ ਵਰਗੀ ਲੁੰਡੀ ਬੁੱਚੀ ਨੂੰ ਟਿੱਚ ਸਮਝਦਾ ਹੈਗਾ। ਇੱਥੇ ਤਾਂ ਐਸ਼ ਕਰਨ ਆਈਦਾ। 25 ਘੁਮਾ ਪੈਲੀ ਆ ਜੱਟ ਦੀ। ਇਉਂ ਦੀਆਂ ਨਿੱਤ ਦੀਆਂ ਯਬਲੀਆਂ ਤੋਂ ਤੰਗ ਪਰੇਸ਼ਾਨ ਹੋ ਕੇ ਇੱਕ ਦਿਨ ਮੈਂ ਕਿਹਾ, ਸਾਹਿਬ ਜੇ ਇਹਨਾਂ ਸ਼ਬਦਾਂ ਦੀ ਬਾਰ-ਬਾਰ ਰੱਟ ਨਾ ਲਾਓ ਤਾਂ ਚੰਗਾ ਹੈ, ਨਾਲੇ ਇੰਨੇ ਪੜ੍ਹੇ ਲਿਖੇ ਹੋ। ਕਾਮਰੇਡ ਤੇਰੀ ਗੱਲ ਠੀਕ ਹੈਗੀ, ਪਰ ਜੱਟ ਸ਼ਬਦ ਮੂੰਹ ਚੜ੍ਹਿਆ ਹੈਗਾ, ਨਾਲੇ ਸੁਭਾਅ ਹੀ ਬਣ ਗਿਆ ਹੋਇਆ ਹੈਗਾ, ਸਾਹਿਬ ਨੇ ਵਿੱਚੋਂ ਟੋਕਦਿਆਂ ਆਖਿਆ। ਥੋੜ੍ਹੇ ਕੁ ਦਿਨਾਂ ਬਾਅਦ ਮੇਰੇ ਬਿਆਨ ਦੀ ਮੈਨੂੰ ਸਜ਼ਾ ਮਿਲ ਗਈ। ਦੂਰ ਦੀ ਬਦਲੀ ਦੀ ਸ਼ਕਲ ਵਿੱਚ ਮੇਰਾ ਪੈਂਡਾ ਹੋਰ ਵੱਧ ਗਿਆ। ਸਾਈਕਲ ਉੱਤੇ 35 ਕਿਲੋਮੀਟਰ ਜਾਣ ਤੇ 35 ਕਿਲੋਮੀਟਰ ਆਉਣ। ਘਰ ਨੂੰ ਹਫ਼ਤੇ 'ਚ 1-2 ਵਾਰ ਗੇੜਾ ਲੱਗਦਾ। ਮੇਰੇ ਲਈ ਇਸ ਨਵੇਂ ਇਲਾਕੇ 'ਚ ਨਾ ਕਿਸੇ ਨਾਲ ਜਾਣ ਨਾ ਪਛਾਣ। ਦੂਜਾ ਦਰਜਾ ਮੁਲਾਜ਼ਮ, ਫੌਜੀ ਬੇਲਾ ਸਿੰਘ ਹੀ ਮੇਰਾ ਸੰਗੀ ਸਾਥੀ। ਖਰਚਾ ਹੋਰ ਵੱਧ ਗਿਆ। ਘਰ ਦੇ ਸੋਚਦੇ ਖਬਰੇ ਕਿਹੜੇ ਕੰਮੀ ਤਨਖਾਹ ਰੁੜੀ ਜਾਂਦਾ। ਲੋਕ ਤਾਂ ਮੰਡੀ 'ਚੋਂ ਲੁੱਟ ਪਾ ਕੇ ਮੁੜਦੇ ਆ ਤੇ ਤੂੰ। ਇੱਕ ਦਿਨ ਭਾਈਏ ਨੇ ਪੁੱਛ ਹੀ ਲਿਆ। ਮੈਂ ਚੁੱਪ ਰਿਹਾ। ਉਹਨੇ ਫਿਰ ਦੱਸਿਆ, ਨਡਾਲੇ ਬੇਗੋਵਾਲ ਦੀਆਂ ਤੀਵੀਆਂ ਵੈਲੀ ਆ, ਬੰਦਿਆਂ ਲਈ ਖੁਦ ਸ਼ਰਾਬ ਕਬਾਬ ਖਰੀਦ ਕੇ ਲਿਆਉਂਦੀਆਂ। ਜ਼ਰਾ ਸੰਭਲ ਕੇ ਰਹਿਣਾ। ਜਿਵੇਂ ਕਿਵੇਂ 2 ਸੀਜ਼ਨ ਮੈਂ ਝੋਨਾ ਮੰਡੀ ਕੱਟੇ, ਫਿਰ ਵੀ ਪੈਰ ਨਾ ਲੱਗਣ ਦਿੱਤੇ ਤੇ ਗੋਦਾਮ ਇੰਚਾਰਜ ਬਣਾ ਕੇ ਭੁਲੱਥ ਤੋਂ ਦੂਰ ਫੇਰ ਭੇਜਤਾ। ਰੁਝੇਵਾਂ ਇੰਨਾ ਕਿ ਪਲ ਭਰ ਵੀ ਵੇਲ ਨਾ ਲੱਗਦਾ, ਸਿਵਾਏ ਲੜਨ ਝਗੜਨ ਦੇ। ਜਦੋਂ ਝੋਨੇ ਦੀਆਂ ਘੱਟ ਲਿਆਂਦੀਆਂ ਬੋਰੀਆਂ ਦਾ ਮੈਨੂੰ ਪਤਾ ਲੱਗ ਜਾਂਦਾ, ਗੱਲ ਜਿਵੇਂ ਅਜੇ ਵੀ ਨਾ ਮੁੱਕੀ ਹੋਵੇ। ਹੁਣ ਮੇਰੀ ਡਿਊਟੀ ਅਕਸਰ ਕਰਤਾਰਪੁਰ ਰੇਲ ਹੈੱਡ ਉੱਤੇ ਅਨਾਜ ਦੀ ਲਦਾਈ ਲਈ ਲੱਗਦੀ, ਪਿੰਡ ਤੋਂ 50 ਕਿਲੋਮੀਟਰ ਦੂਰ। ਨੌਕਰੀ ਕੀ ਤੇ ਨਖਰਾ ਕੀ ਨੂੰ ਮੈਂ ਆਪਣੀ ਜ਼ਿੰਦਗੀ 'ਚ ਢਾਲ ਲਿਆ। ਜਦੋਂ ਕੋਈ ਚੌਲ ਕਣਕ ਚੋਰੀ ਕਰਕੇ ਦੌੜ ਜਾਂਦਾ, ਮੈਂ ਉਹਦਾ 2-2 ਕਿਲੋਮੀਟਰ ਤੱਕ ਪਿੱਛਾ ਕਰਦਾ। ਇਹਨਾਂ ਦਾ ਪਿੱਛਾ ਨਾ ਕਰਿਆ ਕਰ, ਕਰਨਾ ਤਾਂ ਇਹਨਾਂ ਦਾ ਕਰਿਆ ਕਰ। ਇੱਕ ਦਿਨ ਮੇਰੇ ਵੱਲੋਂ ਦੂਰੋਂ ਫੜ ਕੇ ਲਿਆਂਦੇ ਪੱਲੇਦਾਰ ਨੂੰ ਦੇਖ ਮੇਰੇ ਇੱਕ ਮੁਲਾਜ਼ਮ ਸਾਥੀ ਨੇ ਮੁਸਕਰਾ ਕੇ ਆਖਿਆ ਤੇ ਨਾਲ ਹੀ ਪਟੜੀ ਵਿਚਾਲਿਓਂ ਕੋਲਾ ਚੁਗਦੀ ਇੱਕ ਪਕਰੋੜ ਜਿਹੀ ਔਰਤ ਵੱਲ ਇਸ਼ਾਰਾ ਕੀਤਾ। ਇਹਦੇ 'ਚ ਕਾਂਡੀ ਨਹੀਂ, ਜਿੱਦਾਂ ਇੱਥੇ ਗੰਗਾ ਵਗਦੀ ਆ, ਭਾਵੇਂ ਰਾਤ ਦਿਨ ਚੁੱਭੀਆਂ ਮਾਰੋ। ਇੱਕ ਹੋਰ ਨੇ ਉਕਸਾਉਣ ਲਈ ਤਰਕ ਮਾਰੀ। ਇਹਨੇ ਨੂੰ ਉੱਚੀ ਤਾੜੀਆਂ ਤੇ ਆਵਾਜ਼ਾਂ ਸੁਣੀਆਂ, ਜਿਨ੍ਹਾਂ ਸਾਡਾ ਧਿਆਨ ਖਿੱਚਿਆ। ट्रक में दाने इकट्ठे करती हमारी बिमला को भगा के ले गया, हमारी बिमला को ले गया। ਦੱਖਣੀ ਭਾਰਤ ਤੋਂ ਆਏ ਖੁਸਰਿਆਂ ਦੀ ਇੱਕ ਟੋਲੀ ਅਜੇ ਵੀ ਦੁਹਾਈ ਪਾਈ ਜਾ ਰਹੀ ਸੀ। ਮੈਨੂੰ ਲੱਗਿਆ ਕਿ ਉਹ ਜਿਉਂਦੇ ਰਹਿਣ ਲਈ ਪੇਟ ਦੀ ਭੁੱਖ ਮਿਟਾਉਣ ਖਾਤਰ ਇੰਨੀ ਦੂਰੋਂ ਆਏ ਹੋਏ ਹਨ ਤੇ ਡਰਾਈਵਰ ਆਪਣੀ ਭੁੱਖ ਮਿਟਾਉਣ ਲਈ ਕੀ ਘਟੀਆ ਕਾਰਾ ਕਰ ਗਿਆ। ਮੇਰੇ ਖਿਆਲਾਂ 'ਚ ਇਹ ਵਿਚਾਰ ਭਾਰੂ ਹੋਣ ਲੱਗ ਪਿਆ ਕਿ FCI ਛੱਡ ਦਿਆਂ, ਹੋਰ ਕਿਸੇ ਮਹਿਕਮੇ 'ਚ ਨੌਕਰੀ ਲਈ ਕੋਸ਼ਿਸ਼ ਕਰਾਂ। ਇਹਨਾਂ ਦਿਨਾਂ 'ਚ ਮੈਂ MA ਭਾਗ ਦੂਜਾ ਪ੍ਰਾਈਵੇਟ ਇਮਤਿਹਾਨ ਦੇ ਕੇ ਪਾਸ ਕਰ ਲਿਆ ਤੇ ਪਿੰਡ ਨੇੜੇ ਦੇ ਕਸਬੇ ਭੋਗਪੁਰ ਦੀ ਬਦਲੀ ਕਰਵਾ ਲਈ, ਜਿੱਥੇ ਮੇਰੇ ਹਮਖਿਆਲ ਸਾਥੀ ਸਨ। ਸਰਦੀਆਂ ਦੇ ਇੱਕ ਦਿਨ ਮੈਂ FCI ਦੇ ਆਪਣੇ 2 ਸੁਹਿਰਦ ਮਿੱਤਰਾਂ ਨੂੰ ਫਿਰ ਭੁਲੱਥ ਮਿਲਣ ਗਿਆ। ਅੱਡੇ 'ਤੇ ਮੇਰੀ ਮੁਲਾਕਾਤ 23-24 ਵਰ੍ਹਿਆਂ ਦੇ ਨੌਜਵਾਨ ਰਜਿੰਦਰ ਯਾਦਵ ਨਾਲ ਹੋਈ। ਉਹਦੇ ਦੋਵੇਂ ਕੱਟੇ ਹੱਥਾਂ ਨੂੰ ਦੇਖ ਦੰਗ ਰਹਿ ਗਿਆ। ਆਪਣੀਆਂ ਮਜਬੂਰੀ ਭਰੀਆਂ ਅੱਖਾਂ ਨਾਲ ਮੇਰੇ ਵੱਲ ਦੇਖਦਿਆਂ ਉਹਨੇ ਕਿਹਾ, भाई मेरे पास पैसे नहीं है, अगर ज़रा को रुक के। उन्हें फिर दसिया, पिछले दिनों में मशीन पर चारा कुतरते वक्त मेरे हाथ कट गए हैं। मैं आदमी इकट्ठा किया, सरदार ने मेरे को पिछले 6 महीने की मेरी मेहनत और हाथों का 4000 देना माना, लेकिन मुकर गया। मेरे को गांव तलवंडी हुसैनवाल जिला कपूरथला से भगा दिया। मेरी बहना इंतज़ार करती होगी। रक्षाबंधन से 15 दिन पहले ये हादसा हुआ। हम कुछ लोग उसको दोबारा मिलते हैं, कोई फ़ायदा नहीं।
ਇਸ ਦੁੱਖ ਭਰੀ ਘਟਨਾ ਦੀ ਵਾਪਰਨ ਦੇ ਤੁਰੰਤ ਬਾਅਦ ਭਈਏ ਨੂੰ ਹਸਪਤਾਲ ਨਾ ਲਿਜਾਣ ਦੀ ਹਕੀਕਤ ਨੇ ਮੇਰੇ ਜ਼ਹਿਨ 'ਚ ਖਲਬਲੀ ਮਚਾ ਦਿੱਤੀ। ਮੈਂ ਸਲਾਹ ਦਿੱਤੀ, ਮੇਰੇ ਸਾਥ ਚੱਲ, ਬਿਹਾਰ ਜਾਣ ਦਾ ਤੇਰਾ ਬੰਦੋਬਸਤ ਕਰਤੇ हैं। ਅਗਲੇ ਦਿਨ ਰਜਿੰਦਰ ਲਈ ਘਰੋਂ ਕੱਪੜਿਆਂ ਦਾ ਝੋਲਾ ਭਰ ਕੇ ਆਪਣੇ ਗੂੜੇ ਮਿੱਤਰ ਸਾਥੀ ਪਰਸ਼ੋਤਮ ਸ਼ਰਮਾ ਨੂੰ ਭਈਏ ਸਣੇ ਮਿਲਿਆ। ਰਾਤ ਅਸੀਂ ਉਹਦੇ ਘਰ ਰੁਕੇ। ਭਈਏ ਤੋਂ ਬਿਹਾਰ ਬਾਰੇ ਕਾਫੀ ਗੱਲਾਂ ਪੁੱਛੀਆਂ। ਰੋਟੀ ਖਾਣ ਮਗਰੋਂ ਆਪਣੇ ਟੁੰਡ-ਨੁਮਾ ਹੱਥਾਂ ਨੂੰ ਧੋ ਕੇ ਮੁੜ ਬੈਠਕ ਅੰਦਰ ਆਉਂਦਿਆਂ ਉਹਨੇ ਅੰਗੀਠੀ ਤੇ ਦੀਵਾਰ ਦੀਆਂ ਤਸਵੀਰਾਂ ਵੱਲ ਗੌਰ ਨਾਲ ਦੇਖਿਆ। ਪੁੱਛਿਆ, ਕਿ ਆਪ ਚਮਾਰ ਹੋ? ਸ਼ਰਮਾ ਨੇ ਆਪਣੀ ਦਿੱਖ ਦਾ ਧਰਮ ਨਿਰਪੇਖ ਪ੍ਰਭਾਵ ਦੇਣ ਲਈ ਹਿੰਦੂ ਦੇਵੀ ਦੇਵਤਿਆਂ, ਸਿੱਖ ਗੁਰੂਆਂ ਤੇ ਸੰਤਾਂ ਭਗਤਾਂ ਦੀਆਂ ਤਸਵੀਰਾਂ ਸ਼ੀਸ਼ਿਆਂ 'ਚ ਜੜਾ ਕੇ ਰੱਖੀਆਂ ਹੋਈਆਂ ਸਨ। ਭਈਆ, ਪਹਿਲੇ पूछना था, क्या बात हुई? मैं पूछा। वो रैदास दी तस्वीर है ना, शर्मा तो चमार नहीं होते। भैया ने पूछा। पलकू पिछे उन्हें क्या, अब तो खाना हो गया। उल्टी कर दे अगर घृणा लगती है। मैं आख्या, भगवान की कृपा से दाहिने हाथ का अंगूठा बच गया है, इससे रोटी कुरला और बाकी काम हो जाते हैं। उन्हें कच्चा जिहा होके गल दा रुख बदलिया। खैर ਅਸੀਂ ਉਹਨੂੰ ਗੱਡੀ ਦਾ ਟਿਕਟ ਖਰੀਦ ਦਿੱਤਾ ਤੇ ਲੋਕਾਂ ਤੋਂ ਸਹਾਇਤਾ ਵਜੋਂ ਇਕੱਠੀ ਰਕਮ ਵੱਖਰੇ ਤੌਰ ਤੇ ਮਨੀ ਆਰਡਰ ਕਰ ਦਿੱਤੀ। ਇਹ ਖਿਆਲ ਮੈਨੂੰ ਕਈ ਦਿਨਾਂ ਤੱਕ ਪਰੇਸ਼ਾਨ ਕਰਦਾ ਰਿਹਾ ਕਿ ਉਹ ਭਈਆ ਅੰਗਹੀਣ ਤੇ ਮਾਲੀ ਪੱਖੋਂ ਬੇਸਹਾਰਾ ਹੋ ਕੇ ਵੀ ਜਾਤ ਵਿਵਸਥਾ ਮਾਨਸਿਕ ਤੌਰ ਤੇ ਛੱਡਣ ਨੂੰ ਤਿਆਰ ਨਹੀਂ। ਮਜ਼ਦੂਰੀ ਕਰਨ ਆਏ ਪਰਦੇਸੀ ਭਈਏ ਦੀ ਨਜ਼ਰ ਵਿੱਚ ਵੀ ਨਿਮਨ ਜਾਤੀ ਦੇ ਇਨਸਾਨ ਦੀ ਕੋਈ ਬੁੱਕਤ ਨਹੀਂ। ਸੋਚਦਾ ਹੋਲ ਟਾਈਮਰ ਬਣ ਜਾਵਾਂ, ਬੇਜ਼ਮੀਨੇ ਮਜ਼ਦੂਰਾਂ, ਦਬੇ ਕੁਚਲੇ ਲੋਕਾਂ ਤੇ ਗਰੀਬਾਂ ਲਈ ਕੰਮ ਕਰਾਂ, ਉਹਨਾਂ ਅੰਦਰ ਅਧਿਕਾਰ ਚੇਤਨਾ ਪੈਦਾ ਕਰਨ ਲਈ ਢਿੱਲ ਲਾਵਾਂ। ਜਦੋਂ ਨੌਜਵਾਨ ਸਾਥੀਆਂ ਜੋ ਪਾਰਟੀ ਵਿਚਾਰਾਂ ਨੂੰ ਪਿੰਡ-ਪਿੰਡ, ਘਰ-ਘਰ ਪਹੁੰਚਾਉਣ ਦੇ ਹਾਲਾਤ ਦਾ ਖਿਆਲ ਆਉਂਦਾ ਤਾਂ ਕੰਬ ਕੇ ਰਹਿ ਜਾਂਦਾ। ਉਹਨਾਂ ਕੋਲ ਸਾਈਕਲ ਨੂੰ ਪੈਂਚਰ ਲਵਾਉਣ ਤੇ ਮਰਜ਼ੀ ਨਾਲ ਚਾਹ ਪੀਣ ਲਈ ਪੈਸੇ ਹੀ ਨਾ ਹੁੰਦੇ, ਬਦਲਣ ਲਈ ਢੁਕਵੇਂ ਕੱਪੜੇ ਨਾ ਹੁੰਦੇ। ਉਹਨਾਂ ਦੀ ਪ੍ਰਤਿਭਾ ਤੇ ਪ੍ਰਤੀਬੱਧਤਾ ਦਾ ਸੋਚ ਕੇ ਮੇਰੇ ਮਨ ਵਿੱਚ ਉਹਨਾਂ ਪ੍ਰਤੀ ਸਤਿਕਾਰ ਹੋਰ ਵੱਧ ਜਾਂਦਾ ਤੇ ਖੁੱਲ੍ਹੇ ਆਕਾਸ਼ ਵਿੱਚ ਵੱਲ ਇੱਕ ਖਿੜਕੀ ਮੇਰੇ ਲਈ ਖੁੱਲ੍ਹੀ। ਦਿੱਲੀ ਵਸਦੇ ਮੇਰੀ ਭੂਆ ਦੇ ਵੱਡੇ ਪੁੱਤ ਦੌਲਤ ਰਾਮ ਕੋਰੂਟਾਨੀਆ ਯੋਜਨਾ ਆਯੋਗ ਵਿੱਚ ਉੱਚ ਅਧਿਕਾਰੀ ਨੇ ਸੂਚਨਾ ਤੇ ਪ੍ਰਸਾਰਣ ਮੰਤਰਾਲਾ ਵਿੱਚ UPSC ਦੀਆਂ ਨੌਕਰੀਆਂ ਲਈ ਇੱਕ ਫਾਰਮ ਭੇਜਿਆ ਤੇ ਨਾਲ ਹੀ ਹਦਾਇਤਾਂ, ਜਿਨ੍ਹਾਂ ਮੁਤਾਬਕ ਮੈਂ ਅੰਗਰੇਜ਼ੀ ਤੋਂ ਪੰਜਾਬੀ ਤੇ ਪੰਜਾਬੀ ਤੋਂ ਅੰਗਰੇਜ਼ੀ 'ਚ ਅਨੁਵਾਦ ਕਰਨ ਦਾ ਅਭਿਆਸ ਕਰਨ ਲੱਗਾ। ਜਦੋਂ ਟੈਸਟ ਪਾਸ ਕਰ ਲਿਆ ਤਾਂ ਭਾਜੀ ਨੇ ਇੰਟਰਵਿਊ ਦੀ ਤਿਆਰੀ ਕਿਵੇਂ ਕਰਨੀ ਹੈ, ਬੋਰਡ ਸਾਹਮਣੇ ਭਰੋਸੇ ਨਾਲ ਕਿਵੇਂ ਗੱਲ ਕਰਨੀ ਹੈ, ਜੋ ਨਹੀਂ ਪਤਾ ਕਹਿ ਦੇਣਾ ਕਿ ਪਤਾ ਨਹੀਂ ਤੇ ਹੋਰ ਕਿੰਨੇ ਨੁਕਤੇ ਸਮਝਾਏ। ਇਸ ਸਬਬ ਨਾਲ ਮੇਰੀ FCI ਤੋਂ ਜਾਨ ਛੁੱਟ ਗਈ। ਭਾਰਤ ਸਰਕਾਰ ਦੇ ਜਲੰਧਰ ਸਥਿਤ ਪੱਤਰ ਸੂਚਨਾ ਦਫ਼ਤਰ ਪ੍ਰੈਸ ਇਨਫੋਰਮੇਸ਼ਨ ਬਿਊਰੋ ਵਿੱਚ ਬਤੌਰ ਕਲਾਸ 2 ਨਾਨ ਗਜ਼ਟਡ ਅਫਸਰ ਵਜੋਂ ਜੂਨ 83 'ਚ ਜੁਆਇਨ ਕਰ ਲਿਆ। ਅੱਤਵਾਦ ਦੀ ਚੜ੍ਹਤ ਦੇ ਦਿਨ, ਜਨਤਾ ਲਈ ਕਾਲਾ ਦੌਰ। ਪੰਜਾਬੀ ਵਿੱਚ ਖਬਰਾਂ ਦਾ ਅਨੁਵਾਦ ਵਿਹਲੇ ਵਕਤ ਨਵਾਂ ਜ਼ਮਾਨਾ ਵਿੱਚ ਕਾਮਰੇਡ ਸੁਰਜਨ ਜ਼ੀਰਵੀ ਕੋਲ ਬੈਠਣ ਲਈ ਨਾਲ ਕੁਝ ਸਵੈ ਭਰੋਸਾ ਵਧਿਆ। ਉਹ ਲਤੀਫੇ ਸੁਣਾਉਂਦੇ ਤੇ ਤਾਰਾਂ ਡਿਸਪੈਚ ਮੇਰੇ ਵੱਲ ਵਧਾਉਂਦਿਆਂ ਵਿਅੰਗ ਨਾਲ ਕਹਿੰਦੇ, ਲੈ ਬਈ ਭੋਗਾਂ ਦੀਆਂ ਬਣਾ ਖਬਰਾਂ। ਇਹਦੇ ਨਾਲ ਪ੍ਰਸਿੱਧ ਰੂਸੀ ਲੇਖਕ ਅਲੈਗਜ਼ੈਂਦਰ ਰਸਕਿਨ ਦੀ ਕਿਤਾਬ ਜਦੋਂ ਡੈਡੀ ਛੋਟਾ ਮੁੰਡਾ ਸੀ ਦਾ ਨਵਾਂ ਜ਼ਮਾਨਾ ਵਿੱਚ ਐਤਵਾਰ ਨੂੰ ਲੜੀਵਾਰ ਅਨੁਵਾਦ ਛਪਣ ਲੱਗਾ। ਪਾਠਕਾਂ ਦੀਆਂ ਚਿੱਠੀਆਂ ਤੇ ਨਿੱਜੀ ਮੁਲਾਕਾਤਾਂ ਸਦਕਾ ਮੇਰੇ ਇਸ ਰੁਝਾਨ ਨੂੰ ਹੁਲਾਰਾ ਮਿਲਦਾ। ਖੱਬੇ ਪੱਖੀ ਵਿਚਾਰਧਾਰਾ ਉਹਨਾਂ ਨਾਲ ਸੰਬੰਧਿਤ ਕਿਤਾਬਾਂ ਨੂੰ ਸੋਵੀਅਤ ਯੂਨੀਅਨ ਦੇ ਭੂਗੋਲਿਕ, ਸੱਭਿਆਚਾਰਕ, ਪ੍ਰਬੰਧਕੀ ਢਾਂਚੇ, ਤੀਜੀ ਜੰਗ, ਸੰਭਾਵੀ ਵਿਗਿਆਨਕ ਤੇ ਤਕਨੀਕੀ ਤਰੱਕੀ ਦੇ ਵੱਖ-ਵੱਖ ਪਹਿਲੂਆਂ ਬਾਰੇ ਮੇਰੇ ਲੇਖ ਨਵਾਂ ਜ਼ਮਾਨਾ ਸਮੇਤ ਅਜੀਤ 'ਚ ਛਪਣ ਲੱਗੇ। ਕਈ ਲੇਖਕਾਂ ਨਾਲ ਜਾਣ ਪਛਾਣ ਹੋਈ ਤੇ ਕਈਆਂ ਨਾਲ ਦੋਸਤੀ ਪਈ। ਕੁਝ ਮੈਨੂੰ ਸੋਵੀਅਤ ਯੂਨੀਅਨ ਦਾ ਪ੍ਰਤੀਨਿਧ ਪੱਤਰਕਾਰ ਕਹਿ ਕੇ ਮਖੌਲ ਕਰਦੇ। ਵਿੱਚ ਵਿਚਾਲੇ ਅੱਤਵਾਦ ਦਾ ਵਿਰੋਧ ਕਰਦੀਆਂ ਕਵਿਤਾਵਾਂ ਤੇ ਚਿੱਠੀਆਂ ਲਿਖਦਾ ਛਪਵਾਉਂਦਾ। ਰੋਜ਼ਾਨਾ ਕਿਤੇ ਨਾ ਕਿਤੇ ਕੋਈ ਵੱਡਾ ਅਣਮਨੁੱਖੀ ਅੱਤਵਾਦੀ ਕਾਰਾ ਹੋ ਜਾਂਦਾ। ਕੋਈ ਸਰਕਾਰ ਨੂੰ ਦੋਸ਼ੀ ਸਮਝਦਾ ਕਿ ਬੇਬਸੀ ਦੀ ਹਾਲਤ ਕਿਉਂ ਜ਼ਾਹਿਰ ਕਰ ਰਹੀ ਹੈ, ਸਖਤ ਕਾਰਵਾਈ ਕਰਨੀ ਚਾਹੀਦੀ ਹੈ। ਕੋਈ ਕਹਿੰਦਾ ਕਿ ਅੱਤਵਾਦ ਦਾ ਬੂਟਾ ਸਰਕਾਰ ਨੇ ਖੁਦ ਹੀ ਲਾਇਆ, ਪਾਣੀ ਪਾਪਾ ਵੱਡਾ ਕੀਤਾ, ਜਿਸ ਦਿਨ ਚਾਹੇਗੀ ਜੜੋਂ ਪੁੱਟ ਦੇਵੇਗੀ। ਕੋਈ ਨਰਮ ਗਰਮ ਸਿੱਖ ਜਥੇਬੰਦੀਆਂ ਦੀ ਆਲੋਚਨਾ ਕਰਦੇ ਕਿ ਉਹ ਨਿਰਦੋਸ਼ਾਂ ਦੇ ਕਤਲਾਂ ਦੀ ਨਿੰਦਿਆ ਨਹੀਂ ਕਰਦੇ ਤੇ ਇਸ ਬਹਾਨੇ ਬਰਾਬਰ ਦੇ ਭਾਈਵਾਲ ਹਨ। ਲੋਕਾਂ 'ਚ ਇੰਨੀ ਹਾਹਾਕਾਰ ਕਿ ਸ਼ਾਮ ਨੂੰ 8 ਵਜੇ ਪਿੰਡਾਂ ਦੀਆਂ ਗਲੀਆਂ ਸੁੰਨੀਆਂ ਹੋ ਜਾਂਦੀਆਂ।
ਰਾਤ ਨੂੰ ਗਲੀਆਂ 'ਚ ਪੈਛੜ ਸੁਣ ਕੇ ਘਰਾਂ ਅੰਦਰ ਬੰਦੀ ਹੋਏ ਜੀ ਚੁਕੰਨੇ ਹੋ ਜਾਂਦੇ। ਖੱਬੀਆਂ ਧਿਰਾਂ ਅਮਨ ਰੈਲੀਆਂ ਵਿੱਚ ਦੇਸ਼ ਦੀ ਏਕਤਾ ਤੇ ਅਖੰਡਤਾ ਨੂੰ ਬਰਕਰਾਰ ਰੱਖਣ ਲਈ ਅਪੀਲਾਂ ਕਰਦੀਆਂ, ਸ਼ਹੀਦਾਂ ਦੀਆਂ ਪਾਲਾਂ ਲਾਉਣ ਦੇ ਦਾਅਵੇ ਕਰਦੀਆਂ, ਜਿਨ੍ਹਾਂ 'ਚ ਮਾਯੂਸੀ ਤੇ ਲਾਚਾਰੀ ਵੀ ਪ੍ਰਤੱਖ ਝਲਕਦੀ ਦਿਸਦੀ। ਖੈਰ, ਲੋਕ ਧਰਮ, ਜਾਤ ਤੇ ਹੋਰ ਰੰਜਿਸ਼ਾਂ ਭੁੱਲ ਕੇ ਇੱਕ ਮਜ਼ਬੂਤ ਏਕੇ ਦਾ ਮੁਜ਼ਾਹਰਾ ਕਰਦੇ। ਸਿੱਖ ਇੱਕ ਵੱਖਰੀ ਕੌਮ, ਖਾਲਸੇ ਦਾ ਬੋਲਬਾਲਾ, ਖਾਲਸਾ ਰਾਜ, ਤੇ ਇੱਕ ਸਿੱਖ ਦੇ ਹਿੱਸੇ 35 ਹਿੰਦੂ ਆਉਂਦੇ ਹਨ। ਸਿੱਖਾਂ ਦਾ ਧਰਮ ਤੇ ਸਿਆਸਤ ਇੱਕ ਹਨ ਦੇ ਬਾਵਜੂਦ ਕਤਲ ਸਕੋਰ ਦੇ ਉੱਚਾ ਹੁੰਦੇ ਜਾਣ ਦੇ ਬਾਅਦ ਵੀ ਹਿੰਦੂਆਂ ਸਿੱਖਾਂ ਵਿਚਾਲੇ ਕੋਈ ਲਕੀਰ ਨਜ਼ਰ ਨਾ ਆਉਂਦੀ। ਇਸ ਇਕਜੁੱਟਤਾ ਤੇ ਇਕਮੁੱਠਤਾ ਸਦਕਾ ਖੱਬੀਆਂ ਤਾਕਤਾਂ ਤੇ ਨਿਰਪੱਖ ਸੋਚ ਦੇ ਲੋਕਾਂ ਦਾ ਹੌਸਲਾ ਬੁਲੰਦ ਹੁੰਦਾ, ਬੰਦ ਦੇ ਸੱਦੇ ਕਾਮਯਾਬ ਹੁੰਦੇ। ਤੇ ਇੱਕ ਦਿਨ ਅਚਾਨਕ ਮੇਰੇ ਪੈਰਾਂ ਹੇਠੋਂ ਜ਼ਮੀਨ ਖਿਸਕਦੀ ਮਹਿਸੂਸ ਹੋਈ, ਜਦੋਂ ਮੇਰੇ 11ਵੀਂ ਤੋਂ MA ਤੱਕ ਜਮਾਤੀ ਰਹਿ ਚੁੱਕੇ ਗੂੜੇ ਮਿੱਤਰ ਨੇ ਬੜੇ ਠਰਮੇ ਨਾਲ ਆਖਿਆ, ਖਾਲਿਸਤਾਨ ਬਣ ਗਿਆ ਤਾਂ ਸਾਡੇ ਅਰਗੇ ਜੱਟਾਂ ਨੇ DCSP ਲੱਗਣਾ। ਸਿੱਖਾਂ 'ਚੋਂ ਕਿੰਨੇ ਕੁ ਪੜ੍ਹੇ ਲਿਖੇ ਲੋਕ ਆ? ਖਾਲਸਾ ਰਾਜ ਦੀ ਸਥਾਪਨਾ ਲਈ ਸਾਨੂੰ ਸਭ ਨੂੰ ਮਦਦ ਕਰਨੀ ਚਾਹੀਦੀ ਹੈ। ਤੇ ਇਹ ਕੋਈ ਲਾਲਚ ਨਹੀਂ, ਆਪਣੀ ਤਾਂ ਪਹਿਲਾਂ ਹੀ ਪਹਿਲੀ ਬਥੇਰੀ ਆ। ਵੱਡੇ ਭਰਾ MBBS ਆ, ਉਹਦੇ ਘਰੋਂ ਸਾਡੀ ਭਰਜਾਈ ਵੀ ਡਾਕਟਰ ਆ, ਅਸੀਂ ਹੋਰ ਵੱਡੇ ਅਫਸਰ ਬਣ ਜਾਵਾਂਗੇ। ਉਪਰੰਤ ਮੈਂ ਉਸ ਮਿੱਤਰ 'ਚ ਕੋਈ ਖਾਸ ਦਿਲਚਸਪੀ ਨਾ ਲਈ, ਪਰ ਇੱਕ ਦਿਨ ਆਪਣੇ ਨਾਨਕਿਆਂ ਤੋਂ ਮੁੜਦਿਆਂ ਉਹਦੇ ਘਰ ਕੋਲੋਂ ਲੰਘਦਿਆਂ ਮੇਰਾ ਭਾਵੁਕ ਮੋਹ ਜਾਗ ਪਿਆ ਤੇ ਮੈਂ ਸਾਈਕਲ ਉਹਨਾਂ ਦੇ ਵਿਹੜੇ ਜਾ ਖੜਾ ਕੀਤਾ। ਮਿੱਤਰ ਘਰ ਨਹੀਂ ਸੀ, ਪਰ ਉਹਦਾ ਭਰਾ ਮਿਲਿਆ। ਮੈਂ ਸਹਿਜ ਹੀ ਪੁੱਛਿਆ, ਡਾਕਟਰ ਸਾਹਿਬ ਤੇ ਡਾਕਟਰ ਨਹੀਂ ਭਰਜਾਈ ਅੱਜ ਕਿੱਥੇ ਆ? ਦਿਸਦੇ ਨਹੀਂ, ਛੁੱਟੀ ਵਾਲੇ ਦਿਨ ਤਾਂ। ਡਾਕਟਰ? ਭਾਜੀ ਤਾਂ ਕੰਪਾਊਂਡਰ ਆ ਤੇ ਭਰਜਾਈ ਮਾਸਟਰਨੀ ਆ, ਉਹਨੇ ਵਿੱਚੋਂ ਟੋਕਦਿਆਂ ਅੱਗੋਂ ਭੋਲੇ ਭਾਅ ਦੱਸਿਆ। ਯਾਰ, ਤੇਰੀ ਨੌਕਰੀ ਦਾ ਕੀ ਬਣਿਆ? ਚੱਲ, ਤੁਹਾਡੀ ਪਹਿਲੀ ਬਥੇਰੀ ਆ, ਨੌਕਰੀ ਮਿਲ ਗਈ ਤਾਂ ਹੋਰ ਵਧੀਆ। ਮੈਂ ਗੱਲ ਬਦਲੀ ਤੇ ਆਪਣੀ ਜ਼ਬਾਨ ਉੱਤੇ ਪੂਰਾ ਕਾਬੂ ਰੱਖਿਆ। ਭਾਜੀ, ਆਪਣੇ ਬਾਤੀਆਂ ਪਿਛੜੀਆਂ ਜਾਤੀਆਂ ਦੀਆਂ ਕਿਹੜੀਆਂ ਪਹਿਲੀਆਂ? ਸਾਨੂੰ 4 ਭਰਾਵਾਂ ਨੂੰ 4-4 ਕਨਾਲ ਵੀ ਹਿੱਸੇ ਨਹੀਂ ਆਉਂਦੀ। ਬਾਤੀ? ਆਹੋ ਬਾਤੀ, ਆਪਣੇ ਇੱਧਰ ਘੱਟ ਆ, ਕੰਢੀ ਇਲਾਕੇ 'ਚ ਬਾਹਲੇ ਆ। ਸੱਚਾਈ ਤੇ ਸਪਸ਼ਟਤਾ ਭਰੇ ਨਿਰਛਲ ਬੋਲ ਸੁਣ ਕੇ ਮੈਂ ਹੈਰਾਨ ਰਹਿ ਗਿਆ ਤੇ ਰੋਸ਼ਨਦਾਨ ਥਾਣੀ ਛਣ ਕੇ ਕਮਰੇ ਅੰਦਰ ਆਈ ਧੁੱਪ ਵਾਂਗ ਇੱਕਦਮ ਮੇਰੀਆਂ ਅੱਖਾਂ ਮੂਹਰੇ ਉਹ ਦਿਨ ਆ ਗਿਆ ਜਦੋਂ ਮੇਰੇ ਮਿੱਤਰ ਨੇ ਲਾਇਲਪੁਰ ਖਾਲਸਾ ਕਾਲਜ ਵਿੱਚ ਪੜ੍ਹਦੀ ਸਾਡੀ ਸਹਿਪਾਠੀ ਕੁੜੀ ਨੂੰ ਆਪਣੇ ਜੱਟ ਹੋਣ ਦੇ ਤੇ ਚੰਗੇ ਖਾਸੇ ਜ਼ਿਮੀਂਦਾਰ ਹੋਣ ਦਾ ਲੰਮਾ ਵੇਰਵਾ ਦਿੱਤਾ ਸੀ। ਮੈਨੂੰ ਲੱਗਿਆ ਕਿ ਸਮਾਜ ਦੀਆਂ ਨਜ਼ਰਾਂ 'ਚ ਜਨਮ ਜਾਤ ਤੋਂ ਉੱਚਾ ਸੁੱਚਾ ਹੋਣ ਦਾ ਢੋਂਗ ਰਚ ਕੇ ਮੇਰਾ ਉਹ ਮਿੱਤਰ ਕਿਵੇਂ ਹੀਣਤਾ ਦਾ ਬੋਝ ਢੋ ਰਿਹਾ, ਦੋਹਰੀ ਜ਼ਿੰਦਗੀ ਜਿਉਂਦਾ, ਪਲ ਪਲ ਮਰ ਰਿਹਾ ਤੇ ਪਲ ਪਲ ਬਨਾਵਟੀ ਜ਼ਿੰਦਗੀ ਜਿਉਂ ਰਿਹਾ। ਸੋਚਦਾ ਪਿਛੜੀਆਂ ਜਾਤੀਆਂ ਨੂੰ ਅਛੂਤ ਜਾਤੀਆਂ ਨਾਲ ਮਿਲ ਕੇ ਚੱਲਣ ਦੀ ਲੋੜ ਹੈ। ਸਮਾਜਿਕ ਪਰਿਵਰਤਨ ਇਨਕਲਾਬ ਦਾ ਹੀ ਦੂਜਾ ਨਾਂ ਹੈ। ਉਹਨਾਂ ਤਾਕਤਾਂ ਨੂੰ ਮਿਲ ਕੇ ਸੱਟ ਮਾਰੇ ਜਾਣ ਦੀ ਲੋੜ ਹੈ ਜੋ ਵਰਤਮਾਨ ਸਮਾਜਿਕ ਵਿਵਸਥਾ ਦੀਆਂ ਤੇ ਸਥਿਤੀਆਂ ਨੂੰ ਜਿਉਂਦਾ ਤਿਉਂ ਰੱਖਣ 'ਚ ਹਰ ਹੀਲਾ ਵਸੀਲਾ ਵਰਤ ਰਹੀਆਂ ਹਨ। ਜ਼ਰਾ ਕੁ ਪਿੱਛੋਂ ਮੈਨੂੰ 15ਵੀਂ ਸਦੀ ਦੇ ਪ੍ਰਸਿੱਧ ਜਰਮਨ ਵਿਦਵਾਨ ਤੇ ਸਮਾਜ ਸੁਧਾਰਕ ਮਾਰਟਿਨ ਲੂਥਰ ਦਾ ਖਿਆਲ ਆਇਆ, ਜਿਹਨੇ ਪੋਪ ਪਦ ਨੂੰ ਸੰਸਾਰਕਤਾ ਨਾਲ ਗੂੜੀ ਤਰ੍ਹਾਂ ਓਤ-ਪੋਤ ਦੇਖਿਆ ਸੀ। ਸਿੱਟੇ ਵਜੋਂ ਉਹਨੇ ਪੋਪ ਤੇ ਪਾਦਰੀਆਂ ਦੀ ਵਿਸ਼ੇਸ਼ ਰੂਹਾਨੀ ਰਹਿਬਰੀ ਤੇ ਧਰਮ ਗ੍ਰੰਥ ਦੀ ਵਿਆਖਿਆ ਦੀ ਅਥਾਰਟੀ ਨੂੰ ਲਲਕਾਰਦਿਆਂ 95 ਥੀਸਿਸ ਪੇਸ਼ ਕਰਕੇ ਉਹਨੂੰ ਮੁਕੰਮਲ ਤੌਰ ਤੇ ਰੱਦ ਕਰ ਦਿੱਤਾ ਸੀ। ਬਾਰ-ਬਾਰ ਖਿਆਲ ਉਪਜਦਾ ਕਿ ਸਾਡੇ ਮੁਲਕ ਵਿੱਚ ਧਰਮ ਤੇ ਰੂਹਾਨੀਅਤ ਦੇ ਨਾਂ ਤੇ ਵੰਡਿਆ ਜਾ ਰਿਹਾ ਅੰਧ ਵਿਸ਼ਵਾਸ ਬੁੱਧੀ ਦੇ ਵਿਕਾਸ ਨੂੰ ਮਾਰਿਆ ਜਾ ਰਿਹਾ ਬੰਨ ਅਗਲੇ ਪਿਛਲੇ ਜਨਮਾਂ ਦੇ ਫਲ ਵਜੋਂ ਊਚ ਨੀਚ ਤੋਂ ਛੁਟਕਾਰਾ ਕਰਨ ਹਿੱਤ ਕੌਣ ਅੱਗੇ ਆਏਗਾ। ਇਉਂ ਮੇਰੀਆਂ ਸੋਚਾਂ ਦੀਆਂ ਸੂਈਆਂ ਦੌੜਦੀਆਂ ਡਾਕਟਰ ਅੰਬੇਦਕਰ ਤੇ ਡਾਕਟਰ ਰਾਮਾ ਸੁਆਮੀ ਨਾਇਕਰ ਪੇਰੀਆਰ ਉੱਤੇ ਜਾ ਰੁਕਦੀਆਂ। ਪਹਿਲਾਂ ਚੱਲ ਰਿਹਾ ਵਿਚਾਰ ਫੇਰ ਭਾਰੂ ਹੋ ਗਿਆ ਤੇ ਹਾਂ, ਦਹਿਸ਼ਤਗਰਦੀ ਦੇ ਇਸ ਭਰਾ ਮਾਰੂ ਦੌਰ ਵਿੱਚ ਇੱਕ ਹੋਰ ਅਜਿਹਾ ਹਾਦਸਾ ਵਾਪਰ ਗਿਆ ਜਿਹਨੇ ਮੇਰੀ ਰਾਤਾਂ ਦੀ ਨੀਂਦ ਉੱਤੇ ਹਮਲਾ ਕੀਤਾ। ਜਦੋਂ ਸਾਡੀ ਇੱਕ ਰਿਸ਼ਤੇਦਾਰ ਨੇ ਆ ਕੇ ਦੱਸਿਆ, ਸਰਦਾਰਨੀ ਜਿਹਦੇ ਮੈਂ ਗੋਹਾ ਕੂੜਾ ਚੁੱਕਦੀ ਹਾਂ, ਇੱਕ ਦਿਨ ਬੜੀ ਖੁਸ਼ ਹੋ ਕੇ ਮੈਨੂੰ ਕਹਿਣ ਲੱਗੀ, ਭੈਣੇ, ਖਾਲਿਸਤਾਨ ਹੁਣ ਬਣਿਆ ਸਮਝ, ਮੌਜਾਂ ਲੱਗ ਜਾਣੀਆਂ, ਹਿੰਦੂ ਇੱਥੋਂ ਚਲੇ ਜਾਣੇ ਆ, ਪਰ ਤੁਸੀਂ ਸਾਡੇ ਨਾਲ ਖਾਲਿਸਤਾਨ ਵਿੱਚ ਹੀ ਰਹੋ। ਅਸੀਂ ਪੂਰੇ ਗੌਰ ਨਾਲ ਸੁਣ ਰਹੇ ਸੀ। ਸਾਡੀਆਂ ਨਜ਼ਰਾਂ ਉਸ ਵੱਲ ਉਤਸੁਕਤਾ ਤੇ ਸਵਾਲੀਆ ਨਿਸ਼ਾਨ ਨਾਲ ਭਰੀਆਂ ਇੱਕ ਟੱਕ ਦੇਖ ਰਹੀਆਂ ਸਨ। ਉਹਨੇ ਗੱਲ ਦਾ ਸਿਰਾ ਫੇਰ ਫੜਿਆ। ਮੈਂ ਕਿਹਾ, ਸਰਦਾਰਨੀ ਹੈ, ਤੁਹਾਨੂੰ ਤਾਂ ਮੌਜਾਂ ਲੱਗ ਜਾਣਗੀਆਂ, ਕੋਈ ਜ਼ਮੀਨ ਸਾਡੇ ਨਾਂ ਵੀ ਲੱਗ ਜਾਓ, ਨਾਲੇ ਸਾਨੂੰ ਕਾਹਨੂੰ ਗੱਲੀ ਮਜਬੂਰ ਕਰਦੀਆਂ ਵੀ ਖਾਲਿਸਤਾਨ ਬਣੇ ਤਾਂ ਅਸੀਂ ਤੁਹਾਡੇ ਨਾਲ ਰਹੀਏ। ਸਾਡੇ ਲਈ ਤਾਂ ਹਿੰਦੂ ਸਿੱਖ ਇੱਕੋ ਜਿਹੇ ਆ।
ਬਹੁਤਾ ਪਿਆਰ ਏ ਸਰਦਾਰਨੀਏ। ਫਿਰ ਅਸੀਂ ਕਾਹਲੀ ਨਾਲ ਪੁੱਛਿਆ। ਫਿਰ ਕੀ ਕਹਿੰਦੀ ਭੈਣੇ? ਪਿਆਰ ਕਰਕੇ ਕਹਿੰਦੀ ਆ ਭਈ ਖਾਲਿਸਤਾਨ 'ਚ ਸਾਡਾ ਗੋਹਾ ਕੂੜਾ ਕੌਣ ਚੱਕੂ। ਮੈਨੂੰ ਜਿਨਾਹ ਦੀ ਉਹ ਗੱਲ ਚੇਤੇ ਆ ਗਈ ਜਦੋਂ ਦੇਸ਼ ਦੀ ਵੰਡ ਵੇਲੇ ਉਹਨੇ ਇੱਕ ਮੀਟਿੰਗ ਵਿੱਚ ਅਛੂਤਾਂ ਦੀ ਸਮੱਸਿਆ ਬਾਰੇ ਬੋਲਦਿਆਂ ਆਖਿਆ ਸੀ ਕਿ ਉਹਨਾਂ ਦੀ ਆਬਾਦੀ ਅੱਧੀ ਅੱਧੀ ਵੰਡ ਲੈਣੀ ਚਾਹੀਦੀ ਹੈ, ਅਤੇ ਇਸ ਗੱਲ ਦੇ ਅਰਥ ਮੈਨੂੰ ਕਾਫੀ ਚਿਰ ਬਾਅਦ ਸਮਝ ਆਏ ਹਨ। ਦੂਜੇ ਚੌਥੇ ਦਿਨ ਅਜਿਹੀਆਂ ਗੱਲਾਂ ਸੁਣਦਿਆਂ ਦੇਖਦਿਆਂ ਮੈਂ ਪਰੇਸ਼ਾਨ ਹੋ ਕੇ ਰਹਿ ਜਾਂਦਾ। ਪਾਰਟੀ ਦੀਆਂ ਅਮਨ ਰੈਲੀਆਂ, ਸ਼ਹੀਦਾਂ ਦੀਆਂ ਪਾਲਾਂ ਲਾਉਣ ਦੇ ਫੈਸਲੇ, ਬਾਰ-ਬਾਰ ਬੰਦ ਦੇ ਸੱਦੇ, ਜੁਝਾਰੂ ਦਸਤੇ ਬਣਾਉਣ ਲਈ ਕਿਸੇ ਦੀ ਕੋਈ ਚਿੰਤਾ ਨਹੀਂ, ਨਿਰਦੋਸ਼ਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਸਰਕਾਰ ਉੱਤੇ ਨਿਰਭਰਤਾ ਵਰਗੇ ਮੁੱਦਿਆਂ ਬਾਰੇ ਸਧਾਰਨ ਸੋਚ ਵਾਲੇ ਮੇਰੇ ਵਰਗੇ ਸਾਥੀ ਵਿਚਾਰ ਕਰਦੇ। ਪਾਰਟੀ ਲੀਡਰਸ਼ਿਪ ਇਹਨਾਂ ਜਥੇਬੰਦੀਆਂ ਨੂੰ ਫਿਰਕੂ ਤਾਕਤਾਂ, ਪੂੰਜੀਵਾਦੀ ਤਾਕਤਾਂ ਦੇ ਢਹਿ ਚੜ੍ਹੀਆਂ ਤੇ ਇਨਕਲਾਬ ਦੇ ਰਾਹ 'ਚ ਅੜਿੱਕਾ ਦੱਸਦੀ। ਬੁਲੰਦ ਹੌਸਲਾ, ਦ੍ਰਿੜ ਨਿਸ਼ਚਾ ਹੋਣ 'ਤੇ ਵੀ ਮਨ ਅੰਦਰ ਕਦੀ-ਕਦੀ ਨਿਰਾਸ਼ਾ ਉਪਜਦੀ, ਜਿਸ ਦਾ ਅਸੀਂ ਕਦੇ ਕਿਸੇ ਸਾਹਮਣੇ ਪ੍ਰਗਟਾਵਾ ਨਾ ਕਰਦੇ। ਪਰ ਪੰਜਾਬ ਤੇ ਸਮੁੱਚੇ ਭਾਰਤ ਨੂੰ ਦਰਪੇਸ਼ ਇਸ ਖੌਫਨਾਕ ਤੇ ਦਹਿਸ਼ਤਗਰਦੀ ਦੇ ਹਾਲਾਤ ਵਿੱਚੋਂ ਛੇਤੀ ਨਿਕਲਦੇ ਦੇਖਣ ਬਾਰੇ ਵਿਚਾਰਾਂ ਕਰਦੇ। ਦੁਨੀਆ ਦੀਆਂ ਖਾੜਕੂ ਜਥੇਬੰਦੀਆਂ ਦੀਆਂ ਸਰਗਰਮੀਆਂ ਦਾ ਅਤੇ ਇੱਥੋਂ ਦੀ ਬੁਰਸ਼ਾਗਰਦੀ, ਧੀਆਂ ਭੈਣਾਂ ਦੀ ਇੱਜ਼ਤ ਮਹਿਫੂਜ਼ ਨਾ ਰਹਿਣ, ਧਰਮ ਆਧਾਰਿਤ ਰਾਜਨੀਤੀ ਵਾਲੇ ਦਲਾਂ ਵੱਲੋਂ ਕਤਲਾਂ ਤੇ ਸਮੂਹਕ ਕਤਲਾਂ ਦੀ ਨਿੰਦਾ ਨਾ ਕਰਨ ਆਦਿ ਦੀ ਤੁਲਨਾ ਮਨ ਵਿੱਚ ਹੁੰਦੀ ਰਹਿੰਦੀ। ਗੂੜੇ ਦੋਸਤਾਂ ਤੇ ਸਾਥੀਆਂ ਦੇ ਕਤਲਾਂ ਨੇ ਮੈਨੂੰ ਆਸ਼ਾ ਨਿਰਾਸ਼ਾ ਦੀਆਂ ਸੋਚਾਂ ਦੇ ਘਨੇਰੇ ਜੰਗਲ 'ਚ ਧੱਕ ਦਿੱਤਾ। ਖੱਬੇ ਪੱਖੀ ਪਾਰਟੀਆਂ ਦੇ ਕੰਮ ਤੇ ਤਰੀਕੇ ਨੇ ਬਹੁਤ ਸਾਰੇ ਕਾਰਕੁਨਾਂ ਨੂੰ ਪਹਿਲਾਂ ਹੀ ਉਪਰਾਮ ਕੀਤਾ ਹੋਇਆ ਸੀ। ਕੋਈ ਸਾਥੀ ਭਾਰਤੀ ਕਮਿਊਨਿਸਟ ਪਾਰਟੀ ਤੋਂ ਟੁੱਟ ਕੇ ਮਾਰਕਸੀ ਪਾਰਟੀ ਵਿੱਚ ਚਲਾ ਜਾਂਦਾ ਤੇ ਕੋਈ ਉੱਧਰੋਂ ਇੱਧਰ ਰੂਸ ਵਿੱਚ ਜ਼ਾਰਸ਼ਾਹੀ ਦੀਆਂ ਚਾਲਾਂ ਚਲਾਉਣ ਦੇ ਤੇ ਫਿਰ ਖਾਤਮੇ ਲਈ ਉੱਥੋਂ ਦੀਆਂ ਛੋਟੀਆਂ ਵੱਡੀਆਂ ਕਮਿਊਨਿਸਟ ਪਾਰਟੀਆਂ ਵੱਲੋਂ ਮਿਲ ਕੇ ਕੀਤੇ ਸੰਘਰਸ਼ ਦਾ ਖਿਆਲ ਆਉਂਦਾ। ਸੋਚਦਾ ਸਾਡੀਆਂ ਖੱਬੀਆਂ ਧਿਰਾਂ ਸੰਜੀਦਾ ਤੇ ਇਮਾਨਦਾਰ ਹੋ ਕੇ ਲੋਕਾਂ ਨੂੰ ਸੇਧ ਦੇਣ, ਹੈਂਕੜਬਾਜ਼ੀ ਦਾ ਤਿਆਗ ਕਰਨ। ਇਹਨਾਂ ਅਨਿਸ਼ਚਿਤ ਹਾਲਾਤ ਤੇ ਸ਼ਸ਼ੋ ਪੰਜ ਭਰੇ ਦਿਨਾਂ ਵਿੱਚ ਨਿਕੋਲਾਈ ਓਸਤਰੋਵਸਕੀ ਦਾ ਸੰਸਾਰ ਪ੍ਰਸਿੱਧ ਨਾਵਲ ਕਬੂ ਨਾ ਛਾੜੇ ਖੇਤ ਕਿਤਾਬਾਂ ਫੋਲਦਿਆਂ ਇੱਕ ਵਾਰ ਮੇਰੀ ਨਜ਼ਰੀ ਚੜ੍ਹਿਆ, ਜਿਹਦਾ ਅਨੁਵਾਦ ਡਾਕਟਰ ਕਰਨਜੀਤ ਸਿੰਘ ਦਾ ਕੀਤਾ ਹੋਇਆ ਹੈ। ਸਵੈ ਜੀਵਨੀ ਆਧਾਰਿਤ ਇਸ ਨਾਵਲ ਨੂੰ ਮੈਨੂੰ ਨਵੇਂ ਸਿਰਿਓਂ ਸੇਧ ਦਿੱਤੀ। ਹਰ ਹਾਲਤ ਵਿੱਚ ਬੁਲੰਦ ਹੌਸਲਾ, ਲੋਕਾਂ ਖਾਤਰ ਲਗਾਤਾਰ ਜੂਝਣਾ, ਦੇਸ਼ ਵਾਸਤੇ ਮਰ ਮਿਟਣ ਦੀ ਭਾਵਨਾ ਤੇ ਨਵੇਂ ਵਿਚਾਰਾਂ ਦੀ ਤਲਾਸ਼ ਨੇ ਮੇਰੇ ਅੰਦਰ ਅਥਾਹ ਊਰਜਾ ਭਰੀ। ਢਹਿੰਦੀਆਂ ਕਲਾਂ ਵੱਲ ਜਾ ਰਹੇ ਆਦਮੀ ਨੂੰ ਮੁੜ ਖੜਾ ਕਰਨ ਦੀ ਤਾਕਤ ਤੇ ਸਮਰੱਥਾ ਰੱਖਦੀ ਇਹ ਰਚਨਾ ਮੇਰੀ ਪ੍ਰੇਰਨਾ ਦਾ ਵੱਡਾ ਵਸੀਲਾ ਬਣ ਗਈ। ਇਸ ਨਾਵਲ ਦੇ ਬਹੁਤ ਸਾਰੇ ਵਿਚਾਰਾਂ ਨੂੰ ਮੈਂ ਆਪਣੇ ਦੋਸਤਾਂ ਨਾਲ ਸਾਂਝਾ ਕਰਦਾ। ਪੱਲਿਓਂ ਪੈਸੇ ਖਰਚ ਕੇ ਇਹਦੀਆਂ 7-8 ਕਾਪੀਆਂ ਖਰੀਦੀਆਂ ਤੇ ਕਈਆਂ ਨੂੰ ਪੜ੍ਹਾਈਆਂ। ਕਾਮਰੇਡ ਪੁਰਸ਼ੋਤਮ ਸ਼ਰਮਾ ਨੇ ਆਪਣੇ ਨਵੇਂ ਜੰਮੇ ਪੁੱਤ ਦਾ ਨਾਂ ਪਵੇਲ ਤੇ ਧੀ ਦਾ ਨਾਂ ਤੋਨੀਆ ਰੱਖ ਲਿਆ। ਮਿਸਰ ਦੀ ਭਾਟੀਆ ਨੇ ਆਪਣੇ ਪੁੱਤ ਦਾ ਨਾਮ ਪਵੇਲ ਰੱਖਿਆ। ਜਦੋਂ ਇਕੱਲਾ ਹੁੰਦਾ ਤਾਂ ਸੋਚਦਾ ਦੁਨੀਆ ਉਮੀਦ 'ਤੇ ਚੱਲਦੀ ਹੈ। ਘੱਟੋ ਘੱਟ ਨਿਕੋਲਾਈ ਓਸਤਰੋਵਸਕੀ ਦੀ ਭਾਵਨਾ ਨੂੰ ਬਰਕਰਾਰ ਰੱਖਣ ਲਈ ਸਾਡੀ ਮੌਜੂਦਾ ਤੇ ਨਵੀਂ ਪੀੜ੍ਹੀ ਜ਼ਰੂਰ ਤਿਆਰ ਹੋਵੇਗੀ। ਧੰਨਵਾਦ। ਅਗਲਾ ਲੇਖ ਹੈ ਦਿੱਲੀ ਲਈ ਰਵਾਨਗੀ। ਪਿਛਲੇ 5-6 ਸਾਲਾਂ ਤੋਂ ਪੰਜ ਪਾਣੀਆਂ ਦੇ ਦੇਸ਼ ਦਾ ਖਲਾ ਬਹੁਤ ਖਾਮੋਸ਼ ਹੋ ਗਿਆ। ਲੱਗਦਾ ਕਿ ਇਹਨੇ ਵੀ ਰਾਜਸੀ ਬੰਦਿਆਂ ਵਾਂਗ ਦਿਨ ਰਾਤ ਆਪਣੇ ਮੁਖੌਟੇ ਬਦਲਣੇ ਸ਼ੁਰੂ ਕਰ ਦਿੱਤੇ ਹੋਣ। ਕਦੀ ਮਹਿਸੂਸ ਹੁੰਦਾ ਕਿ ਦਰਿੰਦਿਆਂ ਵਰਗੇ ਬੰਦਿਆਂ ਨੇ ਕੁਦਰਤ ਉੱਤੇ ਕਬਜ਼ਾ ਕਰਨ ਦੀ ਪੱਕੀ ਠਾਣੀ ਹੋਈ ਹੈ। ਖੌਪੀਏ ਨਾਲ ਹੀ ਆਦਮੀਆਂ ਵਾਂਗ ਕੁੱਤੇ ਵੀ ਘਰਾਂ ਅੰਦਰ ਡੱਕ ਹੋ ਕੇ ਚੁੱਪ ਚੁਪੀਤੇ ਬੈਠੇ ਰਹਿੰਦੇ, ਜਿਵੇਂ ਭੌਂਕਣਾ ਉਹਨਾਂ ਦੇ ਸੁਭਾਅ 'ਚੋਂ ਮਨਫੀ ਹੋ ਰਿਹਾ ਹੋਵੇ। ਗਲੀਆਂ ਵਿੱਚ ਪਸਰੇ ਸਨਾਟੇ ਦੀ ਉਹਨਾਂ ਨੂੰ ਗੈਰ ਗੰਭੀਰ ਸਮਝ ਆਉਣ ਲੱਗ ਪਈ ਹੋਵੇ। ਅਦਿੱਖ ਸਾਜ਼ਿਸ਼ੀ ਸਨਾਟੇ ਦੀ ਚਾਦਰ ਨੂੰ ਜੇ ਲੀਰੋ ਲੀਰ ਕਰਦੀ ਤਾਂ ਸਿਰਫ ਠਾਹ ਠਾਹ ਤੇ ਵੈਣਾ ਸਿਆਪਿਆਂ ਤੇ ਰੋਣੇ ਧੋਣੇ ਦੀ ਦਿਲ ਚੀਰਵੀਂ ਆਵਾਜ਼। ਜੇ ਕਿਧਰੇ ਮਾਤਮੀ ਧੁਨ ਦੌਰਾਨ ਮੋਢਿਆਂ ਵਿਚਾਲੇ ਕੋਈ ਧੌਣ ਉੱਚੀ ਉੱਠਦੀ ਦਿਸਦੀ ਤਾਂ ਹਨੇਰੇ ਦੇ ਸੰਗੀ ਸਾਥੀਆਂ ਵੱਲੋਂ ਉਹ ਸਦਾ ਲਈ ਲੋਪ ਕਰ ਦਿੱਤੀ ਜਾਂਦੀ, ਵੱਖਰੀ ਪਛਾਣ ਖਾਤਰ। ਨਫ਼ਰਤ ਦੀ ਖੇਤੀਬਾੜੀ ਭੜਕਾਊ ਪਾਣੀਆਂ ਦੇ ਸਹਾਰੇ ਸੰਘਣੀ ਤੇ ਉੱਚੀ ਹੁੰਦੀ ਗਈ। ਮਾਲਕਾਂ ਤੇ ਪਾਲਕਾਂ ਨੂੰ ਸਿੱਟੇ ਦੀ ਭਰਵੀਂ ਉਮੀਦ ਦਿਸਣ ਲੱਗੀ। ਕੱਚੀਆਂ ਕੁਆਰ ਗੰਦਲਾਂ ਨੂੰ ਬੇਰਹਿਮੀ ਨਾਲ ਤੋੜਦੇ ਮਰੋੜਦੇ ਹੱਥ ਪਾਕ ਪਵਿੱਤਰ ਗਰਦਾਨੇ ਜਾਣ ਲੱਗੇ। ਆਪਣਿਆਂ ਦੇ ਲਹੂ 'ਚ ਪਰਾਏ ਪ੍ਰਵੇਸ਼ ਕਰ ਗਏ ਜਾਪਦੇ, ਜਿਸ ਕਾਰਨ ਵੱਖਰੀ ਸੋਚ
ਵੱਖਰੀ ਲੋਚ ਤੇ ਸੋਚ ਦੀ ਸੁਰ ਉੱਭਰਦੀ। ਪਵਿੱਤਰ ਸਥਾਨਾਂ ਤੋਂ ਨਫ਼ਰਤ ਦੇ ਬਾਰੂਦ ਦੀਆਂ ਭਰੀਆਂ ਮਿਸਾਈਲਾਂ ਭਰਵੇਂ ਰੂਪ 'ਚ ਦਾਗੀਆਂ ਜਾਂਦੀਆਂ। ਘਰਾਂ ਅੰਦਰ ਦੀਵਾਰਾਂ ਉਸਰਨ ਲੱਗੀਆਂ ਤੇ ਫੁਰਸਤ ਦੇ ਪਲਾਂ ਵਿੱਚ ਮੈਂ ਪੰਛੀਆਂ ਨੂੰ ਆਕਾਸ਼ 'ਚ ਉੱਡਦਿਆਂ ਦੇਖਦਾ। ਉਹ ਕਦੇ ਕਿਸੇ ਰੁੱਖ ਉੱਤੇ, ਕਦੇ ਕਿਸੇ ਘਰ ਦੇ ਬਨੇਰੇ 'ਤੇ ਬਹਿੰਦੇ। ਹੱਦਾਂ ਸਰਹੱਦਾਂ ਤੋਂ ਨਾ ਵਾਕਫ ਤੇ ਸਭ ਕੁਝ ਉਹਨਾਂ ਲਈ ਅਰਥਹੀਨ, ਜਿਵੇਂ ਸਾਰਾ ਜ਼ਮੀਨ ਅਸਮਾਨ ਉਹਨਾਂ ਦਾ ਘਰ ਹੋਵੇ। ਮੇਰੀਆਂ ਸੋਚਾਂ ਉਹਨਾਂ ਦੀਆਂ ਪਰਵਾਜ਼ਾਂ ਦੇ ਮਗਰ ਮਗਰ ਉੱਡਦੀਆਂ ਤੇ ਬਹੁਤੀ ਵਾਰ ਮਹਿਸੂਸ ਹੀ ਨਾ ਹੁੰਦਾ ਕਿ ਮੈਂ ਜ਼ਮੀਨ 'ਤੇ ਹਾਂ। ਲੋਕ ਤੰਗ ਪਰੇਸ਼ਾਨ ਕੇ ਦਿਨ ਚੜ੍ਹਦਿਆਂ ਹੀ ਕਦੇ ਕਿਸੇ ਪਿੰਡ ਤੇ ਕਦੇ ਕਿਸੇ ਪਿੰਡ ਮਕਾਣੀ ਜਾਣ ਦੀਆਂ ਤਿਆਰੀਆਂ ਕਰਦੇ। ਮੁਟਿਆਰਾਂ ਅੱਧ ਖੜ ਤੇ ਬਜ਼ੁਰਗ ਔਰਤਾਂ ਦੇ ਸਿਰਾਂ 'ਤੇ ਦੁਪੱਟੇ ਚਿੱਟੇ ਤੇ ਮੂੰਹ ਪੂਣੀ ਵਰਗੇ ਬੱਗੇ ਦਿਸਦੇ। ਸਿਰਾਂ ਦੇ ਲਾਲ ਦੁਪੱਟੇ ਤੇ ਚਿਹਰਿਆਂ ਉੱਤੇ ਭਾ ਮਾਰਦੀ ਲਾਲੀ ਦਿਸ਼ਾਹੀਨ ਹਨੇਰੀ ਨੇ ਆਪਣੇ ਨਾਲ ਹੀ ਜਿਵੇਂ ਉਡਾ ਲਈ ਲੱਗਦੇ। ਵਿਹੜਿਆਂ ਵਿੱਚ ਫੂੜੀ ਸੱਥਰ ਵਿਛੜੇ ਆਮ ਜਿਹੀ ਘਟਨਾ ਹੋ ਗਏ। ਇੱਕ ਬਜ਼ੁਰਗ ਸਾਡੇ ਗੁਰਦੁਆਰੇ ਦੇ ਪਿੱਪਲ ਦੇ ਥੜੇ ਉੱਤੇ ਬੈਠਾ ਅਕਸਰ ਗੱਲ ਕਰਦਾ, ਮੁਲਕ ਤੇ ਭਾਰੀ ਆ ਲੋਕੋ, ਹਮਲਿਆਂ ਤੋਂ ਬਾਅਦ ਇੱਦਾਂ ਦਾ ਖੂਨ ਖਰਾਬਾ ਦੇਖ ਰਹੇ ਆ। ਫਿਰ ਜਿਵੇਂ ਲਾਚਾਰੀ 'ਚ ਕਹਿੰਦਾ, ਸਤਿਗੁਰਾਂ ਦੇ ਅਸਥਾਨ 'ਤੇ ਬਹਿ ਕੇ ਜਿਹੜੇ ਸਾਜ਼ਿਸ਼ਾਂ ਮਨਸੂਬੇ ਘੜਦੇ ਆ, ਉਹਨਾਂ ਦੇ ਮਨਾਂ ਵਿੱਚ ਸਤਿਗੁਰ ਆਪ ਬੈਠੇ ਤਾਂ ਇਹ ਕਲਾ ਨਿਬੜਨੀ ਆ। ਚਲੋ ਕੁਦਰਤ ਇੱਕ ਦਿਨ ਲੋਕਾਂ 'ਤੇ ਮਿਹਰਬਾਨ ਹੋਊਗੀ। ਧਰਮ 'ਤੇ ਨਿਆਂ ਕਰਕੇ ਧਰਤੀ ਅਸਮਾਨ ਥੰਮੇ ਖੜੇ ਆ। ਰੋਜ਼ਾਨਾ ਨਿਰਦੋਸ਼ਾਂ ਦੇ ਗਾਇਬ ਹੁੰਦੇ ਜਾਣ ਵਾਂਗ ਭਰ ਗਰਮੀਆਂ 'ਚ ਬਿਜਲੀ ਦੇ ਦਰਸ਼ਨ ਦੀਦਾਰੇ ਨਾ ਮਾਤਰ ਹੋਣ ਦੇ ਬਾਵਜੂਦ ਦਹਿਸ਼ਤ ਤੇ ਬੁਰਸ਼ਾਗਰਦੀ ਤੋਂ ਡਰੇ ਹੋਏ ਜਵਾਨ ਜਹਾਨ ਮੁੰਡੇ ਤੇ ਪਰਿਵਾਰ ਦੇ ਬਾਕੀ ਜੀ ਅੰਦਰੇ ਹੀ ਸੌਂਦੇ, ਤਾਲੇ ਮਾਰ ਕੇ ਰੱਖਦੇ। ਲੋਕ ਮੁਟਿਆਰ ਕੁੜੀਆਂ ਨੂੰ ਲੁਕੋ ਰੱਖਦੇ, ਜਿਵੇਂ ਚੋਰੀ ਚੁੱਕ ਲਿਜਾਣ ਵਰਗੀਆਂ ਵਸਤਾਂ ਹੋਣ। ਰੱਖਿਆ ਲਈ ਉੱਠੇ ਹੱਥ ਕਲਮ ਕਰ ਦਿੱਤੇ ਜਾਂਦੇ। ਨਿਰਾ ਯਮਰਾਜ ਹਥਿਆਰਾਂ ਨਾਲ ਵਿਚਾਰਾਂ ਨੂੰ ਬਦਲਣ ਦੇ ਅਮੁੱਕ ਉਪਰਾਲੇ ਹੁੰਦੇ। ਤੁੰਨੀ ਮੁੰਨੀ ਇੱਕ ਬਰਾਬਰ ਦੇ ਫਤਵੇ ਜਾਰੀ ਹੁੰਦੇ। ਕੁਝ ਕੁ ਲੋਕਾਂ ਦੀ ਅਜਿਹੀ ਮਾਨਸਿਕ ਚੜ੍ਹਤ ਦੇਖਦਿਆਂ ਇਨਸਾਫ ਪਸੰਦ ਧਰਤ ਪੁੱਤਰ ਲੋਕਾਂ ਦੀ ਏਕਤਾ ਤੇ ਇਕਤਾ ਵਾਸਤੇ ਦਿਨ ਰਾਤ ਇਸ ਭਰਾ ਮਾਰੂ ਜੱਦੋ ਜਹਿਦ ਦੇ ਖਿਲਾਫ ਕਾਫਲੇ ਬਣਾ ਕੇ ਤੁਰਦੇ। ਲੋਕ ਮਨ ਦੇ ਡੂੰਘੇ ਫੱਟਾਂ ਉੱਤੇ ਹਮਦਰਦੀ ਭਰੇ ਬੋਲਾਂ ਦੀ ਮੱਲਮ ਪੱਟੀ ਕਰਦੇ, ਉਹਨਾਂ ਨੂੰ ਆਪਣੇ ਨਾਲ ਮਿਲਾਉਂਦੇ। ਸ਼ਬਦਾਂ ਦੇ ਚੀਨੇ ਕਬੂਤਰਾਂ ਨੂੰ ਸ਼ਰੇਆਮ ਖਲਾ 'ਚ ਉਡਾਉਂਦੇ ਤੇ ਖਲਾ ਨੇ ਬੇਜ਼ੁਬਾਨਾਂ ਦੀ ਜ਼ੁਬਾਨ ਆਪਣੇ ਅੰਦਰ ਸਮੋ ਲਈ ਤੇ ਨਿੱਤ ਵਾਪਰਦੀਆਂ ਅਨੇਕ ਦਿਲ ਕੰਬਾਊ ਵਾਰਦਾਤਾਂ ਦਾ ਗਵਾਹ ਤੇ ਨਿਉਟਿਆਂ ਦੀ ਓਟ ਬਣ ਗਿਆ। ਫਿਰ ਉਹ ਦਿਨ ਆ ਗਿਆ ਜਦੋਂ ਖਲਾ ਖੁਦ ਦੀਵਾਰ ਬਣ ਗਿਆ, ਇੱਕ ਨਿਰੀ ਫੌਲਾਦੀ ਢਾਲ ਜਿਹਦੀ ਉਹੀ ਮਿਸਾਲ। ਇੱਕ ਆਵਾਜ਼ ਜਿਹਨੇ ਹੋਰਾਂ ਦੀ ਜ਼ੁਬਾਨ ਨੂੰ ਬੰਦ ਕਰਨਾ ਚਾਹਿਆ, ਉਹ ਚੁੱਪ ਕਰਾ ਦਿੱਤੀ ਗਈ। ਗੋਡਿਆਂ ਤੋਂ ਲੰਮੇ ਲਮਕਦੇ ਹੱਥ ਧਰਤੀ ਉੱਤੇ ਬੇਹਰਕਤ ਹੋ ਕੇ ਰਹਿ ਗਏ। ਸਿਫਤੀ ਦਾ ਘਰ ਛਲਣੀ ਛਲਣੀ ਹੋ ਗਿਆ। ਖਲਾ ਵਿੱਚ ਸਰਕਾਰੀ ਸਹਿਮ ਤੇ ਧੜਕਣ ਰਹਿਤ ਮਰੀਅਲ ਜੀ ਜ਼ਿੰਦਗੀ ਮੈਂ ਪਹਿਲੀ ਵਾਰ ਤੱਕੀ। ਜਲੰਧਰ ਸ਼ਹਿਰ 'ਚ ਅੰਗਰੇਜ਼ੀ ਹਕੂਮਤ ਵੇਲੇ ਇੱਕ ਵਾਰ ਕਰਫਿਊ ਲੱਗਾ ਸੁਣਿਆ ਸੀ। ਉੱਥੇ ਦੂਜੀ ਵਾਰ ਤੇ ਸਮੁੱਚੇ ਪੰਜਾਬ 'ਚ ਪਹਿਲੀ ਵਾਰ ਇਹ ਦ੍ਰਿਸ਼ ਦੇਖਿਆ। ਟਾਵੇਂ ਟਾਵੇਂ ਕੁੱਤਿਆਂ ਤੇ ਪੰਛੀਆਂ ਸਮੇਤ ਸੜਕਾਂ ਉੱਤੇ ਫੌਜੀ ਨੀਮ ਫੌਜੀ ਦਸਤੇ ਘੁੰਮਦੇ। ਕਰਫਿਊ ਲੱਗੇ ਸ਼ਹਿਰ 'ਚ ਸੱਚਮੁੱਚ ਵੀਰਾਨਗੀ ਪ੍ਰਤੱਖ ਦਿਸਦੀ। ਜਿਨ੍ਹਾਂ ਗਲੀਆਂ ਬਾਜ਼ਾਰਾਂ 'ਚ 2-3 ਦਿਨ ਪਹਿਲਾਂ ਰੌਣਕਾਂ ਤੇ ਬੱਚਿਆਂ ਦੇ ਖੇਡਣ ਮੱਲਣ ਦੇ ਨਜ਼ਾਰੇ ਦੇਖੇ ਸਨ, ਉੱਥੇ ਕੁੱਤਾ ਘੜੀਸਿਆ ਲੱਗਦਾ। ਸੱਚਮੁੱਚ ਜਿਵੇਂ ਸ਼ਹਿਰ 'ਚ ਬੰਦੇ ਤੀਵੀਆਂ ਤੇ ਬੱਚੇ ਆਦਿ ਕਿਧਰੇ ਚਲੇ ਗਏ ਹੋਣ। ਖੌਫ ਨੇ ਮਾਸੂਮ ਹੱਥੋਂ ਗੁਬਾਰੇ ਤੇ ਛੋਟਿਆਂ ਵੱਡਿਆਂ ਤੇ ਬੁੱਲਾਂ ਤੋਂ ਝੜਦੇ ਹਾਸਿਆਂ ਦੇ ਫੁਹਾਰੇ ਖੋਹ ਲਏ। ਦੁਕਾਨ ਮਕਾਨ ਖੰਡਰਾਂ ਦੀ ਡਰਾਉਣੀ ਚੁੱਪ ਵਿੱਚ ਤਬਦੀਲ ਹੋ ਗਏ। ਵਿੱਚ ਵਿੱਚ ਮੈਂ ਮਹਿਸੂਸ ਕਰਦਾ ਕਿ ਕੋਈ ਮੇਰਾ ਪਿੱਛਾ ਕਰਦਾ ਆ ਰਿਹਾ ਹੈ। ਮੈਂ ਮੁੜ ਮੁੜ ਪਿਛਾਂਹ ਨੂੰ ਦੇਖਦਾ, ਮੇਰੇ ਆਪਣੇ ਵਹਿਮ ਤੋਂ ਬਿਨਾਂ ਕੋਈ ਨਾ ਹੁੰਦਾ। ਦਗਦੀ ਮਗਦੀ ਸਿਰ ਪੈਰ ਰਹਿਤ ਅੱਗ ਕਿਸੇ ਦਾ ਲਿਹਾਜ਼ ਨਹੀਂ ਕਰਦੀ ਤੇ ਅਖੀਰ ਤਖਤ ਨੂੰ ਜਾ ਪਈ। ਕੌਮੀ ਤੇ ਕੌਮਾਂਤਰੀ ਆਵਾਜ਼ ਰਾਜਧਾਨੀ ਵਿੱਚ ਹੀ ਸਦਾ ਲਈ ਖਾਮੋਸ਼ ਕਰ ਦਿੱਤੀ ਗਈ। ਵੱਡਾ ਦਰਖਤ ਡਿੱਗਿਆ, ਧਰਤੀ ਕੰਬ ਗਈ। ਦਿਨ ਰਾਤ ਬਦਲਾਖੋਰ ਬਣ ਗਏ। ਨਿਰਦੋਸ਼ ਤੇ ਮਾਸੂਮ ਹੱਥ ਜ਼ਿੰਦਗੀ ਦੀ ਖੈਰ ਮੰਗਦੇ ਆਪਸ 'ਚ ਜੁੜੇ ਹੀ ਰਹਿ ਗਏ। ਘਰਾਂ ਅੰਦਰ ਭੈ ਭੀ ਤੇ ਆਂਢ ਗੁਆਂਢ ਵਿੱਚ ਪਨਾਹ ਲੈ ਕੇ ਬੈਠੇ ਲੋਕ ਅੱਗ ਦੀ ਬਲੀ ਚੜ੍ਹਾ ਦਿੱਤੇ ਗਏ, ਜਿਵੇਂ ਉਹਨਾਂ ਨੇ ਹੀ ਗੁਨਾਹ ਭਰਿਆ ਕਾਰਾ ਕੀਤਾ ਹੋਵੇ। ਜਾਦੂ ਸਿਰ ਚੜ੍ਹ ਕੇ ਬੋਲਿਆ, ਲੋਥਾਂ ਉੱਤੇ ਪਿਸ਼ਾਬ, ਬੇਕਿਰਕ ਕਤਲ, ਗਲਾਂ 'ਚ ਬਲਦੇ ਟਾਇਰ ਤੇ ਜ਼ਬਰ ਜਨਾਹ ਦੀਆਂ ਘਟਨਾਵਾਂ ਇਸ ਤਰ੍ਹਾਂ ਵਾਪਰਦੀਆਂ ਜਿਵੇਂ ਪਰਾਏ ਮੁਲਕ ਦੇ ਧਾੜਵੀ ਕਰਵਾ ਰਹੇ ਹੋਣ। ਖੂਨ ਕਾ ਬਦਲਾ ਖੂਨ ਸੇ ਲਹਿੰਗੇ ਦੇ ਨਾਅਰੇ ਬਿਜਲਈ ਮਾਧਿਅਮਾਂ ਉੱਤੇ ਸੁਣਦੇ। ਨਿਆਂ ਪਸੰਦ ਤੇ ਸੰਵੇਦਨਸ਼ੀਲ ਵਿਅਕਤੀ ਅਮਨ ਸ਼ਾਂਤੀ ਦੀਆਂ ਅਪੀਲਾਂ ਕਰਦੇ। ਬਹੁਤਿਆਂ ਦੀਆਂ ਰਾਤਾਂ ਦੀ ਨੀਂਦ ਹਨੇਰਿਆਂ ਵਿੱਚ ਹੀ ਗੁਆਚ ਗਈ।
ਕਈ ਵਾਰ ਪੂਰੀ ਗੱਲ ਨਾ ਹੁੰਦੀ, ਬੁੱਲ ਫਰਕ ਕੇ ਹੀ ਰਹਿ ਜਾਂਦੇ। ਇਹਨਾਂ ਗੈਰ ਯਕੀਨੀ ਤੇ ਸ਼ੱਕੀ ਹਾਲਾਤ ਵਿੱਚ ਭਾਈਏ ਨੇ ਮੈਨੂੰ ਸਲਾਹ ਦਿੱਤੀ, ਪੱਗ ਲਾ ਕੇ ਤੇ ਵਾਲ ਥੋੜ੍ਹੇ ਹੋਰ ਛੋਟੇ ਕਰਾ ਕੇ ਦਿੱਲੀ ਨੂੰ ਵਗ ਜਾ। ਬਖਸ਼ੀ ਸਣੇ ਸਾਰੇ ਰਿਸ਼ਤੇਦਾਰਾਂ ਨੂੰ ਅੱਖੀਂ ਦੇਖ ਕੇ ਆ। ਹੁਣ ਕੱਟ ਵੱਢ ਰੁਕ ਗਈ ਲੱਗਦੀ ਆ। ਦਿੱਲੀ ਬੱਸ ਅੱਡੇ ਤੋਂ ਵੱਡੇ ਭਰਾ ਕੋਲ ਜਾਂਦਿਆਂ ਚੁਫੇਰੇ ਫੈਲੇ ਸਹਿਮ ਨੂੰ ਮਹਿਸੂਸ ਕੀਤਾ। ਆਲਾ ਦੁਆਲਾ ਵੱਢ ਖਾਣ ਨੂੰ ਪੈਂਦਾ। ਧੁਆਂਖੇ ਘਰਾਂ ਨੂੰ ਵੇਖ ਕੇ ਮੈਨੂੰ ਆਪਣੇ ਘਰ ਬਿਜਲੀ ਦੇ ਮੀਟਰ ਕੋਲ ਚਿੜੀ ਵੱਲੋਂ ਬਣਾਏ ਉਹਦੇ ਆਲ੍ਹਣੇ ਦਾ ਖਿਆਲ ਆਇਆ, ਜਿਹਨੂੰ ਤੀਲਾ ਤੀਲਾ ਜੁੜ ਕੇ ਬਣਾਉਂਦਿਆਂ ਮੈਂ ਦੇਖਿਆ ਸੀ। ਪਰ ਜਦੋਂ ਅਚਾਨਕ ਹਨੇਰੀ ਝੱਖੜ ਆਇਆ ਤਾਂ ਉਹਦਾ ਕੱਖ ਉੱਡ ਗਿਆ ਤੇ ਫਿਰ ਮੀਟਰ ਦੀਆਂ ਤਾਰਾਂ ਵਿੱਚੋਂ ਚਿੰਗਿਆੜੇ ਨਿਕਲ ਪਏ ਸਨ ਤੇ ਚਿੜੀ ਆਪਣੇ ਪਰਿਵਾਰ ਸਮੇਤ ਪਲਾਂ ਵਿੱਚ ਹੀ ਰਾਖ ਹੋ ਗਈ ਸੀ। ਤੇ ਦਿਲ ਦਿਮਾਗ 'ਚ ਇੰਨਾ ਕੁਝ ਭਰ ਗਿਆ ਕਿ ਅਗਲੇ ਦਿਨ ਪਰਤ ਆਇਆ। ਮਾਨਵਤਾ ਕਿਧਰੇ ਲੋਪ ਹੋ ਗਈ ਲੱਗਦੀ। ਦਿਨਾਂ ਮਹੀਨਿਆਂ ਬਾਅਦ ਕਵਿਤਾਵਾਂ ਆਪ ਮੁਹਾਰੇ ਫੁੱਟ ਪਈਆਂ। 24 ਜੁਲਾਈ 85 ਮੇਰਾ 30ਵਾਂ ਜਨਮ ਦਿਨ ਤੇ ਦੇਸ਼ ਲਈ ਇਤਿਹਾਸਕ 11 ਸੂਤਰੀ ਰਾਜੀਵ ਲੌਂਗੋਵਾਲ ਸਮਝੌਤਾ। ਲੋਕ ਅਖਬਾਰਾਂ ਪੜ੍ਹਦੇ, ਖਬਰਾਂ ਸੁਣਦੇ, ਚੰਡੀਗੜ੍ਹ ਪੰਜਾਬ ਨੂੰ ਤੇ ਬਦਲੇ ਵਿੱਚ ਪੰਜਾਬ ਦੇ ਹਿੰਦੀ ਬੋਲਦੇ ਇਲਾਕੇ ਹਰਿਆਣੇ ਨੂੰ ਰਾਵੀ, ਬਿਆਸ ਤੇ ਪਾਣੀਆਂ ਦੀ ਵੰਡ, ਟ੍ਰਿਬਿਊਨਲ ਦੇ ਹਵਾਲੇ, ਕਾਨਪੁਰ ਤੇ ਬੋਕਾਰੋ ਤੇ ਨਵੰਬਰ ਦੰਗਿਆਂ ਦੀ ਜਾਂਚ, ਅਨੰਦਪੁਰ ਸਾਹਿਬ ਮਤਾ ਸਰਕਾਰੀਆ ਕਮਿਸ਼ਨ ਦੇ ਸਪੁਰਦ, ਫੌਜ ਤੋਂ ਭਗੌੜਿਆਂ ਦਾ ਪੁਨਰਵਾਸ ਆਦਿ। ਦਿੱਲੀ ਵਿੱਚ ਸਿੱਖ ਵਿਰੋਧੀ ਦੰਗਿਆਂ ਦੀ ਪੜਤਾਲ ਵਾਸਤੇ ਪਹਿਲਾਂ ਹੀ ਰੰਗਨਾਥ ਮਿਸ਼ਰ ਕਮਿਸ਼ਨ ਬੈਠਾ ਦਿੱਤਾ ਗਿਆ ਸੀ। ਸਮਝੌਤਾ ਧਿਰਾਂ ਦੇ ਮੁਖੀ ਰਾਤੋਂ ਰਾਤ ਅਮਨ ਦੇ ਮਸੀਹਾ ਬਣ ਗਏ। ਖੱਬੇ ਪੱਖੀ ਲੋਕਾਂ ਦੀ ਇਸ ਪਾਸੇ ਨਿਭਾਈ ਜਾ ਰਹੀ ਭੂਮਿਕਾ ਤੇ ਯੋਗਦਾਨ ਨੂੰ ਬਹੁਤਾ ਵਜ਼ਨ ਹੀ ਨਾ ਦਿੱਤਾ ਗਿਆ। ਅੱਤਵਾਦ ਦੇ ਖਿਲਾਫ ਨਰਮ ਦਲੀਆਂ ਵੱਲੋਂ ਵੀ ਹੁਣ ਸ਼ਾਂਤੀ ਤੇ ਭਾਈਚਾਰੇ ਦੀਆਂ ਗੱਲਾਂ ਸੁਣਨ ਨੂੰ ਮਿਲਣ ਲੱਗੀਆਂ। ਥਾਂ ਥਾਂ ਗੱਲਾਂ ਹੁੰਦੀਆਂ। ਜੇ ਸਹੀ ਨੀਤ ਨਾਲ ਸਮਝੌਤਾ ਲਾਗੂ ਹੋ ਜਾਏ ਤਾਂ ਪੰਜਾਬ ਤੇ ਦੇਸ਼ ਦੋਖੀਆਂ ਨੂੰ ਸਬਕ ਸਿਖਾਇਆ ਜਾ ਸਕਦਾ ਹੈ। ਪੰਜਾਬੀ ਹਿੰਦੀ ਇਲਾਕਿਆਂ ਦੇ ਦੇਣ ਲੈਣ ਦੀ ਗੱਲ ਕੁੰਦੂ ਖੇੜਾ ਕਰੂ ਨਬੇੜਾ ਉੱਤੇ ਆ ਮੁੱਕਦੀ। ਫਿਰ ਕੁਝ ਜਨੂੰਨੀ ਲੋਕ ਸਰਕਾਰੀ ਅਫਸਰਾਂ ਅੱਗੇ ਪੰਜਾਬੀ 'ਚ ਕਹਿੰਦੇ ਸੁਣੇ, ਸਾਡੀ ਮਾਂ ਬੋਲੀ ਹਿੰਦੀ ਲਿਖੋ ਜੀ। ਤੇ ਉਹ 11 ਕੁ ਮਹੀਨੇ ਭੰਬਲ ਭੂਸਿਆਂ 'ਚ ਬੀਤ ਗਏ। ਪੰਜਾਬ ਦਾ ਸੰਤਾਪ ਜਿਉਂ ਦਾ ਤਿਉਂ, ਨਾ ਹਾਲਾਤ ਬਦਲੇ ਨਾ ਮਨ ਪਰਤਿਆ। ਮਾਹੌਲ ਉਸ ਵਕਤ ਹੋਰ ਡਰਾਉਣਾ ਤੇ ਭਿਆਨਕ ਹੋ ਗਿਆ ਜਦੋਂ ਧਰਮ ਯੁੱਧ ਮੋਰਚੇ ਦੇ ਡਿਕਟੇਟਰ ਸੰਤ ਹਰਚੰਦ ਸਿੰਘ ਲੌਂਗੋਵਾਲ ਨੂੰ ਸੰਗਰੂਰ ਤੋਂ 30 ਕਿਲੋਮੀਟਰ ਦੂਰ ਅੱਤਵਾਦੀਆਂ ਨੇ ਗੋਲੀਆਂ ਮਾਰ ਕੇ ਹੱਤਿਆ 20 ਅਗਸਤ 1986 'ਚ ਕਰ ਦਿੱਤੀ। ਜਦੋਂ ਸ਼ੇਰਪੁਰ ਪਿੰਡ ਦੇ ਗੁਰਦੁਆਰੇ ਅੰਦਰ ਆਪਣਾ ਭਾਸ਼ਣ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਮੱਥਾ ਟੇਕ ਰਹੇ ਸਨ, ਪੰਜਾਬ 'ਚ ਸੋਗ ਦੀ ਲਹਿਰ ਹੋਰ ਸੰਘਣੀ ਹੋ ਗਈ। ਨਰਮ ਤੇ ਗਰਮ ਦਲਾਂ ਤੇ ਸਰਕਾਰ ਦੇ ਬਦਲਦੇ ਪੈਂਤੜਿਆਂ ਕਾਰਨ ਆਮ ਜਨਤਾ ਦਹਿਸ਼ਤ ਤੇ ਕਤਲੋਗਾਰਤ ਦੇ ਪੁੜਾਂ ਵਿਚਾਲੇ ਲਗਾਤਾਰ ਪਿਸਦੀ ਨਜ਼ਰ ਆਉਂਦੀ। ਅਮਨ ਏਕਤਾ ਹਰ ਹਾਲਤ ਵਿੱਚ ਬਣਾਈ ਰੱਖਣ ਤੇ ਬੁਰਸ਼ਾਗਰਦੀ ਦਾ ਮੂੰਹ ਤੋੜਵਾਂ ਜਵਾਬ ਦੇਣ ਦੀਆਂ ਅਪੀਲਾਂ ਹੁੰਦੀਆਂ। ਕੁਝ ਅਖਬਾਰਾਂ ਦੇ ਪ੍ਰਤੀਬੱਧ ਮਾਲਕਾਂ ਤੇ ਕਰਿੰਦੇ ਲੋਕਾਂ ਨਾਲ ਖੜਦੇ ਤੇ ਕੁਝ ਵਕਤੀ ਤੌਰ ਤੇ ਖੜਕੂਆਂ ਦੀਆਂ ਕੁਝੀਆਂ ਚਾਲਾਂ ਦਾ ਸ਼ਿਕਾਰ ਹੁੰਦੇ ਗਏ। ਇਸ ਕਾਲੇ ਕਾਲ ਦੌਰਾਨ ਮੇਰੀ ਨੌਕਰੀ ਦੇ ਪ੍ਰੋਬੇਸ਼ਨ ਤੋਂ ਬਾਅਦ ਤਰੱਕੀ ਹੋ ਗਈ ਤੇ ਮੈਂ ਗਜ਼ਟਡ ਅਫਸਰ ਬਣ ਗਿਆ। ਆਪਣੀ ਖੁਸ਼ੀ ਦੀ ਖਬਰ ਦੇਣ ਪਾਰਟੀ ਦਫ਼ਤਰ ਗਿਆ। ਵਧਾਈ, ਹੁਣ ਤੂੰ ਮੈਨੇਜਮੈਂਟ ਦਾ ਹਿੱਸਾ ਬਣ ਗਿਆ। ਅਸੀਂ ਚਾਹਾਂਗੇ ਤੂੰ ਬਹੁਤਾ ਨਾ ਇੱਥੇ ਆਵੇਂ। ਨਾਲੇ ਪਿਛਲੇ ਸਾਲਾਂ ਤੋਂ ਤੂੰ ਕਿਹੜਾ ਕਾਰਡ ਹੋਲਡਰ। ਜ਼ਿਲ੍ਹਾ ਸਕੱਤਰ ਨੇ ਮੈਨੂੰ 2 ਟੁਕ ਸਲਾਹ ਦਿੱਤੀ, ਇਹਦੇ 'ਚ ਤੇਰੀ ਬਿਹਤਰੀ ਆ। ਮੈਨੂੰ ਆਪਣਾ ਬਹੁਤ ਕੁਝ ਖੁੱਸਦਾ ਜਾਪਿਆ। ਪਿਛਲੇ 12 ਸਾਲਾਂ ਤੋਂ ਕਈ ਸਿਆਣੇ ਸਾਥੀਆਂ ਦਾ ਨਿੱਘਾ ਪਿਆਰ, ਆਪਣੱਤ ਤੇ ਸੁਚੱਜੀ ਅਗਵਾਈ ਤੋਂ ਇੱਕਦਮ ਵਿਰਵਾ ਮਹਿਸੂਸ ਹੋਇਆ, ਜਿਵੇਂ ਮੋਰਚੇ ਉੱਤੇ ਸ਼ਿੱਦਤ ਤੇ ਸੁਹਿਰਦਤਾ ਨਾਲ ਡਟਿਆ ਕੋਈ ਸਿਪਾਹੀ ਜ਼ਖਮੀ ਤੇ ਫਿਰ ਅਪਾਹਜ ਹੋ ਗਿਆ ਹੋਵੇ। ਤਨ ਦੀਆਂ ਸਰਗਰਮੀਆਂ ਮਨ ਦੀਆਂ ਸਰਗਰਮੀਆਂ 'ਚ ਅਨੁਵਾਦ ਹੋਣ ਲੱਗੀਆਂ। ਕਾਲੇ ਚਿੱਟੇ ਸ਼ਬਦਾਂ ਦੀਆਂ ਗੋਲੀਆਂ ਰਾਹੀਂ ਬੇਇਨਸਾਫੀ, ਅਮਨ ਭਾਈਚਾਰੇ ਨੂੰ ਸੰਨ ਲਾ ਰਹੇ ਦੁਸ਼ਟਾਂ ਤੇ ਸਮਾਜਿਕ ਅਬਰਾਬਰੀ ਵਿਰੁੱਧ ਦਾਗਣ ਦਾ ਪੱਕਾ ਫੈਸਲਾ ਮੈਂ ਮੰਚ ਪਿੰਡ ਨੂੰ ਬੱਸ ਵਿੱਚ ਜਾਂਦਿਆਂ ਕਰ ਲਿਆ। ਮੇਰੀ ਬਦਲੀ ਦਿੱਲੀ ਦੀ ਹੋ ਗਈ। ਮੈਂ ਘਰ ਦੇ ਵਿਹੜੇ 'ਚ ਪੈਰ ਪਾਉਂਦਿਆਂ ਭਾਈਏ ਤੇ ਮਾਂ ਨੂੰ ਦੱਸਿਆ। ਰੱਬ ਦਾ ਸ਼ੁਕਰ ਆ ਜਿੰਨੇ ਇੰਨੇ ਨੇੜੇ ਹੋ ਕੇ ਸੁਣੀ। ਮਾਂ ਨੇ ਮੇਰੀ ਅਧੂਰੀ ਗੱਲ ਸੁਣ ਕੇ ਕਾਹਲੀ ਨਾਲ ਆਖਿਆ ਤੇ ਧਰਤੀ ਨਮਸਕਾਰੀ। ਅਚਾਨਕ ਖਿੜਿਆ ਉਹਦਾ ਚਿਹਰਾ ਮੇਰੇ ਲਈ ਹੈਰਾਨੀ ਦਾ ਸਬੱਬ ਬਣ ਗਿਆ। ਮੇਰਾ ਸਿਰ ਪਲੋਸਦਿਆਂ ਉਹਨੇ ਪੁੱਛਿਆ, ਕਦੋਂ ਜਾਣਾ? ਮੈਂ ਤਾਂ ਕਹਿੰਦੀ ਹਾਂ ਵੀ ਜਿਹੜਾ ਭਲਕੇ ਜਾਣਾ ਅੱਜ ਹੀ ਦਿੱਲੀ ਦੀ ਗੱਡੀ ਚੜ੍ਹ ਜਾ। ਜ਼ਰਾ ਕੁ ਰੁਕ ਕੇ ਉਹਨੇ ਆਪਣੇ ਚਿੱਤ ਦੀ ਗੱਲ ਦੱਸੀ। ਕਾਮਰੇਡ ਕੁਲਵੰਤ 2 ਵਾਰ ਰਹਿ ਚੁੱਕੇ MLA, ਕਾਮਰੇਡ
ਕੁਲਵੰਤ ਸਿੰਘ ਰਾਹ ਬਦਲ ਬਦਲ ਕੇ ਤੈਨੂੰ ਫਿਰਨੀ ਦੇ ਮੋੜ ਤੇ ਛੱਡ ਕੇ ਜਾਂਦਾ। ਕਦੀ ਕਿਸੇ ਵੇਲੇ ਆਉਣਾ, ਕਦੀ ਕਿਸੇ ਵੇਲੇ। ਜ਼ਿੰਦਗੀ ਦਾ ਕੀ ਭਰੋਸਾ ਰਹਿ ਗਿਆ? ਹਰਦਮ ਜਾਨ ਸੁੱਕਦੀ ਰਹਿੰਦੀ ਆ। ਦਿੱਲੀ ਬੜੇ ਭਰਾ ਕੋਲ ਰਹੂੰਗਾ ਤਾਂ ਸਾਨੂੰ ਚਿੰਤਾ ਤਾਂ ਨਾ ਰਹੂ। ਸਾਧ ਦੇ ਕੁੱਤੇ ਵਾਂਗੂ ਜਿੱਥੇ ਕੋਈ ਕਾਮਰੇਡ ਦੇਖਿਆ ਉਹਦੇ ਮਗਰ ਤੁਰ ਪਿਆ। ਸਾਡੇ ਵਰਜਿਓਂ ਤਾਂ ਉਹਨਾਂ ਪਿੱਛਿਓਂ ਹਟਿਆ ਨਹੀਂ ਸੀ। ਚੱਲ ਹੁਣ, ਭਾਈਏ ਨੇ ਕਿਹਾ ਤੇ ਉਹਦੇ ਚਿਹਰੇ ਉੱਤੇ ਕਿਸੇ ਜੇਤੂ ਵਾਂਗ ਖੁਸ਼ੀ ਦੀ ਲਹਿਰ ਦੌੜਦੀ ਦਿਸੀ। ਮੇਰੀ ਤਰੱਕੀ, ਮੇਰੀ ਗੱਲ ਨੂੰ ਮਾਂ ਨੇ ਅੱਧ ਵਿਚਾਲੇ ਫੇਰ ਟੋਕ ਕੇ ਆਖਿਆ, ਲੀੜਾ ਕੱਪੜਾ ਕਦੋਂ ਨੂੰ ਰੱਖਣਾ? ਮੈਂ ਅੱਗੇ ਕੁਝ ਕਹਿੰਦਾ ਮਾਂ ਆਪੇ ਆਪਣੇ ਦਿਲ ਦੀ ਗੱਲ ਦੱਸਣ ਲੱਗੀ। ਇਹਨਾਂ ਚੰਦਰੇ ਦਿਨਾਂ ਤੇ ਕਲਹਿਣੀਆਂ ਰਾਤਾਂ ਨੇ ਮਾਵਾਂ ਦੇ ਸਰੂਆਂ ਵਰਗੇ ਪੁੱਤ ਨਿਗਲਣ ਦਾ ਦਾਈਆ ਬੰਨਿਆ ਹੋਇਆ। ਇਸ ਕਰਕੇ ਪੁੱਤ ਮੈਂ ਕਹਿੰਦੀ ਹਾਂ ਵੀ ਤੂੰ ਇੱਥੋਂ ਦੂਰ ਚਲੇ ਜਾ। ਉਹਨੇ ਆਪਣੀਆਂ ਅੱਖਾਂ 'ਚੋਂ ਡਿੱਗਣ ਕਰਦੇ ਹੰਝੂਆਂ ਨੂੰ ਦੁਪੱਟੇ ਦੇ ਲੜ ਨਾਲ ਪੂੰਝਦਿਆਂ ਆਖਿਆ, ਕਿਹਾ ਕਲਯੁਗ ਆ ਗਿਆ। ਮਾਵਾਂ ਪੁੱਤਾਂ ਦੀ ਲੰਮੀ ਉਮਰ ਲਈ ਉਹਨਾਂ ਨੂੰ ਆਪਣੇ ਹੱਥੀਂ ਘਰੋਂ ਦੂਰ ਭੇਜ ਕੇ ਦੁਆਵਾਂ ਕਰਦੀਆਂ ਤੇ ਫਿਰ ਮਿਲਣ ਲਈ ਤੜਫਦੀਆਂ ਤੇ ਵਿਲਕਦੀਆਂ। ਮਾਂ ਦਾ ਗਲਾ ਜਿਵੇਂ ਬੈਠ ਜਿਹਾ ਗਿਆ ਤੇ ਉਹਦੇ ਕਈ ਬੋਲ ਉਹਦੇ ਮੂੰਹ ਵਿੱਚ ਹੀ ਖਤਮ ਹੋ ਗਏ। ਮੈਂ ਇਹ ਪ੍ਰਭਾਵ ਦੇਣ ਦੀ ਕੋਸ਼ਿਸ਼ ਕੀਤੀ ਕਿ ਮੈਂ ਵੱਡੇ ਦਿਲ ਤੇ ਜਿਗਰੇ ਵਾਲਾ ਹਾਂ, ਪਰ ਅੰਦਰੋਂ ਬਰਫ਼ ਦੇ ਡਲਿਆਂ ਖੁਰਨ ਲੱਗ ਪਿਆ ਤੇ ਮਨ ਵਿੱਚ ਮੇਰੇ ਤਾਇਆ ਦੇ ਫੌਜੀ ਪੁੱਤਾਂ ਨੋਹਣੇ, ਫੁੰਮਣ ਤੇ ਮੱਦੀ ਬਾਰੇ ਤੁਲਨਾ ਹੁੰਦੀ ਦੀ ਸੀ। ਉਹਨਾਂ ਦੇ ਛੁੱਟੀ ਕੱਟ ਕੇ ਜਾਣ ਵੇਲੇ ਵਿਹੜੇ ਦੀਆਂ ਅੱਧੀਆਂ ਕੁੜੀਆਂ, ਬੁੜੀਆਂ ਤੇ ਨਿਆਣੇ ਸਿਆਣੇ ਇਕੱਠੇ ਹੁੰਦੇ। ਗੱਲਾਂ ਹੁੰਦੀਆਂ। ਗਿਣਤੀ ਦੇ ਦਿਨ ਚੁਟਕੀ 'ਚ ਮੁੱਕ ਜਾਂਦੇ ਆ। ਲੱਗਦਾ ਹੀ ਨਹੀਂ ਵੀ ਨੌਣਾ ਮਹੀਨੇ ਦੀ ਛੁੱਟੀ ਆਇਆ ਹੋਵੇ। ਕੋਈ ਦੱਸਦਾ ਨਦੀ ਨਾਮ ਸੰਜੋਗੀ ਮੇਲੇ। ਚਲੋ ਤੰਦਰੁਸਤੀ ਰਹਿਣੀ ਚਾਹੀਦੀ ਆ। ਢਿੱਡ 'ਚ ਝੁਲਕਾ ਪਾਉਣ ਲਈ ਹੀਲਾ ਵਸੀਲਾ ਤਾਂ ਕਰਨਾ ਹੀ ਪੈਂਦਾ। ਮੈਂ ਦੇਖਦਾ ਕਿ ਮੇਰੀਆਂ ਤਾਈਆਂ ਉਹਨਾਂ ਦੀਆਂ ਨੂੰਹਾਂ ਧੀਆਂ ਸੇਜਲ ਅੱਖਾਂ ਨਾਲ ਉਹਨਾਂ ਨੂੰ ਤੋਰਦੀਆਂ ਮਾਹੌਲ 'ਚ ਕੁਝ ਚਿਰ ਵਾਸਤੇ ਮੱਲੋ ਮੱਲੀ ਚੁੱਪ ਵਰਤ ਜਾਂਦੇ। ਮੇਰੇ ਚੇਤਿਆਂ ਦੀ ਲੜੀ ਭਾਈਏ ਦੇ ਹੁੱਕੇ ਦੀ ਮੂੰਹ ਵਿਚਲੀ ਨੜੀ ਦੀ ਗੁੜ ਨਾਲ ਟੁੱਟੀ। ਬੁਢਾਪਾ ਸਾਡੇ ਤੇ ਛਾਲਾ ਮਾਰਦਾ ਚੜ੍ਹਦਾ ਆ ਰਿਹਾ ਹੁਣ। ਇਹ ਨਾ ਹੋਵੇ ਵੀ ਮੁੜ ਕੇ ਪਿੰਡ ਨੂੰ ਬੱਤੀ ਨਾ ਵਾਹੇ। ਦੱਸਦੇ ਆ ਜਿਹੜਾ ਦਿੱਲੀ ਜਾਂਦਾ ਉੱਥੇ ਦਾ ਹੋ ਕੇ ਰਹਿ ਜਾਂਦਾ। ਅਜੇ ਸਾਰੀ ਕਬੀਲਦਾਰੀ ਨਜਿੱਠਣ ਵਾਲੀ। ਭਾਈਏ ਦੀਆਂ ਅੱਖਾਂ 'ਚ ਮਜਬੂਰੀਆਂ ਤੇ ਬੇਯਕੀਨੀ ਦਾ ਵਗਦਾ ਦਰਿਆ ਮੈਂ ਤੱਕਿਆ ਜੋ ਕੰਢਿਆਂ ਤੋਂ ਬਾਹਰ ਉਛਲਣ ਲਈ ਉਤਾਵਲਾ ਸੀ। ਭਾਈਆ ਤੂੰ ਫਿਕਰ ਨਾ ਕਰ, ਮੈਂ ਤੇਰੇ ਨਾਲ ਆ। ਆਪਣੀ ਜ਼ਿੰਮੇਵਾਰੀ ਸਮਝਦਿਆਂ ਮੈਂ ਦ੍ਰਿੜ ਇਰਾਦੇ ਨਾਲ ਭਰੋਸਾ ਦਵਾਇਆ। ਭਾਈਆ ਕਰਦਾ ਇਹਦਾ ਮਤਲਬ ਪਤਾ? ਆਪਣੇ ਜਿਸਮ ਵੱਲ ਹੱਥ ਨਾਲ ਇਸ਼ਾਰਾ ਕਰਦਿਆਂ ਉਹਨੇ ਆਖਿਆ, ਇਸ ਸਰੀਰ ਦੇ ਬਹਾਨੇ ਤੂੰ ਪੈਦਾ ਹੋਇਆ, ਇਸ ਸਰੀਰ ਦਾ ਤੂੰ ਹਿੱਸਾ। ਸੋ ਆਪਾਂ ਇਸ ਤਰੀਕੇ ਦੋਵੇਂ ਜਣੇ ਭਾਈ ਆ। ਭਾਈ? ਹਾਂ, ਭਰਾ। ਭਾਈਏ ਨੇ ਕਿਸੇ ਗੁਣੀ ਗਿਆਨੀ ਵਾਂਗ ਗੱਲ ਕੀਤੀ ਜਿਸ ਵਿੱਚ ਨਹੋਰਾ ਵੀ ਸਾਫ਼ ਝਲਕਦਾ ਦਿਖਾਈ ਦਿੱਤਾ। ਰਾਤ ਭਰ ਮੈਂ ਆਪਣੇ ਅਦਿੱਖ ਖਿਆਲਾਂ ਦੇ ਘੇਰੇ 'ਚ ਘਿਰਿਆ ਰਿਹਾ। ਦੋਸਤਾਂ ਮਿੱਤਰਾਂ ਜੋ ਪੈਰ ਤੇ ਮੇਰੇ ਅੰਗ ਸੰਗ ਰਹੇ ਤੋਂ ਇੱਕਦਮ ਅਚਨਚੇਤ 400 ਕਿਲੋਮੀਟਰ ਦੂਰ ਦੇ ਮਹਾਨਗਰ ਦਾ ਸੋਚ ਕੇ ਦਿਲ ਭਾਰਾ ਜਿਹਾ ਹੁੰਦਾ ਰਿਹਾ। ਅਗਲੀ ਸਵੇਰ 28 ਮਾਰਚ 87 ਨੂੰ ਮੇਰੀ ਮਾਂ ਤੇ ਭੈਣਾਂ ਮੇਰੇ ਤੋਂ ਪਹਿਲਾਂ ਉੱਠ ਕੇ ਮੇਰੇ ਜਾਣ ਦੀ ਤਿਆਰੀ ਦੀ ਆਹ 'ਚ ਕਾਹਲੀ ਕਦੀ ਦਿਲਾਨ ਅੰਦਰ ਕਦੀ ਰਸੋਈ 'ਚ ਆਉਂਦੀਆਂ ਜਾਂਦੀਆਂ ਨਜ਼ਰੀ ਪਈਆਂ। ਭਾਈਆ ਸਾਈਕਲ ਮੈਂ ਸ਼ਰਮੇ ਦੀ ਦੁਕਾਨ ਤੇ ਖੜਾ ਕਰ ਜਾਊਂਗਾ। ਮੈਂ ਸਾਈਕਲ ਤੇ ਲੱਤ ਦਿੱਤੀ ਤੇ ਦਿੱਲੀ ਲਈ ਰਵਾਨਾ ਹੋ ਗਿਆ। ਕੁਝ ਪੈਡਲ ਮਾਰਨ ਤੋਂ ਬਾਅਦ ਜਦੋਂ ਥੋੜ੍ਹਾ ਅੱਗੇ ਜਾ ਕੇ ਮੈਂ ਕੈਰੀਅਰ ਉਤਲੇ ਬੈਗ ਨੂੰ ਟੋਇਆ ਤੇ ਪਿਛਾਂਹ ਮੁੜ ਕੇ ਦੇਖਿਆ ਭਾਈਆ ਮੇਰੀ ਨਿਗਾਹ ਨਾ ਪਿਆ। ਮਾਂ, ਭੈਣਾਂ ਤੇ ਛੋਟਾ ਭਰਾ ਕੁਲਦੀਪ ਅਜੇ ਉੱਥੇ ਫਿਰਨੀ ਤੇ ਖੜੇ ਮੇਰੇ ਤੇਜ਼ ਦੌੜਦੇ ਸਾਈਕਲ ਵੱਲ ਦੇਖ ਰਹੇ ਸਨ। ਸੜਕ ਦੇ ਦੁਵੱਲੇ ਪੱਕ ਰਹੀਆਂ ਲਹਿ ਲਹਾਉਂਦੀਆਂ ਕਣਕਾਂ ਜਿਵੇਂ ਮੈਨੂੰ ਆਪਣੀਆਂ ਜਵਾਨ ਤੇ ਵਿਆਹੁਣਯੋਗ ਹੋ ਰਹੀਆਂ ਭੈਣਾਂ ਦਾ ਅਹਿਸਾਸ ਕਰਵਾ ਰਹੀਆਂ ਸਨ। ਮੈਨੂੰ ਮਹਿਸੂਸ ਹੁੰਦਾ ਜਿਵੇਂ ਸਾਰਾ ਪਰਿਵਾਰ ਮੇਰੇ ਨਾਲ ਮੇਰਾ ਪਿੱਛਾ ਕਰਦਾ ਆ ਰਿਹਾ ਹੋਵੇ। ਧੰਨਵਾਦ। ਪੀਰ ਮਾਧੋਪੁਰੀ ਦੀ ਸਵੈ ਜੀਵਨੀ ਛਾਂਗਿਆ ਰੁੱਖ ਦਾ ਅਗਲਾ ਲੇਖ ਹੈ ਜ਼ਿੰਦਗੀ ਤੇ ਮੌਤ ਵਿਚਾਲੇ। ਇਸ ਕੰਜਰ ਦੇ ਪੁੱਤ ਨੇ ਆਪ ਤਾਂ ਮਰਨਾ, ਨਾਲ ਸਾਨੂੰ ਵੀ ਮਰਵਾਉਣਾ। ਇਹਨੂੰ 4 ਭੌਂਟਣੀਆਂ ਦੇ ਕੇ ਨਰੜ ਦੇ ਕਿਤੇ, ਆਪੇ ਰੰਨ ਨਾਲ ਪੁੱਤ ਬਣ ਜਾਊ। ਨਾਲੇ ਫੇਰ ਦੇਖਾਂਗੇ ਸਾਡਾ ਕਿੰਨਾ ਕੁ ਹਾਲ ਚਾਲ ਪੁੱਛਣ ਆਉਂਦਾ। ਭਾਈਆ ਆਪਣੇ ਗੁਸੈਲ ਸੁਭਾਅ ਮੁਤਾਬਕ ਉੱਲਰ ਪਿਆ, ਪਰ ਮਾਂ ਪੱਥਰ ਚੁੱਪ ਤੇ ਅਹਿਲ ਖੜੀ ਸੀ। ਭਾਈਏ ਦਾ ਇੱਕੋ ਸਾਹੀ ਬੋਲਦੇ ਦਾ ਅਕਹਿਰਾ ਸਰੀਰ ਹਲਕਾ ਜਿਹਾ ਕੰਬਦਾ ਲੱਗਿਆ। ਉਹਦੀਆਂ ਅੱਖਾਂ ਕਦੀ ਅੰਦਰ ਤੇ ਕਦੀ ਰਾਹ ਵੱਲ ਨੂੰ ਫੁਰਤੀ ਨਾਲ ਵੇਖਦੀਆਂ। ਐਤਕੀ ਮੈਂ ਆਪਣੀ ਮਰਜ਼ੀ ਨਾਲ ਥੋੜ੍ਹਾ ਆਇਆ ਤੁਹਾਡਾ। ਚੁੱਪ ਕਰ ਜਾ ਕੁੱਤੇ ਦੇ ਤੁਕਮਾ, ਨਹੀਂ ਤਾਂ ਜੁੱਤੀਆਂ ਮਾਰ ਖੋਪਰ ਭੰਨ ਦੋ। ਭਾਈਏ ਦੇ ਬੋਲ ਇੰਨੇ ਉੱਚੇ ਕਿ ਵਿਹੜੇ ਦੇ
ਤੇ ਕੁਝ ਗੁਆਂਢੀ ਘਰਾਂ ਦੇ ਜੀ ਪਲਾਂ 'ਚ ਆ ਜੁੜੇ। ਬਾਰੀਆਂ ਦੇ ਗੁਰਮੁਖ ਨੇ ਆਉਂਦਿਆਂ ਹੀ ਪੁੱਛਿਆ, ਅਸੀਂ ਤਾਂ ਪੈਛੜ ਸੁਣੀ ਵੀ ਖੇਤਾਂ ਦੇ ਖੋਬੇ 'ਚ ਕੌਣ ਦੌੜਦਾ ਆ ਰਿਹਾ ਹੈ। ਯਾਰ ਹੱਦ ਹੋ ਗਈ, ਗੱਲ ਤਾਂ ਦੱਸੋ। ਤਾਏ ਰਾਮ ਸਿੰਘ ਨੇ ਆਪਣੇ ਵਿਰਲੇ ਜਿਹੇ ਦਾੜੇ ਉੱਤੇ ਹੱਥ ਫੇਰਦਿਆਂ ਕਾਹਲੀ ਨਾਲ ਪੁੱਛਿਆ। ਹੋਣਾ ਕੀ ਹੈ, ਅੱਤਵਾਦੀਆਂ ਨੇ ਘੇਰ ਲਿਆ। ਭਾਈਏ ਨੇ ਦੱਸਿਆ। ਹਲਾ ਕਿੱਥੇ? ਤਾਏ ਨੇ ਫਿਰ ਉਤਸੁਕਤਾ ਨਾਲ ਪੁੱਛਿਆ। ਹਾਂ, ਪੀਰ ਦੀ ਖਾਨਗਾਹ ਦੇ ਪਰਲੇ ਪਾਸੇ। ਹੈ, ਦਿਨੇ ਨੇਰ, ਪਿੰਡ ਦੇ ਬਾਹਰ ਹੀ। ਅਜੇ ਤਾਂ 8 ਨਹੀਂ ਵੱਜੇ। ਕੱਲਾ ਸੀ ਤੂੰ ਕਿ ਕੋਈ ਨਾਲ ਵੀ ਸੀ? ਤਾਏ ਨੇ ਬੜੀ ਤਵੱਜੋ ਨਾਲ ਸਵਾਲਾਂ ਦੀ ਝੜੀ ਲਾ ਦਿੱਤੀ। ਧਿਆਨ ਤੇ ਮੈਂ ਸੀਗੇ, ਮੈਂ ਦੱਸਿਆ। ਪੁੱਛ ਪੜਤਾਲ ਜਾਰੀ ਸੀ ਕਿ ਧਿਆਨ ਆ ਗਿਆ। ਉਹਦੇ ਪਿੱਛੇ ਪਿੱਛੇ ਬਾਬਿਆਂ ਦਾ ਸਾਧੂ। ਉਹਨੇ ਆਪਣੇ ਸਦਾ ਖੁਸ਼ਕ ਰਹਿੰਦੇ ਸੰਗ ਵਿੱਚ ਹੀ ਹੌਲੀ ਦੇਣੀ ਖੰਗੂਰਾ ਮਾਰਦਿਆਂ ਕਿਹਾ, ਚੰਦ ਦੀ ਚਾਨਣੀ ਸ਼ਾਇਦ ਪੁੰਨਿਆ ਜਾਂ 1-2 ਦਿਨ ਬਾਅਦ ਦੀ ਰਾਤ ਵਿੱਚ ਇਹਨਾਂ ਵੱਲ ਤਾਣੀ ਛੋਟੀ ਬੰਦੂਕ AK-47 ਦੇਖ ਮੈਂ ਪਿੱਛੇ ਹਰਨਾੜੀ ਰੋਕ ਲਈ ਤੇ ਮੈਂ ਦੇਖਿਆ ਕਿ ਧਿਆਨ ਦਾ ਸਾਹ ਨਾਲ ਸਾਹ ਨਹੀਂ ਰਲ ਰਿਹਾ ਸੀ। ਤੀਵੀਆਂ ਬੰਦੇ ਸਾਡੇ ਮੂੰਹ ਵੱਲ ਤਰਸਦੇ ਦਿਆ ਭਰੀਆਂ ਨਜ਼ਰਾਂ ਨਾਲ ਦੇਖਦੇ ਖਾਮੋਸ਼ ਖੜੇ ਸਾਰੀ ਵਾਰਦਾਤ ਨੂੰ ਗੌਰ ਨਾਲ ਸੁਣ ਰਹੇ ਸਨ। ਤੇ ਮੈਂ ਹਰਨਾੜੀ ਵੱਢ ਵਿੱਚ ਹੀ ਪਾ ਲਈ, ਜਿੱਥੇ ਗੁਰਮੁਖ ਹੋਰਾਂ ਦੀ ਕਣਕ ਦੀਆਂ ਭਰੀਆਂ ਹਾਲੇ ਵੀ ਪਈਆਂ ਪੁੰਗਰ ਰਹੀਆਂ। ਪੈਰ ਖੁੱਬਦੇ ਆ। ਬਾਬਾ ਸਾਧੂ ਫੇਰ ਸੰਗ ਘਰੋੜ ਕੇ ਬੋਲਿਆ, ਸਾਰੀ ਕਬੀਲਦਾਰੀ ਅਜੇ ਨਜਿੱਠਣ ਵਾਲੀ ਆ। ਬੜਾ ਆਪ ਟੱਬਰਦਾਰ ਹੋ ਗਿਆ। ਅਸੀਂ ਹੁਣ ਤੇਰੇ ਹੱਥਾਂ ਵੱਲ ਹੀ ਦੇਖਦੇ ਹਾਂ, ਚਾਹੇ ਮੈਂ ਵੀ ਅਜੇ ਦਿਹਾੜੀ ਟੱਪਾ ਕਰ ਲਈ ਨਾ। ਭਾਈਏ ਨੇ ਆਪਣੇ ਭਵਿੱਖ ਦੀ ਚਿੰਤਾ ਭਰੀ ਕਹਾਣੀ ਦਾ ਸੰਖੇਪ ਸਾਰ ਪੇਸ਼ ਕੀਤਾ। ਉਹਦੇ ਬੁੱਲ੍ਹ ਤੇ ਚਿਹਰੇ ਦਾ ਮਾਸ ਫਰਕਦੇ ਦਿਸੇ। ਠਾਕਰਾ ਅਕਾਲ ਪੁਰਖ ਦਾ ਸ਼ੁਕਰ ਮਨਾ, ਮੁੰਡੇ ਬਚ ਗਏ। ਬੁੱਲਾ ਆਇਆ ਨਿਕਲ ਗਿਆ। ਤਾਏ ਨੇ ਦਿਲਾਸਾ ਦਿੱਤਾ, ਤੁਸੀਂ ਫਿਕਰ ਨਾ ਕਰੋ, ਤਸੱਲੀ ਰੱਖੋ। ਮੈਂ ਆਪਣੇ ਭਾਈਏ ਤੇ ਮਾਂ ਨੂੰ ਹੌਸਲਾ ਦੇਣ ਦੀ ਕੋਸ਼ਿਸ਼ ਕੀਤੀ। ਮੈਨੂੰ ਮਾਂ ਦੀਆਂ ਅੱਖਾਂ 'ਚ ਭਰਿਆ ਪਾਣੀ ਉਹਨਾਂ ਵਿੱਚੋਂ ਬਾਹਰ ਨੂੰ ਟਪਕਣ ਲਈ ਕਾਹਲਾ ਜਾਪਿਆ। ਮੈਨੂੰ ਲੱਗਿਆ ਵੀ ਅੱਜ ਸਾਡਾ ਨੰਬਰ ਲੱਗ ਗਿਆ। ਪਰ ਧਿਆਨ ਤਾਜ਼ਾ ਬੀਤੀ ਦੱਸਣ ਦੀ ਕੋਸ਼ਿਸ਼ ਕਰਨ ਲੱਗਾ। ਸਾਨੂੰ ਦੋਹਾਂ ਨੂੰ ਉਹਨਾਂ ਨੇ ਆਪਣੇ ਮੂਹਰੇ 10-15 ਫੁੱਟ ਤੇ ਬਰੋਬਰ ਖੜੇ ਕਰ ਲਿਆ। ਕਹਿੰਦੇ ਸਾਲੇ ਸੜਕਾਂ ਉੱਤੇ ਬੀੜੀਆਂ ਪੀਂਦੇ ਫਿਰਦੇ ਆ। ਬਾਬੇ ਨੇ ਜਦੋਂ ਹਰਨਾੜੀ ਖੇਤ 'ਚ ਪਾ ਲਈ ਤਾਂ ਉਹਨਾਂ ਦਾ ਧਿਆਨ ਉੱਧਰ ਹੋ ਗਿਆ ਤੇ ਮੈਂ ਵੀ ਹੁਸ਼ਿਆਰੀ ਨਾਲ ਖੇਤੀ ਬਹਿ ਗਿਆ। ਦੌੜ ਨਾ ਹੋਵੇ, ਪੈਰ ਖੁੱਬਦੇ ਜਾਣ। ਮੈਂ ਫਿਰ ਵੀ ਦੌੜਦਾ ਰਿਹਾ। ਉਹ ਕਹਿੰਦੇ ਰਹੇ, ਰੁਕ ਜਾ ਨਹੀਂ ਤਾਂ ਗੋਲੀ ਮਾਰ ਦਿਆਂਗੇ। ਧਿਆਨ ਨੇ ਮੈਨੂੰ ਦੂਜੇ ਪਾਸੇ ਦੌੜਨ ਲਈ ਕਿਹਾ ਕਿ ਘੱਟੋ ਘੱਟ ਇੱਕ ਜਣਾ ਤਾਂ ਬਚ ਜਾਏਗਾ। ਮੇਰੇ ਸੱਜੇ ਹੱਥ ਕੰਡਿਆਲੀ ਤਾਰ ਤੇ ਢੇਰ ਸੀਗੇ ਤੇ ਭੱਜ ਕੇ ਜਾਣਾ ਕਿੱਥੇ ਸੀ, ਮੈਂ ਦੱਸਿਆ। ਫਿਰ ਉਹ ਬੇਹਿਆ ਗਾਲਾਂ ਕੱਢਣ ਲੱਗੇ। ਇੱਕ ਨੇ ਕਿਹਾ, ਗੋਲੀ ਪਾਰ ਕਰ ਤੇ ਕੰਮ ਨਿਬੇੜ, ਬਹੁਤੀਆਂ ਗੱਲਾਂ ਨਾ ਕਰ। ਅੱਛਾ। ਫਿਰ ਉਸ AK-47 ਵਾਲੇ ਦੇ ਚਿੱਤ 'ਚ ਪਤਾ ਨਹੀਂ ਕੀ ਆਇਆ ਤੇ ਮੈਨੂੰ ਆਖਣ ਲੱਗਾ, ਤੂੰ ਸਾਡਾ ਸਿੱਖ ਭਰਾ, ਅੱਜ ਤੈਨੂੰ ਬਖਸ਼ਤਾ। ਅੱਗੇ ਤੋਂ ਸ਼ਰਾਬ ਪੀਤੀ ਜਾਂ ਅੰਗਰੇਜ਼ੀ ਬੋਲੀ ਤਾਂ ਉਡਾ ਦਿਆਂਗੇ। ਇਹਦਾ ਮਤਲਬ ਵੀ ਗੁੱਡ ਤੈਨੂੰ ਪੱਗ ਨੇ ਬਚਾ ਲਿਆ। ਤੇ ਫਿਰ ਉਹ ਚਲੇ ਗਏ। ਤਾਏ ਰਾਮ ਸਿੰਘ ਨੇ ਪੁੱਛਿਆ। ਤਾਇਆ, ਉਹਨਾਂ ਸਾਈਕਲ ਤੇ ਲੱਤ ਦਿੱਤੀ ਤੇ ਚਲੇ ਗਏ। ਲੋਈਆਂ ਦੀਆਂ ਬੁੱਕਲਾਂ ਮਾਰੀਆਂ ਸੀਗੀਆਂ ਤੇ ਮੈਂ ਦੌੜ ਕੇ ਸਿੱਧਾ ਜੋਗਿੰਦਰ ਫੌਜੀ ਦੇ ਘਰ ਗਿਆ ਵੀ ਰਫਲ ਕੱਢ ਕੇ ਉਹਨਾਂ ਦਾ ਪਿੱਛਾ ਕਰੀਏ। ਫਿਰ ਉਹ ਕਹਿੰਦਾ ਪੁਲਿਸ ਨੇ ਹਥਿਆਰ ਥਾਣੇ ਜਮ੍ਹਾਂ ਕਰਾਏ ਹੋ ਆ, ਮੈਂ ਦੱਸਿਆ। ਪੁਲਿਸ ਵਾਲੇ ਆਪ ਡਰਦੇ ਜਾਨ ਲੁਕਾਉਂਦੇ ਫਿਰਦੇ ਆ। ਤਾਇਆ ਮਿੰਨਾ ਜਿਹਾ ਹੱਸਿਆ। ਅਸੀਂ 5-7 ਜਣੇ ਡਾਂਗਾਂ ਟਕੂਏ ਲੈ ਕੇ ਗਏ ਪਰ ਰਸਗੂਆਂ ਤੋਂ ਮੁੜ ਆਏ। ਮੈਂ ਸਾਰਿਆਂ ਨੂੰ ਹੋਰ ਦੱਸਿਆ ਤੇ ਉਹਨਾਂ ਦਾ ਨਿੱਕਾ ਜਿਹਾ ਹਾਸਾ ਨਿਕਲ ਗਿਆ। ਭਾਈਏ ਨੇ ਮਲਕ ਦੇਣੀ ਆਖਿਆ, ਉੱਲੂ ਦੇ ਪੱਠੇ, ਕਿੱਥੇ ਡਾਂਗਾਂ, ਕਿੱਥੇ AK-47। ਕਈ ਵਾਰੀ ਸ਼ਿਕਾਰ ਸਧਾਰਨ ਤੇ ਰਵਾਇਤੀ ਹਥਿਆਰਾਂ ਨਾਲ ਵੀ ਕਾਬੂ ਆ ਜਾਂਦਾ। ਦ੍ਰਿੜ ਇਰਾਦਾ ਤੇ ਹੌਸਲਾ ਹੋਣਾ ਚਾਹੀਦਾ। ਇਹੋ ਜਿਹੇ ਫਸਲੀ ਬਟੇਰੇ ਹਥਿਆਰਾਂ ਦੇ ਸਿਰ ਤੇ ਸ਼ੇਰ ਆ। ਉੱਦਾਂ ਦਬਕਾ ਮਾਰਿਆ ਹੋਵੇ ਤਾਂ ਬੂਟਾਂ 'ਚ ਪਾਣੀ ਭਰ ਜਾਂਦਾ। ਨਾਲੇ ਅਸੀਂ ਇੰਨੇ ਤੇ ਉਹ 2 ਜਣੇ ਸੀਗੇ, ਮੈਂ ਆਖਿਆ ਤੇ ਅੱਗੋਂ ਕਿਸੇ ਨੇ ਹੂੰ ਹਾਂ ਨਾ ਕੀਤੀ। ਤੇ ਇਸ ਹਾਲਤ ਵਿੱਚ ਵੀ ਮੈਨੂੰ ਉਸ ਗੋਲੇ ਸੜਕ ਦਾ ਬਦੋਬਦੀ ਚੇਤਾ ਆ ਗਿਆ ਜਿੱਥੋਂ ਅਸੀਂ ਪਿਛਾਂਹ ਨੂੰ ਮੁੜੇ ਸੀ ਤੇ ਜਿਹਨੂੰ 8-9 ਸਾਲ ਪਹਿਲਾਂ ਆਪਣੇ ਕਾਲਜ ਦੀਆਂ ਜੂਨ-ਜੁਲਾਈ ਦੀਆਂ ਛੁੱਟੀਆਂ ਦੌਰਾਨ ਕੜਾਕੇਦਾਰ ਧੁੱਪ ਗਰਮੀ ਵਿੱਚ ਮੈਂ ਬਾਂਸ ਦੇ ਝਾੜੂ ਨਾਲ ਸਾਫ਼ ਕਰਦਿਆਂ ਤੇ ਮਿੱਟੀ ਹੂੰਝਦਿਆਂ ਹੋਰਾਂ ਮਜ਼ਦੂਰਾਂ ਨਾਲ ਲੁੱਕ ਪਾਈ ਸੀ। ਆਪਣੇ ਸਿਰ ਉਤਲੇ ਮਧੇੜ ਤੋਂ ਥੋੜ੍ਹਾ ਉੱਚਾ ਕਰਕੇ ਦੋਹਾਂ ਹੱਥਾਂ ਬਾਹਾਂ ਨਾਲ ਬਰੀਕ ਬਜਰੀ ਦੀਆਂ ਟੋਕਰੀਆਂ ਨੂੰ ਚੱਕਰੀ ਵਾਂਗ ਘੁਮਾ ਕੇ ਮਾਰਨ ਤੇ ਉਹਨਾਂ ਦੀ ਪਤਲੀ ਜਿਹੀ ਪਰਤ ਦਾ ਨਜ਼ਾਰਾ ਮੇਰੀਆਂ ਅੱਖਾਂ ਸਾਹਮਣੇ ਆ ਗਿਆ, ਜਿਸ ਵਿੱਚੋਂ ਧੂੜ ਦਾ ਨਿੱਕਾ ਜਿਹਾ ਗੁਬਾਰ ਜਿਹਾ ਉੱਠਦਾ ਦਿਸਿਆ ਤੇ ਪਲਕੂ ਪਿੱਛੋਂ ਉਹਦੀ ਹੋਂਦ ਖਤਮ ਹੋ ਜਾਂਦੀ। ਪਰ ਕੜਾਹੇ ਹੇਠ ਬਲਦੀ ਅੱਗ ਦੀ ਲੰਬ ਨੂੰ ਹੋਰ ਵੱਡੀ ਕਰਨ ਲਈ ਲੱਕੜਾਂ ਪਾਉਂਦੇ ਸਮੇਂ ਅਚਾਨਕ ਛੋਟੀ ਜਿਹੀ ਬੱਦਲੀ ਵਿੱਚੋਂ ਮੋਟੀਆਂ-ਮੋਟੀਆਂ ਛਿੱਟਾਂ ਵਰੀਆਂ
ਤੇ ਉਹਨਾਂ ਨਾਲ ਉਬਲ ਰਹੀ ਲੁੱਕ ਦੇ ਛਿੱਟੇ ਬਾਹਰ ਨੂੰ ਨਿਕਲ ਕੇ ਮੇਰੀ ਸੱਜੀ ਬਾਂਹ 'ਤੇ ਪੈ ਗਏ ਤੇ ਮੈਂ ਤੜਫ ਕੇ ਰਹਿ ਗਿਆ ਸੀ। ਗੁੱਡ, ਕਿੱਧਰ ਗੁਆਚ ਗਿਆ? ਤਾਏ ਨੇ ਮੇਰੀ ਬਾਂਹ ਫੜ ਕੇ ਹਿਲਾਉਣਿਆ। ਕਹਿੰਦੇ ਸਤਿਗੁਰੂ ਨੇ ਤੈਨੂੰ ਬਖਸ਼ਤਾ। ਹੁਣ ਜੇ ਤੇਰੇ ਕੋਲ ਆਪ ਭੁੰਜੇ ਰੱਖਦੇ ਤੇ ਦਫਾ ਹੋ ਜਾ। ਜੇ ਪਿੱਛਾ ਮੁੜ ਕੇ ਦੇਖਿਆ ਜਾਂ ਪਿੰਡ ਜਾ ਕੇ ਦੱਸਿਆ ਤਾਂ ਗੋਲੀ ਮਾਰ ਦਿਆਂਗੇ। ਭੱਜ ਤੂੰ ਭੈਣ ਦਿਆ। ਫਿਰ ਦੂਜਾ ਬੋਲਿਆ, ਸਾਲਾ ਰਵਿਆਂ ਦਾ ਮਜਾਜ ਨਾਲ ਤੁਰਿਆ ਟਰ ਕਰੀ ਜਾਂਦਾ, ਮਾਰ ਗੋਲੀ। ਮੈਂ ਵੇਰਵੇ ਭਰਿਆ ਬਿਆਨ ਦਿੱਤਾ। ਤਾਇਆ ਮੈਨੂੰ ਲੱਗਣ ਲੱਗ ਪਿਆ ਕਿ ਅਗਲਾ ਸਾਹ ਤੇ ਇਹ ਸਾਰਾ ਨਜ਼ਾਰਾ ਮੈਂ ਅਗਲੇ ਪਲ ਦੇਖ ਨਹੀਂ ਸਕਣਾ। 10-15 ਸਕਿੰਟਾਂ ਮਗਰੋਂ ਮੇਰਾ ਹੌਸਲਾ ਥੋੜ੍ਹਾ ਵੱਧ ਗਿਆ ਵੀ ਮਾਰਨਾ ਹੁੰਦਾ ਤਾਂ ਹੁਣ ਤੱਕ ਮਾਰ ਦਿੰਦੇ। ਇੰਨੀਆਂ ਗੱਲਾਂ ਤੇ ਬਹਿਸ ਕਾਹਦੇ ਲਈ ਕਰਨੀ ਆ? ਚੰਗੇ ਸਿੱਖੀ ਦੇ ਚੱਕੇ ਉਹ ਆ। ਬੋਲ ਬਾਣੀ, ਲੁੱਟ ਖੋਹ ਤੇ ਮਾਰ ਵੱਢ ਦੇ ਕਾਰਨਾਮੇ ਤਾਂ ਦੇਖੋ ਹੀ ਨਾ ਗੁਰਮੁਖਾਂ ਦੇ। ਤਾਏ ਨੇ ਆਪਣੇ ਗਾਤਰੇ ਨੂੰ ਕੱਢ ਕੇ ਤੇ ਉਹਦੇ ਉੱਤੇ ਹੱਥ ਫੇਰਨ ਪਿੱਛੋਂ ਮੁੜ ਛੋਟੇ ਜਿਹੇ ਮਿਆਨ 'ਚ ਪਾ ਲਿਆ। ਸੁਝਾਅ ਦਿੱਤਾ, ਦਿਨ ਖੜੇ ਖੜੇ ਬਾਹਰ ਅੰਦਰ ਜਾ ਆਇਆ ਕਰੋ। ਇਸ ਹਨੇਰੀ ਦਾ ਪਤਾ ਨਹੀਂ ਕਿਹਨੂੰ ਕਿੱਧਰ ਨੂੰ ਉਡਾ ਜਾਵੇ। ਤੇ ਗੁੱਡ ਤੂੰ ਫਿਰ ਦੇਤਾ ਜੋ ਤੇਰੇ ਕੋਲ ਸੀ? ਗੁਰਮੁਖ ਨੂੰ ਜਿਵੇਂ ਅਚਨਚੇਤ ਚੇਤਾ ਆਇਆ। ਬਟੂਆ, ਘੜੀ ਵਗੈਰਾ ਮੈਂ ਭੁੰਜੇ ਰੱਖਤੇ ਤੇ ਪਿੰਡ ਵੱਲ ਨੂੰ ਤੁਰ ਪਿਆ। ਤਾਇਆ ਰਾਮ ਸਿੰਘ ਜਾਂਦਾ ਜਾਂਦਾ ਕਹਿਣ ਲੱਗਾ, ਨਿਰਦੋਸ਼ਾਂ ਮਾਸੂਮਾਂ ਨੂੰ ਮਾਰ ਕੇ ਇਹਨਾਂ ਪਾਪੀਆਂ ਦੇ ਪੱਲੇ ਕੀ ਪੈਣਾ? ਜਿਨ੍ਹਾਂ ਪਾਕਿਸਤਾਨ ਬਣਦਾ ਦੇਖਿਆ ਉਹ ਭੁੱਲ ਕੇ ਵੀ ਖਾਲਿਸਤਾਨ ਦਾ ਨਾਂ ਨਹੀਂ ਲੈ ਸਕਦੇ। 16 ਆਨੇ ਸੱਚ। ਕੁਝ ਆਵਾਜ਼ਾਂ ਸੁਣੀਆਂ। ਆਂਢ ਗੁਆਂਢ ਤੋਂ ਆਏ ਲੋਕ ਆਪੋ ਆਪਣੇ ਘਰਾਂ ਨੂੰ ਤੁਰ ਪਏ। ਅਸੀਂ ਸਾਰਾ ਟੱਬਰ ਅੱਧੀ ਰਾਤ ਤੱਕ ਵਿਹੜੇ 'ਚ ਬੈਠੇ ਗੱਲਾਂ ਕਰਦੇ ਰਹੇ। ਮੇਰੀਆਂ ਭੈਣਾਂ ਦੇ ਮੂੰਹਾਂ ਉੱਤੇ ਜਿਵੇਂ ਤਾਲੇ ਲੱਗੇ ਹੋਣ। ਉਹਨਾਂ ਦੇ ਚਿਹਰੇ ਉਤਰੇ ਹੋਏ ਹੋਣ ਕਰਕੇ ਇਉਂ ਲੱਗਦਾ ਸੀ ਜਿਵੇਂ ਉਹ ਜਿਉਂਦੀਆਂ ਹੀ ਮੂਰਤੀਆਂ ਵਿੱਚ ਬਦਲ ਗਈਆਂ ਹੋਣ। ਮੈਨੂੰ ਮਹਿਸੂਸ ਹੋਇਆ ਜਿਵੇਂ ਉਹ ਮੇਰੀ ਲੰਮੀ ਉਮਰ ਦੀਆਂ ਮਨ ਹੀ ਮਨ ਅਰਦਾਸਾਂ ਕਰ ਰਹੀਆਂ ਹੋਣ। ਇਸੇ ਦੌਰਾਨ ਦੂਰ ਪਿੰਡ ਤੋਂ ਠਾਠਾਂ ਦੀਆਂ 2 ਆਵਾਜ਼ਾਂ ਆਈਆਂ। ਸਾਰਿਆਂ ਦੀ ਧੜਕਣ ਇੱਕ ਵਾਰ ਫੇਰ ਤੇਜ਼ ਹੋਈ। ਸਾਨੂੰ ਪਤਾ ਦਿੱਲੀ ਤੇਰਾ ਚਿੱਤ ਨਹੀਂ ਲੱਗਦਾ। ਤੇਰਾ ਤਨ ਉੱਥੇ ਹੁੰਦਾ ਤੇ ਮਨ ਇੱਥੇ। ਅਸੀਂ ਤੇਰੇ ਦੋਸਤ ਮਿੱਤਰ ਇੱਥੇ ਹਾਂ। ਪਰ ਮਾਂ ਨੇ ਅੱਗੇ ਗੱਲ ਤੋਰੀ। ਭਾਟੀਆ ਆਪਣੀ ਭੂਆ ਦੀ ਜਿਹੜੀ ਧੀ ਦੱਸਦਾ ਉਹਨੂੰ ਦੇਖ ਆ ਬੁੱਧਵਾਰ ਉਧਰ ਨੂੰ ਤਾਂ ਮੈਂ ਵਾਪਸ ਮੁੜਨਾ। ਇੱਕ ਦਿਨ ਪਹਿਲਾਂ ਦੇਖ ਲਵਾਂਗੇ। ਮੈਂ ਆਪਣੀ ਦਫ਼ਤਰੀ ਮਜਬੂਰੀ ਦਾ ਸੰਖੇਪ ਵਿੱਚ ਇਸ਼ਾਰਾ ਕੀਤਾ। ਮੰਗਲਵਾਰ? ਮਾਂ ਨੇ ਹੈਰਾਨੀ ਜ਼ਾਹਰ ਕੀਤੀ। ਮੇਰਾ ਜਨਮ ਮੰਗਲਵਾਰ ਦਾ ਹੈ। ਜਨਮ ਮਰਨ ਲਈ ਤਾਂ ਇਹ ਦਿਨ ਬੁਰਾ ਨਹੀਂ। ਸੂਰਜ ਤਾਂ ਹਰ ਵੇਲੇ ਰਹਿੰਦਾ, ਧਰਤੀ ਘੁੰਮਦੀ ਹੈ ਤੇ ਦਿਨ ਰਾਤ ਬਣ ਜਾਂਦੀ ਹੈ। ਮੈਂ ਸਮਝਾਉਣ ਦੇ ਇਰਾਦੇ ਨਾਲ ਵਿਸਥਾਰ ਦਿੱਤਾ। ਸਾਡੀ ਸਮਝ ਨਹੀਂ ਆਉਂਦੀਆਂ ਤੇਰੀਆਂ ਗੱਲਾਂ। ਆਪਣਾ ਟਾਈਮ ਦੇਖ ਕੇ ਕੁੜੀ ਨੂੰ ਝਾਤੀ ਮਾਰ ਆ। ਮਾਂ ਨੇ ਆਪਣੀ ਮਨ ਦੀ ਇੱਛਾ ਦੁਹਰਾਈ। ਮੈਨੂੰ ਜਾਪਿਆ ਜਿਵੇਂ ਮੇਰੇ ਮਾਪੇ ਮੇਰੇ ਘਰ ਗ੍ਰਸਤੀ ਨੂੰ ਛੇਤੀ ਵੱਧਦਾ ਫੁੱਲਦਾ ਦੇਖਣਾ ਚਾਹੁੰਦੇ ਹੋਣ। ਗੱਲਾਂ ਕਰਦਿਆਂ ਕਰਦਿਆਂ ਤਾਰੀਖ ਬਦਲ ਗਈ। ਹੁਣ ਮੈਂ ਆਪਣੇ ਕਮਰੇ 'ਚ ਇਕੱਲਾ ਸੀ। ਮੇਰੇ ਮਨ 'ਚ ਬੇਸ਼ੁਮਾਰ ਖਿਆਲਾਂ ਦੀ ਕਾਂਗ ਚੜ੍ਹਦੀ ਉਤਰਦੀ ਰਹੀ। ਭਾਈਏ ਦਾ ਨਿੱਕਾ ਜਿਹਾ ਹੋਇਆ ਮੂੰਹ ਮੈਨੂੰ ਕਈ ਅਹਿਮ ਫੈਸਲੇ ਲੈਣ ਲਈ ਮਜਬੂਰ ਕਰਦਾ। ਉਹਦਾ ਆਖਿਆ ਮੇਰੇ ਕੰਨਾਂ 'ਚ ਮੁੜ ਸੁਣਦਾ, ਇਹ ਹਨੇਰੀ ਲੰਘ ਲੈਣ ਦੇ, ਫਿਰ ਜਿੱਦਾਂ ਮਰਜ਼ੀ ਆਇਆ ਜਾਇਆ ਕਰੀ। ਸਾਰੀ ਕਬੀਲਦਾਰੀ ਅਜੇ। ਇਹ ਸ਼ਬਦ ਮੈਨੂੰ ਜ਼ਿੰਦਗੀ ਤੇ ਮੌਤ ਵਿਚਾਲੇ ਦੇ ਤਾਜ਼ਾ ਤੱਕੇ ਪਲਾਂ ਦਾ ਅਹਿਸਾਸ ਕਰਾਉਂਦੇ। ਜ਼ਰਾ ਕੁ ਬਾਅਦ ਮੈਨੂੰ ਮਹਿਸੂਸ ਹੋਇਆ ਕਿ ਛੇਤੀ ਦਿਨ ਚੜ੍ਹਨ ਵਾਲਾ ਹੈ। ਇਉਂ 12-13 ਜੂਨ 1987 ਦੀ ਵਿਚਕਾਰਲੀ ਰਾਤ ਮੇਰੀ ਜ਼ਿੰਦਗੀ ਤੇ ਮੌਤ ਵਿਚਾਲੇ ਇਤਿਹਾਸਿਕ ਪਲਾਂ ਵਾਲੀ ਹੋ ਨਿਬੜੀ। ਮੈਂ ਨਵੇਂ ਨਿਖਰੇ ਦਿਨ ਦੀ ਉਡੀਕ ਕਰਨ ਲੱਗਾ। ਅਗਲਾ ਲੇਖ, ਮਾਨਵਵਾਦੀ ਥੱਪੜ। ਇਹ ਨੇ ਮੇਰੇ ਲੰਗੋਟੀਏ ਯਾਰ। ਪਿਛਲੇ 30-35 ਵਰ੍ਹਿਆਂ ਤੋਂ ਚੰਗੀ ਨਿਭਦੀ ਆ ਰਹੀ ਹੈ। ਬਹੁਤ ਵਧੀਆ ਗਜ਼ਲ-ਗੋ ਨੇ ਜਿਨ੍ਹਾਂ ਦੀਆਂ ਗਜ਼ਲਾਂ ਵਿੱਚੋਂ ਮਾਨਵਵਾਦੀ ਨਜ਼ਰੀਆ ਸਾਫ਼ ਝਲਕਦਾ ਹੈ। ਨਾਲੇ ਆਪਣੇ ਇਲਾਕੇ ਦੇ ਨੇ। ਯੋਜਨਾ ਪੰਜਾਬੀ ਦੇ ਸੰਪਾਦਕ ਡਾਕਟਰ ਗੁਰਚਰਨ ਸਿੰਘ ਮੋਹੇ ਨੇ ਇਕਹਿਰੇ ਸਰੀਰ ਕੁਲਫ ਕੀਤੀ ਦਾੜੀ ਤੇ ਲਾਲ ਬੱਧੀ ਪੱਗ ਵਾਲੇ ਆਏ ਬੰਦੇ ਨਾਲ ਦਫ਼ਤਰ ਵਿੱਚ ਸਰਸਰੀ ਮੁਲਾਕਾਤ ਕਰਵਾਉਂਦਿਆਂ ਦੱਸਿਆ। ਕਿਹੜੇ ਦਫ਼ਤਰ 'ਚ ਤੁਸੀਂ? ਮੈਂ ਉਸ ਕਵੀ ਵਿੱਚ ਦਿਲਚਸਪੀ ਲੈਂਦਿਆਂ ਉਤਸ਼ਾਹ ਨਾਲ ਪੁੱਛਿਆ। ਆਪਾਂ ਤਾਂ ਚੱਲਦੇ ਫਿਰਦੇ ਰਮਤੇ ਹਾਂ, ਗਜ਼ਲਾਂ ਕਹੀ ਦੀਆਂ, ਘਰ ਵਾਲੀ ਨੌਕਰੀ ਕਰਦੀ ਆ। ਇਹਨਾਂ ਦਾ ਦਿਨ ਸੜਕਾਂ ਗਾਉਂਦਿਆਂ, ਗਜ਼ਲਾਂ ਸੋਚਦਿਆਂ ਤੇ ਸ਼ਾਮ ਕਾਫੀ ਹੋਮ 'ਚ ਬੀਤਦੀ ਹੈ ਤੇ ਦੁਪਹਿਰੇ ਚੰਡੂਖਾਨੇ। ਡਾਕਟਰ ਮੋਹੇ ਨੇ ਕਾਲੇ ਪੈਂਦਿਆਂ ਵਿੱਚੋਂ ਟੋਕ ਕੇ ਗੂੜੀ ਦੋਸਤੀ ਦਾ ਗੌਰਵ ਕਰਦਿਆਂ ਉਸ ਕਵੀ ਬਾਰੇ ਹੋਰ ਜਾਣਕਾਰੀ ਦਿੱਤੀ। ਚੰਡੂਖਾਨਾ? ਜਿੱਥੇ ਮਹਿਫਲਾਂ ਜੁੜਦੀਆਂ। ਤੂੰ ਮੇਰੇ ਨਾਲ ਚੱਲਿਆ ਕਰ। ਹੋਰਾਂ ਕਵੀਆਂ ਲੇਖਕਾਂ ਨਾਲ ਵਾਕਫੀਅਤ ਕਰਵਾ ਦਿਆਂਗੇ। ਇੱਥੇ ਥੋੜ੍ਹੋ ਕਮਰੇ ਅੰਦਰ ਬੈਠੇ ਰਹੀਦਾ। ਡਾਕਟਰ ਮੋਹੇ ਨੇ ਚਾਅ ਨਾਲ ਅੱਗੇ ਦੱਸਿਆ। ਇਹ ਦਿਲ ਦਰਿਆ ਬੰਦਾ ਹੈ। ਕਾਫੀ ਹੋਮ 'ਚ ਕਿਸੇ ਹੋਰ ਨੂੰ ਪੈਸੇ ਨਹੀਂ ਦੇਣ ਦਿੰਦਾ। ਕਵੀ ਦਰਬਾਰਾਂ 'ਤੇ ਕੀ ਮਿਲਦਾ?
ਘਰਵਾਲੀ ਦੇ ਸਿਰ ਤੇ ਐਸ਼ਾਂ ਕਰਦਾ। ਬੜੀ ਨੇਕ ਔਰਤ ਆ ਉਹ। ਗਜ਼ਲ ਕੋ ਹਲਕਾ ਜਿਹਾ ਮੁਸਕਰਾਉਂਦਾ ਰਿਹਾ। ਮੈਨੂੰ ਲੱਗਿਆ ਜਿਵੇਂ ਉਹ ਪਰਜੀਵੀ ਹੋਵੇ, ਜਿਸ ਕੋਲ ਨਾ ਕੋਈ ਕੰਮ ਤੇ ਨਾ ਕੋਈ ਹੋਰ ਆਮਦਨ ਵਸੀਲਾ। ਇਹਨਾਂ ਦੀ ਤਾਰੀਫ? ਗਜ਼ਲ ਕੋ ਨੇ ਪੁੱਛਿਆ। ਇਹ ਮੇਰੇ ਕੋਲ ਸਹਾਇਕ ਸੰਪਾਦਕ ਆਏ ਨੇ। ਇਹਨਾਂ ਦਾ ਨਾਮ ਬਲਬੀਰ ਚੰਦ ਹੈ, ਪਰ ਆਪਣੇ ਆਪ ਨੂੰ ਬਲਬੀਰ ਮਾਧੋਪੁਰੀ ਕਹਾਉਂਦੇ ਨੇ। ਮੋਹੇ ਨੇ ਵਿਅੰਗ ਦੀ ਤਰਜ਼ 'ਚ ਮੇਰੀ ਜਾਣ ਪਛਾਣ ਕਰਵਾਈ। ਇਸ ਰੋਜ਼ ਦੀ ਜਲਾਲਤ ਕਾਰਨ ਮੈਂ ਥੋੜ੍ਹੇ ਚਿਰਾਂ ਅੰਦਰ ਹੀ ਆਪਣਾ ਨਾਮ ਬਦਲਵਾ ਕੇ ਸਰਕਾਰੀ ਕਾਗਜ਼ਾਂ 'ਚ ਹੋਣ ਵਾਲਾ ਨਾਂ ਰੱਖ ਲਿਆ ਅਤੇ ਦੁਪਹਿਰ ਦੀਆਂ ਮਹਿਫਿਲਾਂ ਪਾਰਲੀਮੈਂਟ ਸਟਰੀਟ ਉੱਤੇ PTI ਬਿਲਡਿੰਗ ਦੇ ਬਾਹਰ ਜੁੜਦੀਆਂ। ਸਾਹਿਤ ਸੱਭਿਆਚਾਰ ਸੰਬੰਧੀ ਕਦੀ ਕੋਈ ਗੱਲ ਨਾ ਹੁੰਦੀ, ਸਗੋਂ ਇੱਕ ਦੂਜੇ ਦੀ ਪਿੱਠ ਪਿੱਛੇ ਈਰਖਾ, ਸਾੜਾ ਅਤੇ ਹੋਰ ਅਜਿਹਾ ਕੁਝ ਸੁਣਨ ਨੂੰ ਮਿਲਦਾ। ਮੈਂ ਉੱਥੇ ਜਾਣ ਤੋਂ ਕੰਨੀ ਕਤਰਾਉਣ ਲੱਗਾ। ਦਿਨ ਮਹੀਨੇ ਬੀਤਦੇ ਗਏ। ਮੋਹੇ ਤੇ ਉਹਦਾ ਇੱਕ ਹੋਰ ਸੰਪਾਦਕ ਸਾਥੀ ਕਮਰੇ ਅੰਦਰ ਘੰਟਿਆਂ ਬੱਧੀ ਆਪੋ ਆਪਣੀ ਧਾਰਮਿਕ ਪ੍ਰਵਿਰਤੀ ਦੀਆਂ ਉੱਚੀਆਂ ਗੱਲਾਂ ਕਰਦੇ, ਜਨਮ ਸਵਾਰਨ ਦੇ ਬਚਨ ਬਿਲਾਸ ਹੁੰਦੇ। ਇਹ ਕੰਮ, ਇਹ ਪੈਸਾ ਨਾਲ ਨਹੀਂ ਜਾਣਾ ਆਦਿ ਦੇ ਬਹਾਨੇ ਉਹਨਾਂ ਦੀ ਲੜੀ ਨਾ ਟੁੱਟਦੀ। ਮੇਰੇ ਦਫ਼ਤਰੀ ਕੰਮ ਵਿੱਚ ਵਿਘਨ ਪੈਂਦਾ। ਆਪਣੇ ਗੁਰੂ ਨੂੰ ਸੰਪੂਰਨ ਸਤਿਗੁਰੂ ਕਹਿੰਦੇ, ਮੇਰੇ ਨਾਲ ਬਹਿਸ ਕਰਦੇ, ਨਗੋਰੇ ਦਾ ਨਾਂ ਬੁਰਾ ਵਰਗੀਆਂ ਟਿੱਪਣੀਆਂ ਕਰਕੇ ਮੈਨੂੰ ਆਪਣੇ ਨਾਲ ਲਿਜਾਣ ਲਈ ਪ੍ਰੇਰਦੇ। ਜੜ ਬੁੱਧੀ ਦਾ ਧਾਰਨੀ ਹੋਣ ਦਾ ਦੋਸ਼ ਲੱਗਦਾ। ਮੈਂ ਅੰਦਰੋਂ ਅੰਦਰੀ ਕੰਮ ਦੇ ਨਾ ਹੋਣ ਦੇ ਬੋਝ ਕਾਰਨ ਪਰੇਸ਼ਾਨ ਹੁੰਦਾ ਅਤੇ ਮਾਨਸਿਕ ਤਣਾਅ 'ਚ ਰਹਿੰਦਾ। ਅਤੇ ਇੱਕ ਸ਼ਾਮ ਮਜਬੂਰੀ ਵਸ ਦਿੱਲੀ ਦੀ ਪੌਸ਼ ਕਾਲੋਨੀ 'ਚ ਵਸਦੇ ਉਹਨਾਂ ਦੇ ਗੁਰੂ ਵੇਦ ਪ੍ਰਕਾਸ਼ ਸ਼ਰਮਾ ਦੇ ਸਤਸੰਗ 'ਚ ਉਹਨਾਂ ਸੰਗ ਗਿਆ। ਮੋਹੇ ਦਾ ਗਜ਼ਲਗੋ ਦੋਸਤ ਮੈਥੋਂ ਪਹਿਲਾਂ ਹੀ ਜਾਣ ਲੱਗ ਪਿਆ ਸੀ। ਅਧਿਆਤਮ ਸਮੇਤ ਵਿਗਿਆਨਕ ਅਤੇ ਤਕਨੀਕੀ ਤਰੱਕੀ ਦੀ ਚਰਚਾ ਛਿੜ ਪੈਂਦੀ। ਮੈਨੂੰ ਮਾਹੌਲ ਚੰਗਾ ਲੱਗਾ। ਮੈਂ ਮੋਹੇ ਹੋਰਾਂ ਨਾਲ ਹਾਜ਼ਰੀ ਭਰਨ ਲੱਗਾ। ਇੱਕ ਦਿਨ ਸਤਸੰਗ ਦੌਰਾਨ DD ਸ਼ਰਮਾ ਨੇ ਪੁੱਛਿਆ, ਪਿਤਾ ਜੀ, ਗੁਰੂ ਰਵਿਦਾਸ ਦੀ ਬਾਣੀ ਵਿੱਚ ਗੁਰੂ? ਉਹ ਤਾਂ ਸੰਤ ਵੀ ਨਹੀਂ ਸੀ। ਗੁਰਬਾਣੀ 'ਚ ਉਹਨਾਂ ਨੂੰ ਭਗਤ ਕਿਹਾ ਗਿਆ। ਸਤਿਗੁਰੂ ਸ਼ਰਮਾ, ਜਿਨ੍ਹਾਂ ਨੂੰ ਸਾਰੇ ਪਿਤਾ ਜੀ ਕਹਿ ਕੇ ਬੁਲਾਉਂਦੇ ਨੇ, ਪੂਰਾ ਸਵਾਲ ਸੁਣੇ ਬਗੈਰ ਹੀ ਜੋ ਪੁੱਛਿਆ ਨਹੀਂ ਸੀ ਉਹਦੀ ਵਿਆਖਿਆ ਦਿੱਤੀ। ਸਵਾਲੀ ਨੇ ਚੁੱਪ ਧਾਰ ਲਈ ਕਿ ਸ਼ਾਇਦ ਗੁਰੂ ਨਾਲ ਇਸ ਵੇਲੇ ਗੋਸ਼ਟ ਉਚਿਤ ਨਹੀਂ, ਅਤੇ ਫਿਰ ਸਤਿਗੁਰੂ ਨੇ ਆਪਣੇ ਮਨ ਦੀ ਮੌਜ 'ਚ ਗੱਲ ਤੋਰੀ। ਮੈਂ ਪਿਛਲੇ ਜਨਮ 'ਚ ਯਾਗਵਾਲ ਰਿਸ਼ੀ ਸੀ ਅਤੇ ਮੇਰੀ ਪਤਨੀ ਗਾਰਗੀ ਸੀ, ਜੋ ਹੁਣ ਮੇਰੀ ਧੀ ਸ਼ੀਲਾ ਦੇ ਜਾਮੇ 'ਚ ਮੇਰੇ ਨਾਲ ਹੈ। ਸਾਰੇ ਸਤਸੰਗੀ ਇੱਕ ਦੂਜੇ ਦੇ ਮੂੰਹ ਵੱਲ ਵੇਖਣ ਲੱਗੇ ਕਿ ਸਤਿਗੁਰ ਅਗਲੇ ਪਿਛਲੇ ਜਨਮਾਂ ਤੋਂ ਬ੍ਰਹਿਮੰਡ ਦਾ ਗਿਆਤਾ ਹੈ। ਪਿਤਾ ਜੀ, ਅਸੀਂ ਤਾਂ ਇਹ ਸੁਣਿਆ ਹੋਇਆ ਵੀ ਇਹ ਜੱਗ ਮਿੱਠਾ, ਅਗਲਾ ਕਿਸੇ ਨਾਲ ਡਿੱਠਾ। ਮੈਂ ਸੁਣੀ ਹੋਈ ਗੱਲ ਕੀਤੀ। ਗੁਰੂ ਦੀ ਮਹਿਮਾ, ਗੁਰੂ ਦੀ ਲੀਲਾ ਨੂੰ ਕੋਈ ਨਹੀਂ ਜਾਣਦਾ। ਗੁਰੂ ਕੁਝ ਵੀ ਕਰੇ, ਉਸ 'ਤੇ ਕੋਈ ਦੋਸ਼ ਨਹੀਂ, ਕਵਲ ਵਾਂਗ ਨਿਰਲੇਪ ਹੈ। ਅਗਲੇ ਪਿਛਲੇ ਸੰਗੀ ਸਾਥੀ ਲੇਖਾ ਲੈਣ ਲਈ ਇੱਕ ਦੂਜੇ ਦੇ ਨਾਲੋਂ ਨਾਲ ਤੁਰੇ ਆ ਰਹੇ ਹਨ। ਵੇਦ ਪ੍ਰਕਾਸ਼ ਸ਼ਰਮਾ ਨੇ ਅਗੰਮ ਅਗੋਚਰ ਬਾਰੇ ਕਈ ਪ੍ਰਵਚਨ ਕੀਤੇ। ਪਿਤਾ ਜੀ, ਤੁਸੀਂ ਪੂਰਨ ਗੁਰੂ ਹੋ। ਸਾਰੇ ਗਰੀਬਾਂ ਦਾ ਕਲਿਆਣ ਕਰ ਦਿਓ। ਜਾਤ ਪਾਤ ਦੇ ਵਿਤਕਰੇ ਖਤਮ ਕਰ ਦਿਓ। ਸਾਰੇ ਬਰਾਬਰ ਹੋ ਜਾਣ। ਮੈਂ ਆਪਣੇ ਮਨ ਦੀ ਇੱਛਾ ਪੀੜਤ ਵਿਅਕਤੀ ਵਜੋਂ ਪ੍ਰਗਟ ਕੀਤੀ। ਦੇਖੋ, ਇਹ ਸਾਰਾ ਪਿਛਲੇ ਜਨਮਾਂ ਦੇ ਕਾਰਨ ਹੈ। ਸਤਿਗੁਰ ਇਹਦੇ ਵਿੱਚ ਦਖਲ ਨਹੀਂ ਦਿੰਦਾ, ਸਗੋਂ ਰਜ਼ਾ 'ਚ ਰਹਿਣਾ ਸਿਖਾਉਂਦਾ ਹੈ। ਇਸੇ ਨਾਲ ਹੀ ਮਨ ਨੂੰ ਸ਼ਾਂਤੀ ਮਿਲਦੀ ਹੈ। ਤੁਸੀਂ ਆਪ ਹੀ ਦੇਖੋ, ਅਸੀਂ ਬਾਰ-ਬਾਰ ਮੂੰਹ ਧੋਂਦੇ ਹਾਂ, ਬਾਰ-ਬਾਰ ਸ਼ੀਸ਼ਾ ਦੇਖਦੇ ਹਾਂ ਅਤੇ ਪੈਰਾਂ ਵੱਲ ਕਿੰਨਾ ਕੁ ਧਿਆਨ ਦਿੰਦੇ ਹਾਂ। ਮੈਨੂੰ ਸ਼ੂਦਰ ਅਤ ਸ਼ੂਦਰ ਹੋਣ ਦਾ ਗਿਆਨ ਪੂਰਨ ਸਤਿਗੁਰੂ ਦੇ ਕੋਲ ਬੈਠਿਆਂ ਪਲ 'ਚ ਹੋ ਗਿਆ। ਉਪਰੰਤ ਮੈਂ ਮੋਹੇ ਨਾਲ ਗੱਲ ਕੀਤੀ। ਉਹਨਾਂ ਆਖਿਆ, ਜਨਮ ਕਰਮ ਹੈ, ਤੂੰ ਆਪਣਾ ਬਰਤਨ ਸਿੱਧਾ ਰੱਖ ਤਾਂ ਹੀ ਅੰਮ੍ਰਿਤ ਪਾਏਗਾ। ਉਲਟੇ ਰੱਖੇ ਬਰਤਨ ਨਾਲ ਆਸਥਾ, ਸ਼ਰਧਾ ਅਤੇ ਵੈਰਾਗ ਨਹੀਂ ਉਪਜਦੇ। ਸਤਸੰਗ ਦੀ ਸਮਾਪਤੀ ਪਿੱਛੋਂ ਇੱਕ ਟੋਰੀ ਜਿਹੇ ਮੁੰਡੇ ਨੇ 2-4 ਸਤਸੰਗੀਆਂ ਨੂੰ ਦੱਸਿਆ, ਇਹ ਹੈ ਤਾਂ ਮੇਰਾ ਮਾਮਾ, ਪਰ ਇਹਨਾਂ ਦੀਆਂ ਚਾਲਾਂ 'ਚ ਨਾ ਆਇਓ। ਮੁਰਗੇ ਦਾ ਸੂਪ ਪੀਂਦੇ ਨੇ ਅਤੇ ਕਦੀ-ਕਦੀ ਨਾਲ ਪੈਗ ਲਾ ਲੈਂਦੇ ਨੇ। ਮੇਰੇ ਲਈ ਅਜਨਬੀ ਉਸ ਮੁੰਡੇ ਦੀ ਗੱਲ 'ਤੇ ਕਿਸੇ ਨੇ ਬਹੁਤਾ ਧਿਆਨ ਨਾ ਦਿੱਤਾ। ਪਲ ਭਰ ਮੰਨ ਲਿਆ ਕਿ ਪਿਛਲਾ ਜਨਮ ਹੈ, ਪਰ ਮਹਾਰਾਜ, ਉਸ ਜਨਮ ਦੀ ਪਤਨੀ ਅੱਜ ਧੀ ਦੇ ਜਾਮੇ 'ਚ ਗਾਰਗੀ ਵਜੋਂ ਪ੍ਰਵਾਨ ਕਿਵੇਂ ਹੋ ਸਕਦੀ ਹੈ? ਮੈਂ ਮੋਹੇ ਨੂੰ ਸਵਾਲ ਕੀਤਾ। ਗੁਰੂ ਦੀ ਨਿੰਦਾ ਕਰਨੀ ਤੇ ਸੁਣਨੀ ਗੁਰਮੁਖ ਲਈ ਪਾਪ ਤੁਲ ਹੈ, ਉਹਨਾਂ ਸੰਖੇਪ 'ਚ ਸਮਝਾਇਆ। ਪਰ ਸੱਚ ਸੁਣਨ 'ਚ ਕੀ ਹਰਜ ਆ? ਮੇਰੇ ਆਖੇ ਦੇ ਜਵਾਬ ਵਿੱਚ ਉਹਨਾਂ ਦੇ ਪੁੱਤਰ ਸੁਖਬੀਰ ਨੇ ਆਖਿਆ, ਮੈਂ ਸਾਰਾ ਪਤਾ ਲਾਵਾਂਗਾ ਜੇ ਤੁਸੀਂ ਲਾਂਛਣ ਲਾ ਰਹੇ ਹੋ। ਉਹਨੇ ਕਾਹਲੀ ਨਾਲ ਸਕੂਟਰ ਨੂੰ ਕਿੱਕ ਮਾਰੀ ਅਤੇ ਥੋੜ੍ਹੀ ਦੇਰ ਪਿੱਛੋਂ ਮਾਯੂਸ ਜਿਹੀ ਆਵਾਜ਼ 'ਚ ਦੱਸਣ ਲੱਗਾ, ਪਿਤਾ ਜੀ ਦੀ ਪ੍ਰਿੰਸੀਪਲ ਲੜਕੀ ਨੂੰ ਮਿਲ ਕੇ ਅਤੇ ਪੁੱਛ ਆਇਆ। ਉਹ ਕਹਿੰਦੀ ਹੈ, ਆਪਣੇ ਪਿਤਾ ਦੀ ਵਜ੍ਹਾ ਕਰਕੇ ਮੈਂ ਹੁਣ ਨਾ ਵਿਆਹੀਆਂ 'ਚ ਅਤੇ ਨਾ ਕੁਆਰੀਆਂ 'ਚ। ਇਹਨਾਂ ਪੁਸ਼ਟੀਆਂ ਪਿੱਛੋਂ ਬ੍ਰਹਮਾ ਜੀ ਦੇ ਉਹ ਸ਼ਲੋਕ ਮੇਰੀਆਂ ਅੱਖਾਂ ਮੂਹਰੇ ਆਏ, ਜਿਨ੍ਹਾਂ ਵਿੱਚ ਉਹਨਾਂ ਨੇ ਆਪਣੀ ਧੀ ਪਦਮਾ ਨੂੰ ਸੰਭੋਗ ਲਈ ਭਰਮਾਉਣ ਲਈ ਉਚਾਰੇ ਸਨ ਅਤੇ ਦਲੀਲ ਦਿੱਤੀ ਸੀ ਕਿ ਸੰਤਾਨ ਦੀ ਪ੍ਰਾਪਤੀ ਹਿੱਤ ਮਾਂ ਧੀ ਭੈਣ ਨਾਲ ਸਹਿਵਾਸ ਕੀਤਾ ਜਾ ਸਕਦਾ ਹੈ।
ਮੈਨੂੰ ਲੱਗਿਆ ਕਿ ਕਿਤੇ ਇਹ ਮਾਡਲ ਹੀ ਉਸ ਸੰਪੂਰਨ ਗੁਰੂ ਸਾਹਮਣੇ ਨਾ ਹੋਵੇ। ਮੇਰੀ ਦੁਵਿਧਾ ਦੇਖ ਮੋਹੇ ਨੇ ਕਿਹਾ, ਭਾਰਤੀ ਮਿੱਥ ਵਿੱਚ ਅਜਿਹਾ ਬਹੁਤ ਬਕਵਾਸ ਪੜ੍ਹਿਆ ਤੇ ਸੁਣਿਆ ਹੈ, ਪਰ ਇਹ ਤਾਂ ਸੱਚ ਹੋਰ ਨਿਬੜਿਆ ਲੱਗਦਾ। ਮੇਰੇ ਮਨ 'ਚੋਂ ਗੁਰੂ ਤੇ ਸਤਸੰਗ ਸੰਬੰਧੀ ਵਿਚਾਰ ਸਕਿੰਟਾਂ 'ਚ ਇਉਂ ਲੋਪ ਹੋ ਗਏ ਜਿਵੇਂ ਦਫ਼ਤਰ ਦੇ ਕੰਪਿਊਟਰ ਦੀਆਂ ਫਾਈਲਾਂ ਕਰਪਟ ਹੋ ਗਈਆਂ ਜਾਂ ਉਹਨਾਂ ਨੂੰ ਵਾਇਰਸ ਨੇ ਖਾ ਲਿਆ ਸੀ, ਤੇ ਸਾਰੇ ਬਟਨ ਦਬਾ ਦਬਾ ਦੇਖਣ ਉੱਤੇ ਵੀ ਮੋਨੀਟਰ ਦੀ ਸਕਰੀਨ ਉੱਤੇ ਕੁਝ ਨਹੀਂ ਆਇਆ ਸੀ। ਮੇਰੀ ਮੁਕਤੀ ਹੋ ਗਈ। ਮੋਹੇ ਤੇ ਉਹਨਾਂ ਦੀ ਪ੍ਰਵਿਰਤੀ ਦੇ ਲੋਕ ਕਿਸੇ ਪੜਤਾਲੀਆ ਕਮੇਟੀ ਵਾਂਗ ਗੰਭੀਰਤਾ ਨਾਲ ਮਸਲੇ ਦੀ ਘੋਖ ਕਰਨ ਲੱਗੇ। ਘਟ ਦੇ ਅੰਤਰਜਾਮੀ ਕਹਾਉਣ ਵਾਲੇ ਉਸ ਪੂਰਨ ਗੁਰੂ ਨੂੰ ਭਿਣਕ ਪੈ ਗਈ ਕਿ ਮੋਹੇ ਕਹਿ ਰਹੇ ਨੇ ਕਿ ਇਹ ਦੁਕਾਨ ਬੰਦ ਕਰਾ ਕੇ ਸਾਹ ਲਵਾਂਗੇ। ਗੁਰੂ ਉੱਤੇ ਤਾਂਤਰਿਕ ਹੋਣ ਦੇ ਦੋਸ਼ ਜਿਨ੍ਹਾਂ ਨੂੰ ਮੋਹੇ ਸਣੇ ਬਹੁਤੇ ਸਤਸੰਗੀ ਰੱਦ ਕਰਦੇ ਸਨ, ਆਪਣੀਆਂ ਗੱਲਾਂ ਸਪਸ਼ਟ ਕਹਿਣ ਲੱਗੇ। ਸਤਸੰਗ ਦੇ ਬਹਾਨੇ ਮਾਇਆ ਇਕੱਠੀ ਕਰਨ ਦਾ ਧੰਦਾ ਠੱਪ ਹੋ ਗਿਆ। ਗੁਰੂ ਨੇ ਆਪਣੀਆਂ ਕਰਤੂਤਾਂ 'ਚ ਪਾਉਣ ਲਈ ਇੱਕ ਨਿਕਟਵਰਤੀ ਸਤਸੰਗੀ ਕੋਲ ਆਖਿਆ, ਲਾਂਛਣ ਲਾਉਣ ਵਾਲੇ ਸਾਰੇ ਸ਼ੈਡਿਊਲਡ ਕਾਸਟ ਇਕੱਠੇ ਹੋਏ ਹੁਆ। ਪਿਤਾ ਜੀ ਕਹਾਉਣ ਵਾਲੇ ਦੇ ਮਨ ਵਿਚਲੀ ਵਿਰਾਸਤੀ ਸੋਚ ਦਾ ਵਿਸਫੋਟ ਹੋ ਗਿਆ। ਮੋਹੇ ਰੋਜ਼ ਇਹ ਨਾਲ ਕਹਿੰਦੇ, ਸਾਡੇ ਨਾਲ ਧੋਖਾ ਹੋਇਆ, ਕਿਸੇ ਪਾਸੇ ਦੇ ਨਹੀਂ ਰਹੇ। ਸਾਡਾ ਪਰਿਵਾਰ ਪਿਛਲੇ 70-80 ਸਾਲਾਂ ਤੋਂ ਰਾਧਾ ਸੁਆਮੀ ਮੱਤ ਨਾਲ ਜੁੜਿਆ ਹੋਇਆ ਸੀ। ਮੇਰੀਆਂ ਕਈ ਰਾਤਾਂ ਜਾਗਦਿਆਂ ਤੇ ਰੋਂਦਿਆਂ ਨਿਕਲ ਗਈਆਂ, ਤੇ ਉਹ ਲੇਖਕ ਜਨਾਨੀ ਮੈਂ ਹਿਲਾਉਣਾ ਦਿੱਤਾ। 14 ਸਾਲ ਨਾਲ ਰਹਿ ਕੇ ਉਹ ਵੀ ਅਖੀਰ ਕਹਿ ਗਈ, ਤੁਸੀਂ ਚਮਾਰ ਦੇ ਚਮਾਰ ਹੀ ਰਹੇ। ਮੋਹੇ ਉਦਾਸ ਜਿਹੇ ਹੋ ਗਏ, ਮੂੰਹ ਦਾ ਮਾਸ ਸੁੰਗੜ ਜਿਹਾ ਗਿਆ ਤੇ ਆਪਣੀ ਧੌਲੀ ਦਾੜੀ ਉੱਤੇ ਹੱਥ ਫੇਰਦਿਆਂ ਲੱਗਦਾ ਜਿਵੇਂ ਉਹਨੂੰ ਪੁੱਟਣ ਲੱਗ ਪਏ ਹੋਣ। ਇਹਨਾਂ ਦੀ ਦਿਨਾਂ ਵਿੱਚ ਹੀ ਡਾਕਟਰ ਮੋਹੇ ਦੀ ਤਰੱਕੀ ਡਿਪਟੀ ਸੈਕਟਰੀ ਵਜੋਂ ਹੋ ਗਈ। ਉਹ 25-27 ਮੇਰੇ ਕੋਲ ਗੇੜਾ ਮਾਰਦੇ ਇੱਕ ਦੁਪਹਿਰ ਆਏ ਤੇ ਕਹਿਣ ਲੱਗੇ, ਚੱਲ ਚੰਡੂਖਾਨੇ ਦੋਸਤਾਂ ਨੂੰ ਮਿਲਣ ਚੱਲੀਏ। ਗੁਰਚਰਨ, ਕਿੰਨਾ ਕੁ ਚਿਰ ਰਹਿ ਗਿਆ ਰਿਟਾਇਰਮੈਂਟ ਦਾ? ਗਜ਼ਲ ਗੋ ਨੇ ਰਾਜ਼ੀ ਖੁਸ਼ੀ ਤੋਂ ਬਾਅਦ ਡਾਕਟਰ ਮੋਹੇ ਤੋਂ ਪੁੱਛਿਆ। 6 ਮਹੀਨੇ। ਚੱਲ ਬਾਅਦ 'ਚ ਐਸ ਮੋਚੀ ਕੋਲ ਪਾਲਿਸ਼ ਦੀਆਂ ਡੱਬੀਆਂ ਤੇ ਬੁਰਸ਼ ਲੈ ਕੇ ਬਹਿ ਜਾਈਂ, ਆਪਣਾ ਵੀ ਆਉਣ ਜਾਣ ਬਣਿਆ ਰਹੂ। ਡਾਕਟਰ ਮੋਹੇ ਨੇ ਵਿਅੰਗ ਟਿੱਪਣੀ ਵੱਲ ਬਹੁਤੀ ਤਵੱਜੋ ਨਾ ਦਿੱਤੀ ਤੇ ਗੱਲ ਦਾ ਰੁਖ ਬਦਲਣ ਦੀ ਕੋਸ਼ਿਸ਼ ਕੀਤੀ। ਗੁਰਚਰਨ, ਮੈਂ ਕੀ ਕਿਹਾ? ਪਾਲਿਸ਼ ਦੀਆਂ ਡੱਬੀਆਂ ਤੇ ਬੁਰਸ਼ ਲੈ ਕੇ ਇੱਥੇ ਮੋਚੀ ਕੋਲ ਬਹਿ ਜਾਈਂ, ਨਾਲੇ ਸਾਡਾ ਬਹਿਣ ਉੱਠਣ ਬਣਿਆ ਰਹੂ। ਉਸ ਕਵੀ ਨੇ ਜੁੱਤੀਆਂ ਮੁਰੰਮਤ ਕਰਦੇ ਕਾਰੀਗਰ ਵੱਲ ਇਸ਼ਾਰਾ ਕਰਦਿਆਂ ਫੇਰ ਆਖਿਆ, ਯਾਰ ਮੇਰੇ ਕੋਲ ਹੋਮਿਓਪੈਥੀ ਦੇ ਡਾਕਟਰ ਦੀ ਡਿਗਰੀ ਆ, ਦਵਾਈਆਂ ਦੇ ਕੇ ਲੋਕਾਂ ਦਾ ਭਲਾ ਕਰਾਂਗਾ। ਤਜਰਬਾ ਬਥੇਰਾ, ਅੰਗਰੇਜ਼ੀ ਪੰਜਾਬੀ ਵਿੱਚ ਪੱਤਰਕਾਰੀ ਕਰ ਸਕਦਾ, MA ਪਾਸ ਹਾਂ। ਦੋਸਤੀ ਵਿੱਚ ਇੱਦਾਂ ਦੀਆਂ ਗੱਲਾਂ ਨਹੀਂ ਕਰੀਦੀਆਂ। ਥੋੜ੍ਹੇ ਕੁ ਦਿਨਾਂ ਬਾਅਦ ਡਾਕਟਰ ਮੋਹੇ ਤੇ ਮੈਂ ਪੁਰਾਣੇ ਮਿੱਤਰਾਂ ਨੂੰ ਮਿਲਣ ਗਏ। ਗਜ਼ਲਗੋ ਨੇ ਸਰਕਾਰੀ ਨੌਕਰੀ ਦੀ ਸੇਵਾ ਮੁਕਤੀ ਬਾਰੇ ਪੁੱਛ-ਗਿੱਛ ਕਰਕੇ ਆਖਿਆ, ਗੁਰਚਰਨ, ਮੈਂ ਪਹਿਲਾਂ ਵੀ ਆਖਿਆ ਸੀ ਵੀ ਪਾਲਿਸ਼ ਦੀਆਂ ਡੱਬੀਆਂ ਤੇ ਬੁਰਸ਼ ਰੱਖ ਕੇ ਨਿੰਮ ਥੱਲੇ ਬਹਿ ਜਾਈਂ, ਸਾਡੀ ਬੈਠਣ ਉੱਠਣ ਦੀ ਠਾਰ ਬਣੀ ਰਹੂਗੀ। ਇਸੇ ਦੌਰਾਨ ਤੁਰਤ ਪ੍ਰਤੀਕਿਰਿਆ ਵਿੱਚ ਮਾਨਵਵਾਦੀ ਕਵੀ ਦੇ ਮੂੰਹ ਉੱਤੇ ਡਾਕਟਰ ਮੋਹੇ ਦੇ ਹੱਥਾਂ ਦੇ ਥੱਪੜ ਪੈਣ ਲੱਗੇ। ਮੈਂ ਦੇਖ ਕੇ ਅਣਡਿੱਠ ਕਰਦਿਆਂ ਮੂੰਹ ਦੂਜੇ ਪਾਸੇ ਕਰ ਲਿਆ। ਮੈਂ ਤਿਰਛੀ ਨਜ਼ਰ ਨਾਲ ਦੇਖਿਆ ਕਿ ਮੋਹਨ ਸਿੰਘ ਬੈਰੀ ਉਹਨਾਂ ਦੋਹਾਂ ਨੂੰ ਛੁਡਾ ਕੇ ਸਮਝਾ ਰਿਹਾ ਸੀ। ਹੱਥੋਂ ਪਾਈ ਦੀ ਕਾਰਵਾਈ ਮਗਰੋਂ ਮੈਨੂੰ ਮਹਿਸੂਸ ਹੋਇਆ ਕਿ ਸਮੁੱਚੀਆਂ ਕਮੀਨ ਬਰਾਦਰੀਆਂ ਦੀ ਮਾਨਸਿਕਤਾ ਪਿੱਛੇ ਸਦੀਆਂ ਦੀ ਅਮਾਨਵੀ ਦ੍ਰਿਸ਼ਟੀਕੋਣ ਹੈ। ਜਿਨ੍ਹਾਂ ਅਨੁਸੂਚਿਤ ਜਾਤੀਆਂ ਤੇ ਪਛੜੀਆਂ ਜਾਤੀਆਂ ਦੀ ਸਾਂਝ ਨੂੰ ਅਸੀਂ ਪੱਕਿਆਂ ਹੁੰਦੇ ਦੇਖਣਾ ਚਾਹੁੰਦੇ ਹਾਂ, ਉਹਨਾਂ ਦੀ ਮਾਨਸਿਕ ਪੱਧਰ ਉੱਤੇ ਪਾਟੋ ਧਾੜ ਉਹਨਾਂ ਨੂੰ ਇੱਕ ਦੂਜੇ ਦੇ ਨਜ਼ਦੀਕ ਨਹੀਂ ਆਉਣ ਦਿੰਦੀ। ਮੰਡਲ ਕਮਿਸ਼ਨ ਦੀ ਰਿਪੋਰਟ ਦਾ ਪਿਛੜੀਆਂ ਜਾਤੀਆਂ ਲਈ ਰਾਖਵੇਂਕਰਨ ਨੂੰ ਲਾਗੂ ਕਰਾਉਣ ਦਾ ਮੋਰਚਾ ਅਨੁਸੂਚਿਤ ਜਾਤੀਆਂ ਨੇ ਲਾਇਆ, ਪਰ ਪਿਛੜੀਆਂ ਜਾਤੀਆਂ ਸਵਰਨਾਂ ਦੇ ਹਿੱਤਾਂ 'ਚ ਭੁਗਤ ਗਈਆਂ। ਭੰਨ ਤੋੜ ਹੋਈ, ਅੱਗਾਂ ਲੱਗੀਆਂ, ਜਾਨੀ ਨੁਕਸਾਨ ਹੋਇਆ। ਮੈਂ ਇਹਨਾਂ ਸੋਚਾਂ ਦੀ ਨਿਰਖ ਪਰਖ ਕਰ ਰਿਹਾ ਸੀ ਕਿ ਆਂਧਰਾ ਪ੍ਰਦੇਸ਼ ਦਾ ਮੇਰਾ ਇੱਕ ਕੁਲੀਗ MK ਰਾਓ ਆ ਗਿਆ। ਤਾਜ਼ਾ ਹੋਈ ਘਟਨਾ ਦਾ ਮੈਂ ਵੇਰਵਾ ਦਿੱਤਾ ਤੇ ਉਹਨੇ ਸਹਿਜ ਹੀ ਅੱਗੋਂ ਦੱਸਿਆ, परेशान होने की ज़रूरत नहीं, हमारा जहाँ महात्मा गांधी संपूर्ण वांग्मय के एक उच्च अधिकारी ने हमारी एसोसिएशन के चुनाव समय मेरे अध्यक्ष जाने पर कहा, अब शेड्यूल कास्ट लोगों को अपने बराबर कैसे बिठा सकते हैं। और बताऊं, मैं SFI का स्टेट जनरल सेक्रेटरी रहा। जब हम असेंबली चुनावों दौरान तेलंगाना एरिया में अपने गांव में कॉमरेड लीडर भाइयों को खाने पे बुलाते थे तो गांव प्रधान हमारे घरों में खाना खाने के लिए नहीं आता था। कहने को बहुत प्रगतिवादी है। मैनू लग्या कि छूत छात दा कोड़ अजਿਹੀ बीमारी है
ਜਿਹਦੇ ਕੀਟਾਣੂਆਂ ਦੇ ਮਰਨ ਦੀ ਕੋਈ ਸੰਭਾਵਨਾ ਨਹੀਂ। ਸਵਿਚ ਦਬਾਉਣ 'ਤੇ ਇੱਕਦਮ ਜਗੇ ਬਿਜਲੀ ਬੱਲਬ ਦੀ ਰੌਸ਼ਨੀ ਵਾਂਗ ਖਿਆਲ ਆਇਆ ਕਿ ਹੋ ਸਕਦਾ ਹੈ ਬਰਾਬਰੀ ਵਾਸਤੇ ਮੋਹੇ ਫਾਰਮੂਲਾ ਵਧੇਰੇ ਕਾਰਗਰ ਸਾਬਤ ਹੋਵੇ। ਜਿਵੇਂ ਮੈਂ ਜਾਤੀਵਾਦ ਦੇ ਮੂੰਹ ਉੱਤੇ ਉਸ ਦਾ ਕਰਾਰਾ ਮਾਨਵਵਾਦੀ ਥੱਪੜ ਲੱਗਦਾ ਵੇਖਿਆ ਸੀ। ਧੰਨਵਾਦ। ਬਲਬੀਰ ਮਾਧੋਪੁਰੀ ਦੀ ਸਵੈ ਜੀਵਨੀ ਛਾਂਗਿਆ ਰੁੱਖ ਦਾ ਅਖੀਰਲਾ ਲੇਖ ਹੈ। ਕਿਰਾਏਦਾਰੀ ਦੀ ਲਾਹਨਤ। ਮੇਰੇ ਵਿਆਹ ਦੀ ਮੇਰੇ ਸਣੇ 11 ਜਾਂਝੀਆਂ ਦੀ ਬਰਾਤ ਸਹੁਰੇ ਪਿੰਡ ਟੁੱਕੀ। ਸਵਾਗਤ ਵਿੱਚ ਹੋਰਾਂ ਗੀਤਾਂ ਸਮੇਤ ਜਨਾਨੀਆਂ ਸਿੱਠਣੀਆਂ ਦੇਣ ਲੱਗੀਆਂ, ਜਿਨ੍ਹਾਂ ਵਿੱਚੋਂ ਕੁਝ ਦੇ ਬੋਲ ਇਸ ਤਰ੍ਹਾਂ ਸਨ। ਪੈਸਾ ਪੈਸਾ ਸਾਡੇ ਪਿੰਡ ਦਿਓ ਪਾਓ, ਲਾੜੇ ਜੋਗਾ ਤੁਸੀਂ ਬਾਜਾ ਮੰਗਾਓ, ਜੰਝ ਤਾਂ ਸੱਜਦੀ ਨਹੀਂ, ਨਿਲੱਜਿਓ ਲੱਜ ਤੁਹਾਨੂੰ ਨਹੀਂ। ਬਰਾਤੀਆਂ ਨੂੰ ਬਾਜਾ ਨਾ ਜੁੜਿਆ, ਢਿੱਡ ਵਜਾਉਂਦੇ ਆਏ। ਤੀਵੀਆਂ ਸੁਣਾ ਸੁਣਾ ਕੇ ਕਹਿੰਦੇ ਸੀ ਮੁੰਡਾ ਅਫਸਰ ਲੱਗਾ, ਨਾ ਵੀਡੀਓ ਫਿਲਮ ਬਣਾਉਣ ਵਾਲਾ ਲਿਆਂਦਾ, ਨਾ ਕੁਝ ਹੋਰ। ਜਿੱਦਾਂ ਨਿਰੀ ਵਿਆਂਦੜ ਕੁੜੀ ਲੈਣ ਆਇਓ ਹੋਣ, ਕੁਝ ਤਾਂ ਰੌਣਕ ਚਾਹੀਦੀ ਆ। ਮੈਂ ਤਾਂ ਸੁਣਿਆ ਕਹਿੰਦੇ ਦਾਜ ਨਹੀਂ ਲੈਣਾ। ਇੱਕ ਹੋਰ ਜਨਾਨੀ ਨੇ ਗੱਲ ਕੀਤੀ। ਮੁਫਤ ਦਾ ਮਾਲ ਕਿਹਨੂੰ ਮਾੜਾ ਲੱਗਦਾ ਹੈ? ਹੁਣ ਨਹੀਂ ਤਾਂ ਰਾਤ ਬਰਾਤੇ ਪਹੁੰਚਾ ਦੇਣਗੇ। ਨਾਲੇ ਲੋਕੀ ਇੱਦਾਂ ਹੀ ਕਹਿੰਦੇ ਆ ਭੈਣੇ, ਮਗਰੋਂ ਆਣੀ ਹੋਰ ਮੰਗਣ ਡਹਿ ਪੈਂਦੇ ਆ। ਤੇ 2-2.5 ਘੰਟਿਆਂ ਦੇ ਵਿਆਹ ਪਿੱਛੋਂ ਇੱਕ ਦੁਬਦਾ ਭਰੀ ਸੋਚ ਤੰਗ ਕਰਨ ਲੱਗੀ, ਜੋ ਪਿਛਲੇ ਕੁਝ ਮਹੀਨਿਆਂ ਤੋਂ ਲਗਾਤਾਰ ਮੈਨੂੰ ਅੰਦਰੋਂ ਅੰਦਰ ਘੁਣ ਵਾਂਗ ਖਾਈ ਜਾ ਰਹੀ ਸੀ। ਉਹ ਸੀ ਮੁਕਲਾਵੇ ਵਾਲੀ ਰਾਤ ਤੇ ਵਿਆਹੁਤਾ ਜ਼ਿੰਦਗੀ। ਮਾਨਸਿਕ ਡਰ ਹੋਰ ਸੰਘਣਾ ਹੁੰਦਾ ਗਿਆ। ਮਹਿਸੂਸ ਹੁੰਦਾ ਜਿਵੇਂ ਕੋਈ ਬਲਾ, ਕੋਈ ਪਹਾੜ ਮੇਰੇ ਤੇ ਆ ਡਿੱਗਿਆ ਹੋਵੇ। ਇਸ ਫਿਕਰ ਕਾਰਨ ਮੇਰਾ 8-10 ਕਿਲੋ ਭਾਰ ਪਹਿਲਾਂ ਹੀ ਘਟ ਗਿਆ ਹੋਇਆ ਸੀ। ਕਈ ਮਖੌਲ ਕਰਦੇ, ਪਹਿਲਾਂ ਹੀ ਸੁੱਕਦਾ ਜਾਣਾ, ਕੋਈ ਨਹੀਂ ਫਿੱਟ ਜਾਊਂਗਾ ਦਿਨਾਂ 'ਚ ਹੀ। ਕਈਆਂ ਨੂੰ ਵਿਆਹ ਦੇਸੀ ਘੇ ਵਾਂਗੂ ਲੱਗਦਾ। ਮੈਂ ਆਪਣੀ ਪਤਨੀ ਨੂੰ ਲੈ ਕੇ 5ਵੇਂ ਦਿਨ ਦਿੱਲੀ ਆ ਗਿਆ। ਮਹੀਨੇ 1.5 ਮਹੀਨੇ 'ਚ ਮੇਰਾ ਵਜ਼ਨ ਪਹਿਲਾਂ ਜਿੰਨਾ ਹੋ ਗਿਆ ਤੇ ਮਨ ਉੱਚੀਆਂ ਹਵਾਵਾਂ ਵਿੱਚ ਉੱਡਣ ਲੱਗਾ। ਪਰ ਇਹ ਰੌਂ ਬਹੁਤੇ ਦਿਨ ਬਰਕਰਾਰ ਨਾ ਰਹੀ ਤੇ 4-5 ਮਹੀਨਿਆਂ ਵਿੱਚ ਮੈਂ ਹਕੀਕਤ ਦੀ ਜ਼ਮੀਨ 'ਤੇ ਆ ਗਿਆ। ਪ੍ਰਤੱਖ ਦਿਸਦੀ ਚਿੰਤਾ ਨੇ ਜਿਵੇਂ ਮੇਰੇ ਪਰ ਕੱਟ ਦਿੱਤੇ ਹੋਣ। ਦਰਅਸਲ ਮਕਾਣਾ 2 ਭੈਣਾਂ ਆਪਣੇ ਤੋਂ ਤੇ ਵੱਡੇ ਭਰਾ ਦੇ ਵਿਆਹਾਂ ਨੇ ਮੈਨੂੰ ਆਰਥਿਕ ਤੰਗੀਆਂ ਦੇ ਡੂੰਘੇ ਸਮੁੰਦਰਾਂ 'ਚ ਸੁੱਟ ਦਿੱਤਾ ਹੋਇਆ ਸੀ, ਜਿਸ ਵਿੱਚੋਂ ਬਾਹਰ ਨਿਕਲਣ ਲਈ ਹਰ ਸੰਭਵ ਕੋਸ਼ਿਸ਼ ਕਰਦਾ। ਜੀਪੀ ਫੰਡ 'ਚੋਂ ਬਾਰ-ਬਾਰ ਰਕਮਾਂ ਕਢਾਉਂਦਿਆਂ ਤਨਖਾਹ 2000 ਰੁਪਏ ਤੋਂ ਵੀ ਘਟ ਗਈ। ਇਸ ਵਿੱਚੋਂ ਤੀਜਾ ਹਿੱਸਾ ਮੈਂ ਆਪਣੇ ਲਈ ਤੇ ਬਾਕੀ ਮਾਧੋਪੁਰ ਤੇ ਵੱਡੇ ਭਰਾ ਨੂੰ ਗੁਜ਼ਾਰਾ ਚਲਾਉਣ ਲਈ ਦੇ ਦਿੰਦਾ। ਵਿਆਹ ਦੇ 6 ਸਾਲਾਂ ਵਿੱਚ ਮੈਂ 3 ਬੱਚਿਆਂ ਦਾ ਬਾਪ ਬਣ ਗਿਆ। ਤੀਜੀ ਭੈਣ ਦਾ ਵਿਆਹ ਕਰਤਾ। ਕਿਸ਼ਤ ਜ਼ਿਆਦਾ ਘੱਟ ਹੋਣ ਲੱਗੀ। ਮਹਿੰਗਾਈ ਤੇ ਹੋਰ ਖਰਚਿਆਂ 'ਚ ਵਾਧੇ ਨੇ ਘਰ ਦੇ ਮਾਹੌਲ 'ਚ ਮਾਨਸਿਕ ਤਣਾਅ ਪੈਦਾ ਕਰ ਦਿੱਤਾ। ਨਤੀਜੇ ਵਜੋਂ ਇੱਕ ਦਿਨ ਵੱਡੇ ਭਰਾ ਨੇ ਤਲਖੀ ਨਾਲ ਆਖਿਆ, ਤੂੰ ਹਰੇਕ ਮਹੀਨੇ ਕਹਿੰਦਾ ਬਈ ਮਕਾਨ ਕਿਰਾਏ ਤੇ ਦੇਖ ਲਊਂਗਾ, ਜਾਂਦਾ ਤਾਂ ਹੈ ਨਹੀਂ। 800 ਦਿਨਾਂ ਉਹਦੇ ਨਾਲ ਰੋਟੀ ਚੱਲਦੀ ਹੈ। ਉੱਤੋਂ ਤੇਰੇ ਯਾਰ ਦੋਸਤ ਡਾਰਾਂ ਬੰਨ੍ਹ ਕੇ ਤੁਰੇ ਰਹਿੰਦੇ ਆ। ਜਦੋਂ ਜੁਦੇ ਬਾਹਰੇ ਹੋਇਆ ਤੇ ਸਿਰ ਪਈ ਤਾਂ ਫਿਰ ਪਤਾ ਲੱਗੂ ਕਿ ਦਾਲਾਂ ਆਟੇ ਦੇ ਕੀ ਭਾਅ, ਨਾਲੇ ਘਰ ਕਿੱਦਾਂ ਚੱਲਦੇ ਆ। ਜਿਹੜਾ 800 ਪਿੰਡ ਭੇਜਦਾ ਉਹ ਕਿਸੇ ਗਿਣਤੀ 'ਚ ਨਹੀਂ, ਮੈਂ ਦਲੀਲ ਦਿੱਤੀ। ਨਾਲੇ ਪਹਿਲਾਂ ਤੁਸੀਂ ਕਹਿੰਦੇ ਸੀ ਕੋਈ ਨਹੀਂ, ਫੰਡ ਕਢਾ ਲਾ, ਰਲ ਮਿਲ ਕੇ ਗੁਜ਼ਾਰਾ ਕਰ ਲਵਾਂਗੇ। ਤੁਸੀਂ ਇੱਥੋਂ ਜਾਓ, ਜ਼ਿੰਦਗੀ ਦੇ 4 ਦਿਨ ਅਸੀਂ ਵੀ ਸੌਖੇ ਕੱਟ ਲਈਏ। ਭਾਬੀ ਨੇ 100 ਦੀ ਇੱਕ ਸੁਣਾਈ। ਮੈਨੂੰ ਲੱਗਿਆ ਜਿਵੇਂ ਘਰ ਪਰਿਵਾਰ ਨੂੰ ਅੱਗੇ ਲਿਜਾਣ ਦੇ ਮੇਰੇ ਖਿਆਲਾਂ ਦੀ ਇਮਾਰਤ ਪਿਛਲੇ ਦਿਨੀਂ ਢਾਹੀ ਬਾਬਰੀ ਮਸਜਿਦ ਵਾਂਗ ਢਹਿ ਢੇਰੀ ਕਰ ਦਿੱਤੀ ਗਈ ਹੋਵੇ, ਜਿਹਨੂੰ ਬਰਕਰਾਰ ਰੱਖਣ ਦਾ ਮੇਰਾ ਦ੍ਰਿੜ ਇਰਾਦਾ ਸੀ। ਮੈਨੂੰ ਜਾਪਿਆ ਜਿਵੇਂ ਵਾਦ ਸੰਵਾਦ ਦੀ ਜੜ ਖਤਮ ਕਰ ਦਿੱਤੀ ਗਈ ਹੋਵੇ ਤੇ ਭਵਿੱਖ ਨੂੰ ਵਿਚਾਰਿਆ ਹੀ ਨਾ ਗਿਆ ਹੋਵੇ। ਮੈਨੂੰ ਮਹਿਸੂਸ ਹੋਇਆ ਜਿਵੇਂ ਮੈਂ ਉਹਨਾਂ ਲਈ ਪੈਸੇ ਬਣਾਉਣ ਵਾਲੀ ਮਸ਼ੀਨ ਤੋਂ ਵੱਧ ਕੁਝ ਨਾ ਹੋਵਾਂ। ਉਸ ਸਵੇਰ ਮੈਂ ਆਪਣੇ ਦੋਸਤ ਵਿਚੋਲੇ ਤੇ ਪਤਨੀ ਦੇ ਮਾਮੇ ਦੇ ਪੁੱਤ ਮਿਸਰ ਦੀ ਭਾਟੀਆ ਕੋਲ ਗਿਆ। ਦੱਖਣ ਪੱਛਮ ਦਿੱਲੀ ਦੀਆਂ ਦੂਰ ਨੇੜੇ ਦੀਆਂ ਬਸਤੀਆਂ ਵਿੱਚ ਖੱਜਲ ਖੁਆਰ ਹੋਣ ਪਿੱਛੋਂ ਮੈਨੂੰ ਮੁਨੀਰਕਾ ਵਿੱਚ ਕਮਰਾ ਮਿਲ ਗਿਆ। ਮੇਰਾ ਦਫ਼ਤਰ ਤੇ ਵੱਡੀ ਧੀ ਦਾ ਸਕੂਲ ਕਿਲੋਮੀਟਰ ਦੇ ਕਰੀਬ। ਨਵੇਂ ਬਣੇ ਮਕਾਨ ਵਿੱਚ ਅਸੀਂ ਨਵੇਂ ਭਾਂਡਿਆਂ 'ਚ ਦਾਲ ਸਬਜ਼ੀ ਰਿੱਧੀ ਤੇ ਰੋਟੀ ਖਾਧੀ। 5 ਜਣਿਆਂ ਦਾ ਸਾਡਾ ਟੱਬਰ ਇੱਕ ਰਜਾਈ 'ਚ ਬੈੱਡ ਉੱਤੇ ਸੁੱਤਾ। ਨਾ ਹੋਰ ਮੰਜਾ, ਨਾ ਕੱਪੜਾ, ਪਰ ਕਿਤਾਬਾਂ ਮੇਰੇ ਅੰਗ ਸੰਗ। ਇੱਥੇ ਰਹਿਣ ਦੇ ਪਹਿਲੇ 2-3 ਦਿਨਾਂ ਵਿੱਚ ਛੋਟੇ ਭਰਾ ਵਰਗਾ ਮਦਨ ਵੀਰਾ ਆਪਣੀ ਪਤਨੀ ਨਾਲ ਜੁੜਵੇਂ ਬੱਚਿਆਂ ਨੂੰ ਲੈ ਕੇ ਮਿਲਣ ਆਇਆ। ਅਸੀਂ ਪਤੀ ਪਤਨੀ ਇੱਕ ਦੂਜੇ ਦੇ ਮੂੰਹ ਵੱਲ ਵੇਖਣ ਲੱਗੇ। ਮਦਨ ਆ ਰੱਦੀ ਬਿੱਲੇ ਲਾਈਏ ਪਹਿਲਾਂ, ਗੰਦ ਪਿਆ। ਬਹਾਨੇ ਨਾਲ ਮੈਂ ਖੰਡ ਤੇ ਬਿਸਕਿਟ ਲੈ ਆਇਆ।
ਤਨਖਾਹ, ਮਕਾਨ ਦਾ ਅਗਾਊਂ ਕਿਰਾਇਆ ਤੇ ਰਸੋਈ ਦਾ ਨਿਕਸੁਕ ਲਿਆਉਣ ਲਈ ਨਾਲ ਪਹਿਲਾਂ ਹੀ ਮੁੱਕ ਗਈ ਸੀ। ਪਹਿਲੀ ਵਾਰ ਨਿਆਣੇ ਲੈ ਕੇ ਆਈ ਸੀ। ਸਾਡੇ ਕੋਲੋਂ 10 ਰੁਪਏ ਵੀ ਨਾ ਜੁੜੇ ਉਹਨਾਂ ਲਈ, ਪਤਨੀ ਨੇ ਭਰੇ ਮਨ ਨਾਲ ਕਿਹਾ। ਦੂਜੇ ਬੰਨੇ ਮੈਂ ਆਪਣੀਆਂ ਸੋਚਾਂ 'ਚ ਭੱਜ ਟੁੱਟ ਰਿਹਾ ਸੀ। ਮੈਂ ਜਦੋਂ ਦਫ਼ਤਰੋਂ ਆਉਂਦਾ ਤਾਂ ਮਕਾਨ ਮਾਲਕ ਆਪਣੀ ਬੈਠਕ ਮੂਹਰੇ ਹੁੱਕਾ ਪੀਂਦਾ ਅਕਸਰ ਪੁੱਛਦਾ, ਭਾਈ ਨਾਰਾਜ਼ ਮਤ ਹੋਣਾ, ਆਪ ਕਿਸ ਜਾਤੀ ਕੇ ਹੋ? हम सिख हैं, मैं अपनी पग संवारदਿਆਂ ਦੱਸਿਆ। गुस्सा न करना, मैं एक बार रेलगाड़ी में बैठकर आगरा से दिल्ली आ रहा था। एक सरदार और उसकी बीवी भी पास बैठे थे। अच्छे कपड़े पहने हुए थे, आदमी पढ़ा लिखा लगता था और मैं पंजाब के बारे कई बातें उससे पूछता रहा, जानता रहा। अच्छा, तो मैं उससे उसकी जाति पूछी। तुम्हारी तरह उसने भी अपने को सिख बताया। मैंने कहा, सिखों में भी जाति हैं, आप किस जाति के हो? पहले तो वो झिझकता रहा, आखिर उसने बताया कि मैं रामदासिया हूँ। चलो, बातचीत में अच्छा वक्त कट गया होगा। जब उसने अपने को रामदासिया बता दिया तो उसके आगे मैं क्या बात करनी थी। मैं दूसरी तरफ मुँह करके बैठ गया। बुजुर्ग गुज्जर ने फखर नाल दसिया, अगर वो झूठ बोलकर ऊंची जाति का बता देता तो पाप का अधिकारी होता। ये कह के उन्हें कोल पई। रम दी बोतल गिलास चो लद्दी ते सुक्की इक्को साए झाड़ गया। ਮੇਰੇ ਮਨ ਵਿੱਚ ਉਸ ਅਨਪੜ੍ਹ ਬਜ਼ੁਰਗ ਬਾਰੇ ਬੁਰੇ ਖਿਆਲ ਆਉਂਦੇ। ਮੈਨੂੰ ਲੱਗਿਆ ਜਲਾਲਤ ਦਾ ਦੌਰ ਸ਼ੁਰੂ ਹੋ ਗਿਆ। ਨਿੱਤ ਦੀ ਪੁੱਛ ਪੜਤਾਲ ਤੋਂ ਤੰਗ ਆ ਕੇ ਹੋਰ ਮਕਾਨ ਦੀ ਤਲਾਸ਼ ਕਰਨ ਲੱਗਾ। ਇੱਕ ਵਾਕਫ ਪਰਿਵਾਰ ਦੀ ਔਰਤ ਕੋਲ ਮੈਂ ਆਰ ਕੇ ਪੁਰਮ ਦੇ ਸੈਕਟਰ 7 ਵਿੱਚ ਗਿਆ। ਉਹ ਛੱਤ ਉੱਤੇ ਧੁੱਪੇ ਬੈਠੀ ਸਵੈਟਰ ਬੁਣ ਰਹੀ ਸੀ। ਤੁਸੀਂ 5000 ਐਡਵਾਂਸ ਦੇ ਜਾਓ, ਇਹ ਕੁਆਟਰ ਅਸੀਂ ਤੁਹਾਨੂੰ ਦੇ ਦਿਆਂਗੇ। ਅੱਜ ਕੱਲ੍ਹ ਇਹਨਾਂ ਕਲਾਸ 4 ਕੁਆਟਰਾਂ ਦਾ 10-10 ਹਜ਼ਾਰ ਐਡਵਾਂਸ ਚੱਲਦਾ। ਆਪਣੀ ਤਾਂ ਘਰ ਵਾਲੀ ਗੱਲ ਹੈ। ਅਸੀਂ ਨਵੇਂ ਮਕਾਨ 'ਚ 4 ਨਾਲ ਰਹਿਣ ਲੱਗੇ, ਪਰ ਬੇਟੀ ਦਾ ਸੈਕਟਰ 3 ਵਿਚਲਾ ਸਕੂਲ ਦੂਰ ਹੋ ਗਿਆ। ਨਾ ਮੇਰੇ ਕੋਲ ਸਾਈਕਲ ਤੇ ਨਾ ਬੱਸ ਤੋਂ ਸਿਵਾ ਕੋਈ ਸਾਧਨ। ਗਰਮੀਆਂ ਦੀਆਂ ਸਿਖਰ ਦੁਪਹਿਰਾਂ ਨੂੰ ਉਹਨੂੰ ਸਕੂਲੋਂ ਲੈਣ ਜਾਂਦਾ, ਘਰ ਛੱਡ ਕਾਹਲੀ ਨਾਲ ਦਫ਼ਤਰ ਨੂੰ ਮੁੜਦਾ। ਸੋਚਾਂ ਆਉਂਦੀਆਂ, ਜੇ ਵੱਡਾ ਭਰਾ ਸਕੂਲ ਦਾ ਸੈਸ਼ਨ ਪੂਰਾ ਕਰਵਾ ਦਿੰਦਾ ਤਾਂ ਕਿ ਲੋੜਾ ਆ ਜਾਣਾ ਸੀ। ਮਾਂ ਦੇ ਉਹ ਬੋਲ ਮੈਨੂੰ ਮੁੜ ਯਾਦ ਆਉਂਦੇ। ਹੁਣ 3 ਘਰ ਬਣ ਗਏ। ਇਕੱਠੇ ਰਹਿੰਦੇ ਤਾਂ ਇਹਨਾਂ ਦੋਹਾਂ ਛੋਟੇ ਕੁੜੀ ਮੁੰਡੇ ਦੇ ਵਿਆਹ ਕਰਕੇ ਜਿੱਦਾਂ ਮਰਜ਼ੀ ਜੁਦੇ ਰਹਿ ਲੈਂਦੇ। ਖੈਰ, ਇਸੇ ਹਾਲਤ ਵਿੱਚ 5 ਮਹੀਨੇ ਲੰਘ ਗਏ ਕਿ ਇੱਕ ਮੋਟੀ ਜਨਾਨੀ ਸਾੜੀ ਸੰਭਾਲਦੀ ਅੰਦਰ ਆ ਵੜੀ। ਉੱਚੀ ਉੱਚੀ ਬੋਲਣ ਲੱਗੀ, ਤੁਮ ਕੌਣ ਹੋ? ਮੇਰੇ ਕੁਆਟਰ में बिना पूछे कैसे घुस आए हो? ਔਰਤ ਦੇ ਰੂਪ 'ਚ ਆਈ ਇਸ ਨਵੀਂ ਸਮੱਸਿਆ ਨੇ ਸਾਡੀਆਂ ਪਰੇਸ਼ਾਨੀਆਂ 'ਚ ਹੋਰ ਵਾਧਾ ਕਰ ਦਿੱਤਾ। ਉਹ ਜਨਾਨੀ ਬੈੱਡ ਉੱਤੇ ਬਹਿ ਗਈ ਤੇ ਰੋਬ ਨਾਲ ਗੱਲ ਕਰਨ ਲੱਗੀ। ਅਸੀਂ ਇੱਕ ਦੂਜੇ ਵੱਲ ਦੇਖਣ ਲੱਗੇ। ਨਿਆਣੇ ਕੰਨ ਕੋਲ ਮੂੰਹ ਕਰਕੇ ਸਾਨੂੰ ਪੁੱਛਦੇ, ਟੁੰਟਣ ਕਦੋਂ ਜਾਏਗੀ? ਸਾਰਾ ਬੈੱਡ ਮਲ ਕੇ ਬਹਿ ਗਈ। ਅਸੀਂ कित्थे सोना? मेरे पास किराया पहुंचता रहता तो मेरे को क्या एतराज़ था। उस मालकन ने चाह पानी पीने पीछू किया। हमारे से तो वो 5000 एडवांस में ले गए थे और 500 रुपये महीना किराए का वसूल कर रहे हैं। उन्होंने हमारे को कहा था बेफिक्र होकर रहो, हमने सारी बात कर रखी है, 500 एडवांस में कटता रहेगा। ਅਸੀਂ ਦੱਸਿਆ, यानी 1000 किराया, खुद तो 500 देती रही अब तक अपने किराए का। मालकन ने दसिया। ਗੱਲਾਂ ਸੁਣ ਅਸੀਂ ਹੈਰਾਨ ਹੁੰਦੇ ਗਏ। ਉਹ ਤੋਂ ਥੋੜ੍ਹਾ ਵਕਤ ਲੈ ਕੇ ਜਿਵੇਂ ਕਿਵੇਂ ਅਸੀਂ ਉਹਨੂੰ ਪਿਛਲਾ ਕਿਰਾਇਆ ਦਿੱਤਾ। ਦਰਅਸਲ ਸਾਡੇ ਉਸ ਚਿਰੋਕਣੇ ਜਾਣਕਾਰ ਪਰਿਵਾਰ ਨੂੰ ਸੁਪਰੀਮ ਕੋਰਟ ਦੇ ਹੁਕਮਾਂ ਦਾ ਪਤਾ ਸੀ ਕਿ ਇਹਨਾਂ ਕੁਆਟਰਾਂ ਦੇ ਅੱਗੇ ਕਿਰਾਏ ਉੱਤੇ ਦੇਣ ਦੀ ਜਾਂਚ ਪੜਤਾਲ ਹੋਣ ਵਾਲੀ ਹੈ। ਉਹਨਾਂ ਮੌਕੇ ਦਾ ਪੂਰਾ ਫਾਇਦਾ ਉਠਾਇਆ ਸੀ ਤੇ ਆਪ ਉੱਥੋਂ ਜਾਂਦਿਆਂ ਕੁੰਜੀ ਸਾਡੇ ਹੱਥ ਫੜਾ ਦਿੱਤੀ ਸੀ। ਇਸ ਸਾਰੀ ਹੇਰਾਫੇਰੀ ਦਾ ਸਾਡੇ ਪੁੱਛਣ 'ਤੇ ਉਹਨਾਂ ਝਿੜਕ ਕੇ ਆਖਿਆ, ਪ੍ਰੋਪਰਟੀ ਡੀਲਰ ਜਿਹੜੇ ਕਿਰਾਏ ਦੇ ਕਮਰੇ ਦਵਾਉਂਦੇ ਆ 3 ਮਹੀਨਿਆਂ ਦਾ ਕਿਰਾਇਆ ਲੈਂਦੇ ਆ ਤੇ ਤੁਸੀਂ ਸਾਨੂੰ ਬਾਰ-ਬਾਰ ਪੈਸੇ ਪੁੱਛ ਕੇ ਸਾਡੀ ਬੇਇੱਜ਼ਤੀ ਕਰਦੇ ਹੋ। ਖਬਰਦਾਰ ਜੇ ਮੁੜ ਪੈਸਿਆਂ ਦਾ ਪੁੱਛਣ ਆਏ। ਕੇਂਦਰੀ ਲੋਕ ਨਿਰਮਾਣ ਵਿਭਾਗ ਵੱਲੋਂ ਦਿਨ ਰਾਤ ਛਾਪੇ ਮਾਰੇ ਜਾਣ ਲੱਗੇ। ਪਤਾ ਲੱਗਾ ਕਿ ਸਾਡੇ ਵਾਲੇ ਕੁਆਟਰ ਦਾ ਨਾ ਕਿਸੇ ਨੇ ਪਿਛਲੇ 10 ਸਾਲਾਂ ਤੋਂ ਬਿਜਲੀ ਦਾ ਬਿੱਲ ਤਾਰਿਆ ਤੇ ਨਾ ਹੀ ਕਿਰਾਇਆ ਜਮ੍ਹਾਂ ਕਰਾਇਆ ਸੀ। ਕਾਰਨ ਟੌਨ ਕੁਝ ਸਾਲ ਪਹਿਲਾਂ ਵਿਧਵਾ ਹੋ ਗਈ ਸੀ ਤੇ ਉਹਨੇ ਕਿਰਾਇਆ ਵਸੂਲਣ ਤੋਂ ਇਲਾਵਾ ਕੁਝ ਨਾ ਸੋਚਿਆ। ਉਂਝ ਵੀ ਕਲਾਸ 4 ਕੁਆਟਰਾਂ ਦਾ ਬਿਜਲੀ ਪਾਣੀ ਨਹੀਂ ਕੱਟਿਆ ਜਾਂਦਾ ਸੀ। ਉੱਧਰ ਡਾਕਟਰ ਗੁਰਚਰਨ ਸਿੰਘ ਮੋਹੇ ਮੇਰੇ ਖੇੜੇ ਪਏ ਹੋਏ ਸਨ ਕਿ ਸਾਡੇ ਨਾਲ ਕੇਰਲ ਚੱਲ, LTC ਲੈ ਕੇ। ਦੂਜਾ, ਬੱਚਿਆਂ ਦੇ ਨੁਮਾਹੀ ਇਮਤਿਹਾਨ। ਪਤਨੀ ਨਾਰਾਜ਼ ਹੋਣ ਦਾ ਡਰ। ਜਦੋਂ ਦੱਖਣ ਤੋਂ 12 ਦਿਨਾਂ ਉਪਰੰਤ ਪਰਤਿਆ ਤਾਂ ਗੁਆਂਢੀਆਂ ਨੇ ਹੇਠਾਂ ਪੌੜੀਆਂ ਕੋਲ ਮੈਨੂੰ ਦੱਸਿਆ ਸਮਾਨ ਬਾਹਰ ਸੁੱਟਣ ਲਈ ਨਿਰਮਾਣ ਵਿਭਾਗ ਦੇ ਬੰਦੇ ਆਏ ਸੀ। ਅਸੀਂ ਸਾਰਿਆਂ ਨੇ ਮਿਲ ਕੇ ਕਿਹਾ 2 ਦਿਨ 'ਚ ਖਾਲੀ ਕਰ ਦੇਣਗੇ। ਅਗਲੇ ਦਿਨ ਅਸੀਂ ਇੱਕ ਮਿੱਤਰ ਕੋਲ ਆਰਜ਼ੀ ਤੌਰ 'ਤੇ ਸਮਾਨ ਟਿਕਾ ਲਿਆ। ਹਫ਼ਤੇ ਅੰਦਰ ਸਾਨੂੰ ਆਰ ਕੇ ਪੁਰਮ ਦੇ ਸੈਕਟਰ 8 ਵਿੱਚ 5000 ਰੁਪਏ ਪੇਸ਼ਗੀ ਸਣੇ ਸਖਤ ਸ਼ਰਤਾਂ ਉੱਤੇ ਕਮਰਾ ਮਿਲ ਗਿਆ।
ਇਸ ਸਰਕਾਰੀ ਮਕਾਨ ਦੀ ਮਾਲਕਣ ਇੱਕ ਕਰੈਚ ਚਲਾਉਂਦੀ ਸੀ। ਬੱਚਿਆਂ ਨੂੰ ਦਬਕੇ ਮਾਰ-ਮਾਰ ਸੁਲਾ ਰੱਖਦੀ। ਸਾਡਿਆਂ ਨੂੰ ਦਿਨ ਵੇਲੇ ਨਾ ਬਾਹਰ ਨਿਕਲਣ ਦਿੰਦੀ ਤੇ ਨਾ ਬੋਲਣ। उन्हें मजबूरी खड़ी कर देती। भाई साहब, आपके बच्चे बहुत शोर करते हैं, आपका परिवार भी बड़ा है, कपड़े धोने में पानी बहुत लगता है, 2-4 दिन में कमरा खाली कर दो। ਉਹਦੇ ਪਤੀ ਦਾ ਪਿਛਲੇ ਦਿਨ ਹੀ ਮੈਨੂੰ ਕਿਹਾ ਇੱਕ वाक चेते आया, भाई साहब आप सारा बाथरूम गीला कर देते हो, ज़रा आगे को होकर स्नान किया करो, पढ़े लिखे हो, ज़्यादा कहते भी हम अच्छे नहीं लगते। मेरे हौसले ਨੂੰ ਢਾਹ ਲਾਉਣ ਵਾਲਾ ਇੱਕ ਨਵਾਂ ਸਿਲਸਿਲਾ ਸਾਹਮਣੇ ਆ ਗਿਆ। ਝੋਰਾ ਹੁੰਦਾ। ਨਵੇਂ ਸਕੂਲ 'ਚ ਬੱਚਿਆਂ ਦੇ ਦਾਖਲੇ ਉੱਤੇ ਹਜ਼ਾਰਾਂ ਰੁਪਏ ਲੱਗੇ। ਹੁਣ 3 ਮਹੀਨਿਆਂ ਬਾਅਦ ਫਿਰ ਘਰੋਂ ਬੇਘਰ। ਉਧਾਰ ਕਿੱਥੋਂ ਚੁੱਕੀ ਜਾਵਾਂ? ਮੈਨੂੰ ਭਾਈਆ ਯਾਦ ਆਉਂਦਾ। ਸਮੱਸਿਆਵਾਂ ਤੇ ਮਜਬੂਰੀਆਂ ਦੌਰਾਨ ਉਹਦਾ ਦ੍ਰਿੜ ਇਰਾਦਾ, ਉਹਦੇ ਵੱਲੋਂ ਚੁੱਕੇ ਉਧਾਰੇ ਕਰਜ਼ੇ ਤੇ ਕਮਾਈ ਖੂਹ ਦੀ ਮਿੱਟੀ ਖੂਹ। ਉਹਦੀ ਸੂਰਮ ਗਤੀ ਦੇ ਪੱਕੇ ਇਰਾਦੇ ਤੋਂ ਮੈਨੂੰ ਅੱਗੇ ਵਧਣ ਦੀ ਹਿੰਮਤ ਮਿਲਦੀ ਕਿ ਮੈਨੂੰ ਤਾਂ 5ਵੀਂ ਤਨਖਾਹ ਮਿਲਦੀ ਹੈ। ਮੈਂ ਮਨ ਵਿੱਚ ਤੇ ਪਤਨੀ ਨਾਲ ਸਲਾਹ ਕਰਕੇ ਫੈਸਲਾ ਕਰ ਲਿਆ ਕਿ ਸਰਕਾਰੀ ਕੁਆਟਰਾਂ ਦੇ ਗੇੜ ਵਿੱਚ ਨਹੀਂ ਪੈਣਾ। ਮੈਨੂੰ ਰਹਿ ਗੁੱਸਾ ਆਉਂਦਾ ਜੋ ਕਹਿੰਦੇ ਐਸਸੀ ਲੋਕਾਂ ਨੂੰ ਝੱਟ ਕੁਆਟਰ ਮਿਲ ਜਾਂਦਾ। ਮੇਰੀ ਨੌਕਰੀ 15 ਸਾਲ ਹੋ ਚੱਲੀ ਹੈ। ਹਰ ਸਾਲ ਕੁਆਟਰ ਲਈ ਅਰਜ਼ੀ ਦਿੰਦਾ, ਮਿਲਣਾ ਕਦੋਂ ਨੂੰ? ਜਦੋਂ 2-4 ਸਾਲ ਨੌਕਰੀ ਰਹਿ ਜਾਊ। ਤੇ ਉਹ ਮਾਲਕਨ ਕਹਿਣ ਲੱਗੀ, जब जाना ही है सामान में बंधा हुआ बूंदाबांदी इतनी तो है नहीं, फुहार सी है, बादल कुछ ऐसे है, ऐसा ही रहने वाला है। ਅਸੀਂ ਸਮਾਨ ਟੈਂਪੂ 'ਚ ਲੱਦਿਆ ਤੇ ਪਾਲਮ ਪਿੰਡ ਦੇ ਜੈਨ ਮਹੱਲੇ 'ਚ ਕਿਰਾਏ ਤੇ ਮਕਾਨ ਮੂਹਰੇ ਜਾ ਰੁਕਿਆ। ਨਿਆਣੇ ਨਾਲੀਆਂ 'ਚ ਤਰਦੀਆਂ ਟੱਟੀਆਂ ਦੇਖ ਕੇ ਨੱਕ ਚੜ੍ਹਨ ਲੱਗੇ। ਪਤਨੀ ਕਾਫੀ ਬੁਖਾਰ ਦੌਰਾਨ ਵੀ ਨਿਆਣੇ ਲੈ ਕੇ ਅੰਦਰ ਬੈਠੀ ਸੀ ਕਿ ਮਾਲਕਣ ਉਹਦੇ ਕੋਲ ਆ ਬੈਠੀ। ਬਾਰਿਸ਼ ਜਾਰੀ ਸੀ ਜਦੋਂ ਅਸੀਂ ਸਮਾਨ ਲਾਇਆ। ਪਤਨੀ ਦਾ ਬੁਖਾਰ ਨਾਲ ਮੂੰਹ ਲਾਲ ਹੋਇਆ ਦਿਖਾਈ ਦਿੰਦਾ। ਉਹ ਮਾਲਕਣ ਨਾਲ ਗੱਲਾਂ ਕਰਦੀ ਤਕਲੀਫ ਮਹਿਸੂਸ ਕਰਦੀ ਦਿਸਦੀ। ਉਹਦੇ ਜਾਣ ਪਿੱਛੋਂ ਮੈਨੂੰ ਦੱਸਣ ਲੱਗੀ, ਬੁੜੀ ਪੁੱਛਦੀ ਗਈ ਹੈ, तुम कौन होते हो? जैसे पंडित और दूसरे लोग होते हैं। ਤੇ ਤੂੰ ਕੀ ਕਿਹਾ? ਮੈਂ ਕਿਹਾ ਅਸੀਂ ਸਰਦਾਰ ਹੁੰਦੇ ਹਾਂ। ਆਪਾਂ ਸਲਾਹ ਕਰ ਲਈਏ ਕਿ ਜਾਤ ਕੀ ਦੱਸਣੀ ਹੈ। ਜੇ ਉਹਨੇ ਫਿਰ ਪੁੱਛਿਆ ਤਾਂ ਇਹ ਨਾ ਹੋਵੇ ਵੀ ਤੁਸੀਂ ਕੁਝ ਹੋਰ ਦੱਸਦੇ ਹੋ ਤੇ ਮੈਂ ਕੁਝ ਹੋਰ। ਅਸੀਂ ਅੱਧੀ ਰਾਤ ਤੱਕ ਵਿਚਾਰੇ ਪਏ ਰਹੇ। ਖਿਆਲ ਆਉਂਦਾ ਇਹਨਾਂ ਲੋਕਾਂ ਨੂੰ ਕਿਰਾਏ ਨਾਲ ਮਤਲਬ ਹੈ। ਸਾਡੀ ਜਾਤ 'ਚੋਂ ਇਹਨਾਂ ਨੇ ਛਿੱਕੂ ਲੈਣਾ। ਜਾਤ ਦੇ ਕਲੰਕ ਨੇ ਸ਼ਹਿਰ ਆ ਕੇ ਵੀ ਸਾਡਾ ਪਿੱਛਾ ਨਹੀਂ ਛੱਡਿਆ। ਕਹਿਣ ਨੂੰ ਇੱਥੇ ਪੜ੍ਹੇ ਲਿਖੇ ਲੋਕ ਰਹਿੰਦੇ ਆ। ਗੱਲੀ ਕਰੈਚ ਵਾਲੀ ਸ਼ੇਸ਼ਾ ਜਾਤ ਦਾ ਬਥੇਰਾ ਪੁੱਛਦੀ ਰਹੀ, ਪਰ ਮੈਂ ਪੱਲਾ ਨਹੀਂ ਫੜਾਇਆ ਸੀ। ਇਸ ਬੁੜੀ ਨੇ ਸਮਾਨ ਵੀ ਨਹੀਂ ਰੱਖਣ ਦਿੱਤਾ ਤੇ ਪੁਣ ਛਾਣ ਕਰਨ ਡੈ ਪਈ। ਉਹਨੇ ਜ਼ਰਾ ਕੁ ਰੁੱਕ ਕੇ ਫੇਰ ਆਖਿਆ, ਜੇ ਸ਼ੇਸ਼ਾ ਬੱਚਿਆਂ ਦਾ ਸੈਸ਼ਨ ਪੂਰਾ ਕਰਾ ਦਿੰਦੀ ਤਾਂ ਉਹਨੂੰ ਕੀ ਫਰਕ ਪੈ ਜਾਣਾ ਸੀ? ਮੀਟਰ ਬੰਦ ਕੀਤਾ ਹੋਇਆ ਸੀ। ਘਾਹ ਤੇ ਸਬਜ਼ੀ ਨੂੰ ਪਾਣੀ ਛੱਡ ਰੱਖਦੀ ਹੈ। ਸਾਡੀ ਵਾਰੀ ਕਹਿੰਦੀ ਹੈ ਕਿ ਤੁਹਾਡਾ ਪਰਿਵਾਰ ਵੱਡਾ, ਉਹਦੇ 2 ਨਿਆਣੇ ਤੇ ਸਾਡੇ 3। ਉਹਨੂੰ ਵੀ ਕਿਤੇ ਜਾਤ ਦੀ ਭਿਣਕਤਾ ਨਹੀਂ ਪੈ ਗਈ ਸੀ? ਕੁਆਟਰ ਦੇ ਬਾਹਰ ਮੋਟੇ ਵੱਡੇ ਅੱਖਰਾਂ ਦੀ ਨੇਮ ਪਲੇਟ ਨਹੀਂ ਦੇਖੀ, ਗੋਪਾਲ ਸਿੰਘ ਗੌੜ। ਇਹਦੇ ਬਾਰੇ ਮੈਂ ਕੀ ਕਹਿ ਸਕਦੀ ਹਾਂ, ਪਰ ਪੁੱਛਦੀ ਸੀ ਕਿ ਜੇ ਤੁਸੀਂ ਸਰਦਾਰ ਹੋ ਤਾਂ ਜੂੜੀ ਕਿਉਂ ਨਹੀਂ ਰੱਖਦੇ? ਨਵਾਂ ਸਕੂਲ ਮੀਲ ਭਰ ਦੂਰ ਆ, ਕਮਾਈ ਕੀ ਕਰੇ? ਸਾਈਕਲ ਲੈ ਲਓ, ਨਹੀਂ ਤਾਂ ਰਿਕਸ਼ਾ ਲਵਾ ਦਿਓ ਨਿਆਣਿਆਂ ਲਈ। ਮੁੜ ਘਿੜ ਕੇ ਮੇਰੀਆਂ ਸੋਚਾਂ ਦੀ ਸੂਈ ਵੱਡੇ ਭਰਾ 'ਤੇ ਟਿਕ ਟਿਕ ਕਰਦੀ ਰੁਕਦੀ ਕਿ ਉੱਥੇ ਇੱਕ ਕੁਆਟਰ 'ਚ 15 ਜੀ ਰਹਿੰਦੇ ਆ। ਮਾਂ ਪਿਓ, ਭੈਣ ਭਰਾ ਤੇ ਉਹਨਾਂ ਦੇ ਬੱਚੇ। ਜੇ ਅਸੀਂ ਉੱਥੇ ਟਿਕੇ ਰਹਿੰਦੇ ਤਾਂ ਚੌਥੀ ਭੈਣ ਦਾ ਵਿਆਹ ਕਰਨਾ ਸੌਖਾ ਹੋ ਜਾਣਾ ਸੀ। ਪਤਨੀ ਮੇਰੇ ਮਨ ਦੀ ਸਥਿਤੀ ਨੂੰ ਜਾਂਚ ਲੈਂਦੀ ਤੇ ਕਹਿੰਦੀ, ਬਹੁਤੀਆਂ ਸੋਚਾਂ 'ਚ ਨਹੀਂ ਪਈਦਾ। ਬਾਪ ਦੀ ਕਬੀਲਦਾਰੀ ਪੋਤੀ ਨਜਿੱਠਦੇ ਹੁੰਦੇ ਆ। ਤੰਦਰੁਸਤੀ ਰਹਿਣੀ ਚਾਹੀਦੀ ਹੈ, ਸਭ ਕੁਝ ਠੀਕ ਹੋ ਜਾਣਾ, ਆਰਾਮ ਨਾਲ ਸੌਂ ਜਾਓ। ਮੈਨੂੰ ਧਰਵਾਸ ਜਿਹਾ ਮਿਲਦਾ ਕਿ ਮੈਂ ਇਕੱਲਾ ਨਹੀਂ, 2 ਜਣੇ ਆ। 11 ਹੁੰਦੇ ਹਨ। ਪਾਲਮ ਦੇ ਜੈਨ ਪਰਿਵਾਰ ਦੇ ਕਿਰਾਏ 'ਤੇ ਸਾਡੇ ਨਾਲ ਮਰਦਾ ਕੀ ਨਾ ਕਰਦਾ ਵਾਲੀ ਗੱਲ ਹੋਈ। ਮੀਟਰ ਦਾ ਪੁਰਾਣਾ ਬਿੱਲ ਸਾਨੂੰ ਉਤਾਰਨਾ ਪਿਆ। ਸਾਡੇ ਕਮਰੇ ਵਿੱਚ ਜਦੋਂ ਬਿਜਲੀ ਨਾ ਹੁੰਦੀ, ਮਾਲਕਾਂ ਦੇ ਤਾਂ ਵੀ ਹੁੰਦੀ। ਰੋਜ਼ਾਨਾ ਦੀ ਸਮੱਸਿਆ ਤੋਂ ਤੰਗ ਹੋ ਕੇ ਇੱਕ ਦਿਨ ਮੈਂ ਕਿਹਾ, ਮੱਛਰ ਬਹੁਤ ਹੈ, ਤੁਹਾਡੇ ਪਲੱਗ ਵਿੱਚੋਂ ਤਾਰ ਲਾ ਕੇ ਪੱਖਾ ਚਲਾ ਲੈਂਦੇ ਹਾਂ, ਬੱਚੇ ਸੌਂ ਜਾਣਗੇ। ਨਹੀਂ, ਹਮਾਰੇ ਲੋਡ ਕਮ ਹੋ ਜਾਏਗਾ। ਮਾਈ ਦੀ ਨੂੰਹ ਨੇ ਸਾਫ਼ ਮਨਾ ਕਰ ਦਿੱਤਾ, ਜਦਕਿ ਉਹਨਾਂ ਦੇ ਖੰਭੇ ਤੋਂ ਸਿੱਧੀਆਂ ਤਾਰਾਂ ਖਿੱਚੀਆਂ ਹੋਈਆਂ ਸਨ। ਪਾਣੀ ਦੀ ਉਡੀਕ 'ਚ ਮੈਂ ਕਦੇ ਅੱਧੀ ਰਾਤ ਨੂੰ ਤੇ ਕਦੇ ਤੜਕੇ ਨੂੰ ਉੱਠਦਾ। ਪਾਣੀ ਦੇ ਘੱਟ ਦਬਾਅ ਕਾਰਨ ਮੇਰੇ 2-2.5 ਘੰਟੇ ਪਾਣੀ ਭਰਨ ਨੂੰ ਲੱਗਦੇ। ਨੀਂਦ ਪੂਰੀ ਨਾ ਹੁੰਦੀ। ਪੜ੍ਹਾਈ ਲਿਖਾਈ ਦੀ ਸੱਧਰ ਨੂੰ ਬਰਕਰਾਰ ਰੱਖਣ ਦੀ ਕੋਸ਼ਿਸ਼ ਦਾ ਗਲਾ ਘੁੱਟਦਾ ਮਹਿਸੂਸ ਹੁੰਦਾ। ਇਹਨਾਂ ਸਾਰੀਆਂ ਗੱਲਾਂ ਨੂੰ ਧਿਆਨ 'ਚ ਰੱਖਦਿਆਂ ਮਕਾਨ ਸਕੂਲ ਨੇੜੇ ਲੈਣ ਦਾ ਫੈਸਲਾ ਕੀਤਾ। ਹੁਣ ਅਸੀਂ ਮਹਾਂਵੀਰ ਐਨਕਲੇਵ ਪਾਲਮ ਪਿੰਡ ਦੇ ਵਿਸਤਾਰ ਦੀ ਇੱਕ ਕਾਲੋਨੀ 'ਚ BD ਸ਼ਰਮਾ ਦੇ ਘਰ ਮਕਾਨ ਲੈ ਲਿਆ। ਉਹ ਪੰਜਾਬ ਦੇ ਅੱਤਵਾਦ ਦੌਰਾਨ ਉੱਜੜ ਕੇ ਤੇ ਆਪਣਾ ਸਭ ਕੁਝ ਵੇਚ ਵਟ ਕੇ ਇੱਥੇ ਆ ਟਕੇ ਸਨ।
ਅੰਮ੍ਰਿਤਸਰ ਜ਼ਿਲ੍ਹੇ ਦੇ ਬਹੁਤੇ ਵਪਾਰੀਆਂ ਦੇ ਇੱਥੇ ਕਾਰੋਬਾਰ ਹਨ। ਉਹਨਾਂ ਦੀਆਂ ਧੀਆਂ ਮੇਰੀ ਪਤਨੀ ਨੂੰ ਗੱਲੀਂ ਬਾਤੀਂ ਜਾਤ ਪੁੱਛਦੀਆਂ। ਉਹ ਵੀ ਕਿਸੇ ਅਨੁਭਵੀ ਵਿਅਕਤੀ ਵਾਂਗ ਗੱਲ ਗੋਲ ਮੋਲ ਕਰਦੀ ਤੇ ਕਹਿੰਦੀ, ਲੋਕਾਂ ਨੂੰ ਖਬਰੇ ਰੋਟੀ ਨਹੀਂ ਪਚਦੀ ਜਿੰਨਾ ਚਿਰ ਜਾਤ ਦਾ ਪਤਾ ਨਹੀਂ ਲਾ ਲੈਂਦੇ। ਕਿਰਾਇਆਂ ਉੱਤੇ ਰਹਿਣ ਦੀਆਂ ਸਮੱਸਿਆਵਾਂ ਬਾਰੇ ਇੱਕ ਦਿਨ ਮੈਂ ਆਪਣੇ ਕੁਲੀਗ ਨਾਲ ਗੱਲ ਕੀਤੀ ਤੇ ਉਹਨੇ ਅੱਗੋਂ ਜੁਗਤ ਦੱਸੀ। ਦੇਖ, ਹੁਣ ਤੂੰ ਪੱਗ ਤਾਂ ਬੰਨ੍ਹਦਾ ਨਹੀਂ, ਕਮਰਾ ਸਸਤੇ ਕਿਰਾਏ ਤੇ ਲੈਣ ਲਈ ਨਾਟਕ ਕਰਨਾ ਪੈਂਦਾ। ਸੁਣ ਜਰਾ, ਇੱਕ ਦਿਨ ਮੈਂ ਜੈਨੀਆਂ ਦੇ ਮਹੱਲੇ ਛੱਤ ਉੱਤੇ ਟਹਿਲ ਰਿਹਾ ਸੀ ਕਿ ਇੱਕ ਆਦਮੀ ਨਾਲ ਦੀ ਛੱਤ ਉੱਤੇ ਘੁੰਮ ਰਿਹਾ ਸੀ। ਉਹਨੇ ਜਨੇਊ ਕੰਨ ਉੱਤੇ ਚੜਾਇਆ ਹੋਇਆ ਤਾਂ ਕਿ ਦੂਰੋਂ ਹੀ ਉਹਦੀ ਪਛਾਣ ਹੋ ਸਕੇ। ਮੈਂ ਉਹਨੂੰ ਦੇਖਿਆ ਤੇ ਪੁੱਛਿਆ, ਪੁਰਸ਼ੋਤਮ ਯਾਰ, ਤੂੰ ਇੱਥੇ ਕਦੋਂ ਆਇਆ, ਨਾਲੇ ਕਦੋਂ ਦਾ ਬਾਹਮਣ ਬਣ ਗਿਆ? ਮੈਨੂੰ ਤੂੰ ਦੱਸਿਆ ਸੀ ਕੋਟੇ 'ਚ ਆਇਆ। ਉਹ ਅੱਗੋਂ ਕਹਿੰਦਾ, ਹੌਲੀ ਬੋਲ, ਲੋਕ ਮਕਾਨ ਦੇਣ ਲਈ ਪਹਿਲਾਂ 100 ਗੱਲਾਂ ਪੁੱਛਦੇ, ਨਖਰੇ ਕਰਦੇ ਸੀ। ਯਾਰਾਂ ਨੂੰ ਜੁਗਤ ਸੁੱਝੀ, ਚਵਾਨੀ ਦਾ ਧਾਗਾ ਲਿਆਂਦਾ ਤੇ ਜਨੇਊ ਬਣਾ ਕੇ ਪਾ ਲਿਆ। ਹੁਣ ਇਹ ਸਾਰੇ ਜਾਟ ਜੈਨੀ ਪੰਡਤ ਜੀ ਕਹਿੰਦੇ ਅੱਗੇ ਪਿੱਛੇ ਫਿਰਦੇ ਆ। ਮੇਰੇ ਤੋਂ ਨਹੀਂ ਇੱਦਾਂ ਦੀ ਦੋਹਰੀ ਤੇਰੀ ਜ਼ਿੰਦਗੀ ਬਤੀਤ ਹੋ ਸਕਦੀ। ਆਪਾਂ ਨੂੰ ਇਸ ਬਿਮਾਰੀ ਵਿਰੁੱਧ ਚੇਤਨਾ ਲਿਆਉਣੀ ਚਾਹੀਦੀ ਹੈ। ਮੈਂ ਸਹਿਜ ਹੀ ਆਖਿਆ, ਬਹੁਤਾ ਕਿਰਾਇਆ ਦੇ ਕੇ ਸ਼ਾਨ ਨਾਲ ਰਹਿਣਾ ਮੇਰੇ ਬਸ ਦੀ ਗੱਲ ਨਹੀਂ। ਖਾ ਬੈਠ ਧੱਕੇ, ਸਾਨੂੰ ਕੀ? ਉਸ ਮੱਲਕਚਾਰੇ ਕਿਹਾ। ਬੀਡੀ ਸ਼ਰਮਾ ਨੇ ਅਚਾਨਕ ਅਗਲੇ ਮਹੀਨੇ ਤੋਂ ਕਮਰੇ ਦਾ ਕਿਰਾਇਆ 300 ਰੁਪਏ ਵਧਾ ਦਿੱਤਾ। ਦੂਜੀ ਸ਼ਰਤ ਇਹ ਰੱਖੀ ਕਿ ਜੇ ਕਿਰਾਇਆ ਨਹੀਂ ਵਧਾਉਣਾ ਤਾਂ ਆਪਣੇ ਤਿੰਨੋਂ ਬੱਚੇ ਸਾਡੇ ਸਕੂਲ ਪੜ੍ਹਨ ਪਾਓ। ਤੇ 2 ਹਫ਼ਤੇ ਮਕਾਨ ਭਾਲਦਿਆਂ ਲੱਗ ਗਏ। ਇੱਕ ਬਿਹਾਰੀ ਔਰਤ ਨੇ ਕਿਹਾ, ਆਪਕਾ ਪਰਿਵਾਰ ਬਹੁਤ ਬੜਾ ਹੈ। ਇੱਕ ਹਿਮਾਚਲੀ ਨੇ ਮੇਰੇ ਤੋਂ ਮੇਰੀ ਨੌਕਰੀ ਬਾਰੇ ਜਾਣਨ ਤੋਂ ਬਾਅਦ ਆਖਿਆ, ਇੰਨੇ ਸਾਲ ਹੋ ਗਏ ਦਿੱਲੀ ਰਹਿੰਦੇ ਆ, ਅਜੇ ਇੱਦਾਂ ਹੀ ਤੁਰੇ ਫਿਰਦੇ ਹੋ, ਸ਼ਰਾਬੀ ਕਬਾਬੀ ਜਾਂ ਐਬੀ ਤਾਂ ਨਹੀਂ ਹੋ? ਕਈ ਮਕਾਨ ਮਾਲਕ ਸਾਰੀ ਪੁੱਛ ਪ੍ਰਤੀਤ ਤੋਂ ਬਾਅਦ ਕਿਰਾਇਆ ਇੰਨਾ ਵਧਾ ਕੇ ਦੱਸ ਦਿੰਦੇ ਕਿ ਅਸੀਂ ਉਹ ਲੈਣ ਦੀ ਸਥਿਤੀ ਵਿੱਚ ਨਾ ਹੁੰਦੇ। ਪਤਨੀ ਦੀ ਪਹਿਲੀ ਤੋਂ ਲੈ ਕੇ BA ਤੱਕ ਦੀ ਸਹੇਲੀ ਕਈ ਵਾਰ ਸਾਨੂੰ ਖਾਲੀ ਹੋਏ ਮਕਾਨਾਂ ਦੀ ਦੱਸ ਪਾਉਂਦੀ। ਉਹੀ ਸਾਨੂੰ ਆਪਣੀ ਇਸ ਕਾਲੋਨੀ 'ਚ ਲੈ ਕੇ ਆਈ ਸੀ। ਉਹਦੇ ਯਤਨਾਂ ਨਾਲ ਉਹਦੇ ਘਰ ਪਿਛਲੀ ਗਲੀ 'ਚ ਸਾਨੂੰ ਹੇਠਲੇ ਹਨੇਰੇ ਨਾਲ ਭਰਿਆ ਮਕਾਨ ਮਿਲ ਗਿਆ। 2-4 ਦਿਨਾਂ ਮਗਰੋਂ ਹਰਿਆਣਵੀ ਮਾਲਕਨ ਨੇ ਮੇਰੀ ਪਤਨੀ ਨੂੰ ਪੁੱਛਿਆ, ਤੁਮ ਵੀ ਬਲਜੀਤ? ਪਤਨੀ ਦੀ ਸਹੇਲੀ, ਕੀ ਜਾਤ ਕੇ ਜਾਟ ਭਾਈ ਹੋ? ਉਨਕੀ ਤਾਂ ਬਹੁਤ ਜ਼ਮੀਨ ਹੈ। ਇੰਨੇ ਨੂੰ ਦਰਵਾਜ਼ੇ ਦੀ ਘੰਟੀ ਵੱਜੀ। ਬਲਜੀਤ ਦੇ ਨਿਆਣੇ ਮਾਸੀ ਜੀ ਕਰਦੇ ਆ ਗਏ ਤੇ ਮਾਲਕਨ ਚੁੱਪ ਕਰਕੇ ਆਪਣੇ ਕਮਰੇ ਅੰਦਰ ਚਲੀ ਗਈ। ਜਾਤੀ ਦੀ ਜਾਣਕਾਰੀ ਲਈ ਘੋਖ ਦਾ ਕੰਮ ਸ਼ਾਇਦ ਅਜੇ ਮੁੱਕਿਆ ਨਹੀਂ ਸੀ। ਬਲਬੀਰ ਜੀ ਆ ਜਾਓ, ਇੱਕ ਰਮ ਕਾ ਪੈਗ ਲੈਂਗੇ, ਮਕਾਨ ਮਾਲਕ ਸਾਬਕਾ फौजी ने आख्या। तो मैंने सोफे उत्ते बहंदे ने पूछा, अच्छा तो आपका घर गांव में है? गांव के अंदर है कि बाहर? गांव में है। इस नवीं पड़तालिया जुगत ने मैनू हिला के रख दिता। मैं पींदा नहीं कह के उठ पिया, नहीं तो खबरे होर की जवाब देने पैंदे। इस मकान 'च असीं 10 महीने रह के उन्होंने दसिया, बच्चों नूं सड़क पार करदिआं देख के डर लगता रहिंदा। असीं उधरले पासे प्लाट लै लिया, बस हुण मकान बनाउणा शुरू करना। मैं पत्नी नूं मुस्कुराउंदिआं देखिआ, शायद ਉਹਨੂੰ ਮੇਰੇ ਬੋਲ ਸੁਣ ਪਏ ਸਨ। अगले दिन ਅਸੀਂ ਆਪਣੇ ਨਵੇਂ ਮਕਾਨ ਦੀ 3ਜੀ ਮੰਜ਼ਿਲ ਉੱਤੇ ਸਮਾਨ ਟਿਕਾ ਲਿਆ। 4.5 ਸਾਲਾਂ 'ਚ ਕਿਰਾਏ ਦਾ 6ਵਾਂ ਮਕਾਨ ਤੇ ਵੱਡੀ ਧੀ ਦਾ 6ਵਾਂ ਸਕੂਲ ਹੋ ਗਿਆ। ਹਰ ਨਵੇਂ ਸਕੂਲ 'ਚ ਪੈਸੇ ਦੀ ਲੁੱਟ। ਮੇਰੇ ਘਰ ਦੇ ਸੁਨੇਹੇ ਘੱਲਦੇ, ਨਿਆਣੇ ਲੈ ਕੇ ਲਾਂਭੇ ਹੋਇਆ, ਚਿੱਤ ਚਾਵੇ ਤਾਂ 2-4 ਮਹੀਨੇ 500-700 ਭੇਜ ਦਿੰਦਾ, ਨਹੀਂ ਤਾਂ ਅੱਲਾ ਖੈਰ ਸੱਲਾ। ਮਨ 'ਚ ਉਬਾਲ ਜਿਹਾ ਚੜ੍ਹਦਾ ਕਿ ਆਪਣੇ ਇਹਨਾਂ ਹਾਲਾਤ ਦਾ ਦੋਸ਼ ਕਿਸ ਸਿਰ ਧਰਾਂ। ਇਹਦੇ ਲਈ ਕਿਹੜੀਆਂ ਧਿਰਾਂ ਜ਼ਿੰਮੇਵਾਰ ਹਨ। ਸੋਚਦਾ, ਇਹ ਸੋਚਾਂ ਮੈਨੂੰ ਕਿਤੇ ਪੜ੍ਹਾਈ ਲਿਖਾਈ ਤੋਂ ਦੂਰ ਨਾ ਕਰ ਦੇਣ। ਮੇਰੀ ਕਵਿਤਾ ਨੂੰ ਮਾਨਤਾ ਮਿਲ ਰਹੀ ਹੈ, ਕੁਝ ਪੁਰਸਕਾਰ ਤੇ ਸਨਮਾਨ ਹਾਸਲ ਹੋਏ ਹਨ। ਇਸ ਤੋਂ ਮੋਹ ਭੰਗ ਨਹੀਂ ਹੋਣਾ ਚਾਹੀਦਾ। ਇਹਨਾਂ ਵਿਚਾਰਾਂ ਤੇ ਹੋਰ ਘਰੇਲੂ ਹਾਲਾਤ ਦੀ ਪੜਤਾਲ ਕਰਦਿਆਂ ਮੈਂ ਹਿੰਦੀ ਅੰਗਰੇਜ਼ੀ ਤੋਂ ਪੰਜਾਬੀ 'ਚ ਅਨੁਵਾਦ ਨੂੰ ਵਧੇਰੇ ਸ਼ਿੱਦਤ ਨਾਲ ਕਰਨ ਲੱਗਾ। ਮੈਂ ਮੇਜ਼ ਕੁਰਸੀ ਉੱਤੇ ਪਹਿਲੀ ਵਾਰ ਪੜ੍ਹਨ ਲਿਖਣ ਲੱਗਾ, ਨਹੀਂ ਤਾਂ ਹੁਣ ਤੱਕ ਇਹਦੀ ਅਣਹੋਂਦ ਕਾਰਨ ਬੈੱਡ ਉੱਤੇ ਚੌਂਕੜੀ ਮਾਰ ਕੇ ਕੰਮ ਕਰਦਾ ਰਿਹਾ ਸੀ ਤੇ ਲੱਕ ਲੱਤਾਂ ਤਾਂ ਦੁਖਣ ਲੱਗ ਪੈਂਦੇ ਸਨ। ਲੱਜਾ ਦਾ ਆਰਸੀ ਪਬਲਿਸ਼ਰਸ ਤੇ ਐਡਵਿਨਾ ਤੇ ਨਹਿਰੂ ਦਾ ਅਨੁਵਾਦ ਨਵਯੁਗ ਪਬਲਿਸ਼ਰਸ ਵਾਸਤੇ ਕੀਤਾ। ਪਾਪਾ ਪ੍ਰੀਤਮ ਸਿੰਘ ਜੀ ਦੇ ਚਾਂਦਨੀ ਚੌਂਕ ਵਾਲੇ ਦਫ਼ਤਰ ਦਾ ਮੈਨੂੰ ਅਚਨਚੇਤ ਚੇਤੇ ਆਇਆ ਜਦੋਂ ਲਾਲ ਕਿਲ੍ਹੇ ਦੇ ਸਾਹਮਣੇ ਉਹਨਾਂ ਕੋਲ ਜਾਂਦਿਆਂ ਭੁੱਖਮਰੀ ਦੇ ਸ਼ਿਕਾਰ ਬੱਚਿਆਂ ਤੇ ਵੱਡਿਆਂ ਨੂੰ ਲੋਕਾਂ ਦੀਆਂ ਜੂਠੀਆਂ ਕੂੜੇ ਵਜੋਂ ਸੁੱਟੀਆਂ ਪੱਤਲਾਂ ਚੱਟਦਿਆਂ ਕਈ ਵਾਰ ਦੇਖਿਆ ਸੀ। ਫੁੱਟਪਾਥ ਉੱਤੇ ਉਹਨਾਂ ਦੇ ਬਿਨਾਂ ਛੱਤ ਦੇ ਘਰ ਤੇ ਉਹਨਾਂ ਦੇ ਨੰਗੇ ਪੈਰ ਤੇ ਗੰਦੇ ਲੀੜਿਆਂ ਤੇ ਕੇਲਿਆਂ ਸੇਬਾਂ ਦੀਆਂ ਰੇਹੜੀਆਂ ਥੱਲੇ ਬੰਨੀਆਂ ਪੱਲੀਆਂ 'ਚ ਸੁੱਤੇ ਬੰਦਿਆਂ ਨੂੰ ਦੇਖ ਕੇ ਮੈਂ ਕੰਬ ਜਿਹਾ ਗਿਆ ਸੀ।
ਮੈਨੂੰ ਇਹਨਾਂ ਖਿਆਲਾਂ ਨੇ ਕਾਫੀ ਊਰਜਾ ਦਿੱਤੀ ਕਿ ਜ਼ਿੰਦਗੀ ਦਾ ਸੰਘਰਸ਼ ਹਰ ਥਾਂ ਹੈ। ਲੱਤਾਂ ਪਸਾਰਨ ਲਈ ਮੈਨੂੰ ਆਪਣੀ ਚਾਦਰ ਵੱਡੀ ਕਰਨ ਲਈ ਸਿਰ ਤੋੜ ਯਤਨ ਕਰਨੇ ਚਾਹੀਦੇ ਹਨ। ਖਿਆਲ ਆਉਂਦਾ ਬੇਗਾਨੇ ਘਰ 'ਚ ਕਿਰਾਏਦਾਰੀ ਲਾਹਨਤ ਹੈ, ਅਪਮਾਨ ਤੇ ਹੇਠੀ ਕਰਾਉਣ ਤੁੱਲ ਹੈ, ਤੇ ਇਸ ਤੋਂ ਛੁਟਕਾਰਾ ਪਾਉਣ ਲਈ ਮੈਂ ਉੱਚੇ ਕਿੰਗਰਿਆਂ ਵਾਲੇ ਚੁਬਾਰਿਆਂ ਦੇ ਹਾਣ ਦਾ ਹੋਣ ਲਈ ਉਪਰਾਲੇ ਕਰਨ ਲੱਗਾ। ਧੰਨਵਾਦ।